ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਰਾਗ ਸੋਰਠ, ਮਹੱਲਾ ਪਹਿਲਾ। ਜਿਸ ਜਲ ਨਿਦ ਕਾਰਣ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਜਿਸ ਜਲ ਨਿਦ ਕਾਰਣ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਇਹ ਪਹਿਲੀ ਪਾਤਸ਼ਾਹੀ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਵਚਨ ਨੇ। ਪਹਿਲਾਂ ਵੀ ਅਸੀਂ ਵਚਨ ਸੁਣੇ ਨੇ, ਪਰ ਇਕੱਲੇ ਸੁਣਨ ਨਾਲ ਜਾਂ ਪੜ੍ਹਨ ਦੇ ਨਾਲ ਗੱਲ ਨਹੀਂ ਬਣਦੀ ਜਦੋਂ ਤੱਕ ਅਸੀਂ ਉਹਨਾਂ ਨੂੰ ਧਾਰਨ ਨਾ ਕਰੀਏ। ਤੇ ਅੱਜ ਜਿਹੜੇ ਵਚਨ ਆਏ ਨੇ, ਉਹਨਾਂ ਫਰਮਾਇਆ ਕਿ ਜਿਸ ਜਲ ਨਿਤ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰੂ ਤੇ ਪਾਹੀ ਜੀਓ। ਹੁਣ ਵਚਨ ਬੜੇ ਸਰਲ ਨੇ, ਸਭ ਨੂੰ ਪਤਾ ਹੈ। ਹਰ ਇੱਕ ਬੰਦਾ ਇੱਥੇ ਉਸ ਤਾਕਤ ਦੇ ਮਿਲਾਪ ਨਾਲ ਮਿਲਾਪ ਪਾਉਣ ਵਾਸਤੇ ਭਟਕ ਰਿਹਾ ਹੈ, ਫਿਰ ਰਿਹਾ ਹੈ। ਉਹ ਚਾਹ ਰਿਹਾ ਹੈ ਕਿ ਮੇਰੇ ਜੀਵਨ ਦੇ ਵਿੱਚ ਕੋਈ ਐਸਾ ਗੁਰੂ ਆਵੇ ਜਿਹੜਾ ਉਸ ਅੰਧਕਾਰ ਨੂੰ ਮਿਟਾ ਦੇਵੇ, ਜਿਹੜਾ ਮੈਨੂੰ ਉਸ ਪਰਮੇਸ਼ਵਰ ਨਾਲ ਮਿਲਾ ਦੇਵੇ। ਕਿਉਂਕਿ ਅੰਮ੍ਰਿਤ ਹੋਰ ਤਾਂ ਕਿਸੇ ਨੇ ਕੋਈ ਦੇਖਿਆ ਨਹੀਂ ਅੱਜ ਤੱਕ ਕਿ ਕੋਈ ਐਸਾ ਕੋਈ ਅੰਮ੍ਰਿਤ ਪੀ ਕੇ ਜਿਹਦੇ ਨਾਲ ਸਾਰੇ ਦੁੱਖ ਖਤਮ ਹੋ ਗਏ ਹੋਣ, ਕੋਈ ਇਸ ਤਰ੍ਹਾਂ ਦੇ। ਉਹ ਅੰਮ੍ਰਿਤ ਰੂਪੀ ਗੁਰੂ ਦੇ ਵਚਨ ਨੇ, ਗੁਰੂ ਜੀ, ਕਿ ਜਿੱਥੇ ਹਰ ਇੱਕ ਦੁੱਖ, ਹਰ ਇੱਕ ਜਿਹੜੀ ਸਮੱਸਿਆ ਦਾ ਹੱਲ ਸਾਨੂੰ ਮਿਲਦਾ, ਕਿ ਉਹ ਹਰ ਇੱਕ ਜਿਹੜੀ ਪੀੜੇ ਸਾਨੂੰ ਉਹ ਮਿਟਾ ਦਿੰਦਾ ਹੈ। ਪਰ ਉਹ ਕਿਹੜੇ ਤਰੀਕੇ ਦੇ ਨਾਲ? ਜਦੋਂ ਤੱਕ ਅਸੀਂ ਉਸ ਚੀਜ਼ ਨੂੰ ਨਹੀਂ ਸਮਝਦੇ, ਉਦੋਂ ਤੱਕ ਗੱਲ ਨਹੀਂ ਕਰੀਦੀ। ਤੇ ਪਿਛਲੇ ਸਤਸੰਗਾਂ ਦੇ ਵਿੱਚ ਜੋ ਜੋ ਅਸੀਂ ਵਚਨ ਸੁਣੇ ਅੱਜ ਤੱਕ, ਉਹਨਾਂ ਤੋਂ ਅਸੀਂ ਕੀ ਸਿੱਖਿਆ ਹੈ, ਕਿੰਨਾ ਕੁ ਅਸੀਂ ਅਮਲ ਕਰ ਰਹੇ ਹਾਂ ਉਸ ਚੀਜ਼ ਦਾ, ਉਹ ਸਾਨੂੰ ਸਾਡੇ ਕਾਰਜ ਤੋਂ ਪਤਾ ਚੱਲਦਾ ਹੈ। ਪਿਛਲੇ ਕਈ ਦਿਨਾਂ ਤੋਂ ਮੈਂ ਕਈ ਚੀਜ਼ ਜਿਹੜੀ ਕਹਿ ਰਿਹਾ ਕਿ ਬਈ ਅਸੀਂ ਸਾਰੇ ਜਣੇ ਜਦੋਂ ਤੱਕ ਹੁਕਮ ਦੇ ਵਿੱਚ ਨਹੀਂ ਆਵਾਂਗੇ, ਉਦੋਂ ਤੱਕ ਗੱਲ ਨਹੀਂ ਬਣਨੀ। ਕਿਉਂਕਿ ਸਾਡੇ ਤਜਰਬੇ 'ਚ, ਚਲੋ ਪਿਛਲੇ ਯੁੱਗਾਂ ਦੀ ਜਾਂ ਪਿਛਲੀਆਂ, ਮੈਂ ਕੋਈ ਉਹਨਾਂ ਦੀਆਂ ਗੱਲਾਂ ਨਹੀਂ ਕਰਦਾ, ਸਿਰਫ ਜਿੰਨੇ ਕੁ ਟਾਈਮ ਤੱਕ ਜਿਸ ਤਰ੍ਹਾਂ ਅਸੀਂ ਇੱਥੇ ਬੈਠੇ ਹਾਂ, ਕਿ ਕੋਈ ਕਿਸੇ ਦੀ ਏਜ 25-30 ਸਾਲ, ਕਿਸੇ ਦੀ 40-45, ਕਿਸੇ ਦੀ 60-70 ਸਾਲ, ਉੱਥੋਂ ਦਾ ਕੀ ਮੈਂ ਤਜਰਬੇ ਦੀ ਗੱਲ ਕਰ ਰਿਹਾ ਕਿ ਬਹੁਤਾ ਪਿੱਛੇ ਨਹੀਂ, ਕਹਾਣੀਆਂ ਨਹੀਂ ਕੋਈ ਪਾਉਂਦੇ ਕਿ ਉਹਦੇ ਵਿੱਚੋਂ ਅਸੀਂ ਕੀ ਖੱਟਿਆ। ਜੇ ਕੋਈ ਚੀਜ਼ ਜੋ ਗੁਰੂ ਨੇ ਕਹੀ ਹੈ ਕਿ ਹੈਗੀ ਹੈ, ਸਾਨੂੰ ਨਹੀਂ ਮਿਲੀ ਅੱਜ ਤੱਕ, ਜਾਂ ਸਾਡੇ ਮਨ ਦੇ ਵਿੱਚ ਕਈ ਵਾਰੀ ਦੁਬਿਧਾ ਪੈਦਾ ਹੋ ਜਾਂਦੀ ਹੈ, ਤੇ ਉਹ ਕਾਹਦੇ ਕਰਕੇ ਹੁੰਦੀ ਹੈ? ਮਨ 'ਚ ਕਈ ਸ਼ੰਕਾ ਹੁੰਦੀ ਹੈ ਕਿ ਵੀ ਸਤਿਗੁਰਾਂ ਨੇ ਵਚਨ ਫਰਮਾਏ ਨੇ ਕਿ ਗੁਰੂ ਦੇ ਸਿੱਖ ਜਿਹੜਾ ਉਹਨੂੰ ਕੋਈ ਦੁੱਖ ਨਹੀਂ ਆਉਂਦਾ, ਤੇ ਅਸੀਂ ਤੇ ਗੁਰੂ ਦੇ ਸਿੱਖ ਹਾਂ, ਸਾਨੂੰ ਦੁੱਖ ਕਿਉਂ ਆਉਂਦੇ? ਜਾਂ ਅਸੀਂ ਤੇ ਜੋ ਵੀ ਗੁਰੂ ਦੀ ਸੇਵਾ ਦੀ ਮਹਿਮਾ ਦੱਸੀ ਹੈ ਉਹਨਾਂ ਨੇ ਕਿ ਉਹਦੇ ਵਿੱਚ ਸਭ ਕੁਛ ਜਿਹੜੇ ਮਿਟ ਜਾਂਦਾ ਹੈ, ਸਾਡੇ ਜਿਹੜੇ ਕਲੇਸ਼ ਕਿਉਂ ਨਹੀਂ ਮਿਟੇ? ਉਹਦੇ ਬਾਰੇ ਅਸੀਂ ਗੱਲ ਕਰ ਰਹੇ ਸਾਂ ਕਿ ਕਿਉਂ ਨਹੀਂ ਹੁੰਦਾ। ਤੇ ਪਿਛਲੇ ਥੋੜੀ ਜਿਹੀ ਚੀਜ਼ ਨੂੰ ਮੈਂ ਪਹਿਲਾਂ ਉਹਨੂੰ ਕੰਟੀਨਿਊ ਕਰਾਂਗਾ, ਫਿਰ ਉਸ ਤੋਂ ਬਾਅਦ ਅੱਗੇ ਗੁਰਬਾਣੀ ਦੇ ਜੋ ਵੀ ਵਚਨ ਆਏ ਨੇ ਉਹਨਾਂ ਬਾਰੇ ਵਿਸਥਾਰ ਨਾਲ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ।
ਕਿਉਂਕਿ ਜਿਸ ਤਰ੍ਹਾਂ ਉਹਨੇ ਫਰਮਾਇਆ ਕਿ ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸਾਨੂੰ ਇਹਨਾਂ ਦਾ ਪਤਾ ਹੀ ਹੈ, ਸਤਿਗੁਰਾਂ ਦੇ ਵਚਨ ਬਹੁਤ ਸੁਣੇ ਨੇ ਕਿ ਬਈ ਸਾਡੇ ਆਉਣ ਦਾ ਇੱਥੇ ਕੀ ਕਾਰਨ ਹੈ। ਕਿਸੇ ਦੇ ਮਨ 'ਚ ਇਹ ਭੁਲੇਖਾ ਤਾਂ ਨਹੀਂ ਹੈ ਕਿ ਵੀ ਸਿਰਫ ਅਸੀਂ ਦੁਨੀਆਦਾਰੀ, ਜਿਸ ਤਰ੍ਹਾਂ ਕਿ ਸਾਨੂੰ 40-50 ਸਾਲ 100 ਸਾਲ ਕੋਈ ਖਾਣ ਪੀਣ ਵਾਸਤੇ ਮਿਲਿਆ ਇਹ ਸਮਾਂ ਕਿ ਜਾਓ ਬਈ ਐਸ਼ ਕਰੋ, ਘੁੰਮ ਫਿਰ ਆਓ ਔਰ ਕਰ ਆਓ ਜੋ ਮਨ ਚਾਹੁੰਦਾ ਕਰ ਆਓ। ਫਿਰ ਉਹਨੂੰ ਕਿਹਾ ਕਿ ਦੁਰਲਭ ਦੇ ਪਾਈ ਵਡਭਾਗੀ, ਨਾਮ ਨਾ ਜਪਤੇ ਆਤਮ ਕਰਦੀ। ਇਹ ਜਿਹੜੀ ਦੇਹ ਜਿਹੜੀ ਹੈ ਦੁਰਲਭ ਕਿਉਂ ਆ? ਜਦੋਂ ਤੱਕ ਇਸ ਚੀਜ਼ ਦੀ ਸਮਝ ਨਹੀਂ ਲੱਗਦੀ ਉਦੋਂ ਤੱਕ ਅਸੀਂ ਯਤਨ ਵੀ ਕੀ ਕਰਾਂਗੇ ਉਹਦੇ ਵਾਸਤੇ। ਤਾਂ ਹੁਣ ਮੈਨੂੰ ਪਹਿਲਾਂ ਇਸ ਚੀਜ਼ ਦਾ ਦੱਸੀਏ ਕਿ ਜੋ ਪਿਛਲੇ ਕੁਝ ਟਾਈਮ ਤੋਂ ਅਸੀਂ ਜਿਹੜੀ ਗੱਲਬਾਤ ਕਰ ਰਹੇ ਸੀ, ਅਸੀਂ ਉਹਦੇ ਵਿੱਚ ਕਿੰਨਾ ਕਰ ਰਹੇ ਹਾਂ। ਜਿਹੜੇ ਤੇ ਗੁਰਮਤਿ ਦੇ ਸੇਵਾਦਾਰ ਇੱਥੇ ਬੈਠੇ ਨੇ, ਬਾਹਰੋਂ ਤੇ ਬਹੁਤ ਬੱਚਿਆਂ ਦੇ ਮਿਲਦੇ ਨੇ ਮੈਸੇਜ ਕਿ ਹਾਂਜੀ ਅਸੀਂ ਗੁਰੂ ਮਹਾਰਾਜ ਜੀ ਤੋਂ ਸ਼ੁਰੂ ਕਰ ਦਿੱਤਾ ਹੈ ਨਿਯਮ ਚਲਾਉਣਾ, ਅਸੀਂ ਆਹ ਜਿਹੜੀਆਂ ਆਦਤਾਂ ਨੇ ਕੁਝ ਜਿਹੜੀਆਂ ਗਲਤ ਨੇ ਉਹਨਾਂ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਹੈ। ਆਹ ਚੀਜ਼ ਮੈਂ ਆਪਣੇ ਲਿਖ ਕੇ ਵੀ ਭੇਜਦੇ ਨੇ ਕਿ ਅਸੀਂ ਆਹ ਚੀਜ਼ ਬਦਲ ਦਿੱਤੀ ਹੈ, ਅੱਜ ਤੋਂ ਬਾਅਦ ਅਸੀਂ ਨਹੀਂ ਕਰਾਂਗੇ। ਜਾਂ ਕਈ ਬੱਚੇ ਐਸੇ ਸੀ ਜਿਨ੍ਹਾਂ ਨੇ ਕਦੀ ਟਾਈਮ ਨਹੀਂ ਸੀ ਕੱਢਿਆ ਸਤਿਗੁਰਾਂ ਦੇ ਸਿਮਰਨ ਵਾਸਤੇ, ਧਿਆਨ ਵਾਸਤੇ, ਉਹ ਵੀ ਕਹਿੰਦੇ ਨੇ ਕਿ ਹਾਂਜੀ ਅਸੀਂ ਸ਼ੁਰੂ ਕਰ ਦਿੱਤਾ ਹੈ। ਪਰ ਜਿਹੜੇ ਬੱਚੇ ਜਿਹੜੇ ਵਾਸਤੇ ਮੈਂ ਕਹਿ ਰਿਹਾ ਸੀ ਉਹ ਮੈਨੂੰ ਦੱਸਣ ਕਿ ਉਹਨਾਂ ਨੇ ਕੀ ਆਪਣੇ ਆਪ 'ਚ ਬਦਲਾਅ ਲਿਆਂਦਾ ਹੈ। ਪਹਿਲਾਂ ਤਾਂ ਜੇ ਇੱਕ ਕਿਹਾ ਸੀ ਕਿ ਸਾਰੇ ਜਿਹਨੂੰ ਭਾਈ ਸਾਹਿਬ ਭੈਣ ਜੀ ਕਰਕੇ ਬੁਲਾਉਣਗੇ, ਉਹ ਕਿੰਨਾ ਕੁ ਚੱਲ ਰਿਹਾ? क्यों दे रहे सही सब किस तरह हमारी कोशिश तो हो रही है। कोशिश ठीक है। इधर किस तरह चल रहा है? आगे नहीं चल सकते हैं, ठीक। बाकी एक सत वचन वास्ते क्या सी कि सत वचन करना है, पहला ਅਸੀਂ ਸਤਿਗੁਰਾਂ ਦੀ ਜੋ ਵੀ ਸੇਵਾ ਜਾਂ ਵਜੇ ਉਹ ਕਿੰਨਾ ਕੁ ਚੱਲ ਰਿਹਾ? ਠੀਕ ਹੈ, ਸਤ ਵਚਨ ਕਰ ਪਾ ਰਹੇ? ਹਾਂਜੀ, ਇਹਦੇ ਬਾਰੇ ਸਤਿਗੁਰਾਂ ਨੇ ਭਜਨ ਕੀਤੇ ਉਹ 7 ਵਜੇ ਨਹੀਂ ਜੀ, ਤੁਸੀਂ ਹੁਣ ਹੁਕਮ ਲਾ ਰਹੇ ਹੋ ਅਸੀਂ 7 ਵਜੇ ਕਹਾਂਗੇ। ਠੀਕ ਹੈ। ਤੇ ਸਤ ਵਚਨ ਦਾ ਬੈਠ ਜਾਓ। ਸਤ ਵਚਨ ਦਾ ਵਿੱਚ ਮਤਲਬ ਹੁੰਦਾ ਹੈ ਕਿ ਇੱਕ ਨਾ ਛੋਟਾ ਬੱਚਾ ਬੇਟੀ ਕਰਦੇ ਕਰਦੀ ਹੁੰਦੀ ਹੈ, ਉਹਨੂੰ ਸੁਣ ਲਿਆ ਇੱਕ ਦੋ ਵਾਰੀ ਕੋਈ ਗੱਲ ਨਾ ਮੰਨੀ ਤੇ ਉਹਨੂੰ ਮਾਤਾ ਜੀ ਨੇ ਕਿਹਾ ਸਤ ਵਚਨ ਕਰੀ ਜਾਂਦਾ। ਤੇ ਉਹ ਕਈ ਵਾਰੀ ਕੀ ਕਰੇਗੀ ਕਿ ਕੋਈ ਗੱਲ ਕਹੋ ਨਾ ਕੋਈ ਮਜ਼ਾਕ ਉਹਨੇ ਮਤਲਬ ਕਹਿਣਾ, ਮਤਲਬ ਉਹਨੂੰ ਇੱਕ ਇਸ ਤਰ੍ਹਾਂ ਹੋ ਗਿਆ ਕਿ ਇਹ ਕੋਈ ਲਫ਼ਜ਼ ਹੈ ਕਿ ਅੱਗੋਂ ਸੱਤ ਸਾਰੇ ਕਹਿੰਦੇ ਨਾ ਕਿ ਕੋਈ ਬੋਲਦਾ ਹਾਂ ਤਾਂ ਕਹਿੰਦੇ ਹਾਂਜੀ ਕਰਕੇ ਬੋਲੀਦਾ, ਹਾਂ ਤੇ ਹਾਂਜੀ ਮਤਲਬ ਤਾਂ ਉਹਦਾ ਇੱਕੋ ਹੀ ਹੈ, ਇੱਕ ਅਦਬ ਹੈ ਉਸ ਚੀਜ਼ ਦਾ। ਤੇ ਬੱਚਿਆਂ ਨੂੰ ਕਈ ਵਾਰੀ ਇਸ ਤਰ੍ਹਾਂ ਲੱਗਦਾ ਹੈ ਕਿ ਸਿਰਫ ਮਤਲਬ ਕਿ ਅੱਗੋਂ ਸਤ ਵਚਨ ਕਹਿਣਾ, ਠੀਕ ਹੈ। ਤੇ ਉਹ ਕਈ ਵਾਰੀ ਬੇਟੀ ਕਹਿੰਦੀ ਕਿ ਜਦੋਂ ਕੋਈ ਗੱਲ ਕਰੋ ਨਾ ਸਤ ਵਚਨ ਦੀ, ਤੇ ਜਿੱਧਰੋਂ ਰੋਕਿਆ ਹੁੰਦਾ ਜਾਣਾ ਉੱਧਰ ਹੀ ਹੈ, ਜਾਣਾ ਉੱਧਰ ਹੀ ਹੈ, ਪਰ ਕਹਿ ਦੇਣਾ ਹੈ ਕਿ ਸਤ ਵਚਨ ਦੀ, ਠੀਕ ਹੈ ਨਾ। ਇਹਦਾ ਕਹਿਣ ਦਾ ਮਤਲਬ ਹੈ ਕਿ ਸਤ ਵਚਨ ਦਾ ਅੰਦਰੋਂ ਕਿ ਇੱਕ ਚੀਜ਼ ਕਿ ਜਿਹੜੀ ਚੀਜ਼ ਤੋਂ ਮਨਾ ਕਰ ਦਿੱਤਾ ਗਿਆ ਹੈ ਉਸ ਚੀਜ਼ ਤੋਂ ਮਨਾ ਹੋ ਗਿਆ, ਜਿਹੜੀ ਚੀਜ਼ ਕਰਨ ਨੂੰ ਕਹਿ ਦਿੱਤੀ ਗਈ ਹੈ ਉਹਦੇ 'ਤੇ ਕੋਈ ਸਵਾਲ ਨਹੀਂ, ਕੋਈ ਤਰਕ ਨਹੀਂ, ਕੋਈ ਕਿੰਤੂ ਪਰੰਤੂ ਨਹੀਂ, ਉਹ ਹੋਣਾ ਹੀ, ਉਹ ਹੈ ਸਤ ਵਚਨ। ਕਿ ਮਨ 'ਚ ਜੋ ਮਰਜ਼ੀ ਉੱਠ, ਮਨ 'ਤੇ ਚਲੋ ਮਨ ਦੀ ਕੋਈ ਐਸਾ ਦਰਵਾਜ਼ਾ ਨਹੀਂ ਹੈ ਕਿ ਜਿਹਨੂੰ ਤੁਸੀਂ ਸਵਾਲ ਆਉਣ ਤੋਂ ਜਾਂ ਕੁਛ ਉਹਨੂੰ ਰੋਕ ਸਕਦੇ ਹੋ। ਪਰ ਬਾਹਰਲੇ ਤੌਰ ਦੇ ਉੱਤੇ ਇੱਕ ਜਿਸ ਤਰ੍ਹਾਂ ਪਹਿਲੇ ਪਾਤਸ਼ਾਹ ਦੇ ਅੱਜ ਵਚਨ ਆਏ ਨੇ ਕਿ ਉਹਨਾਂ ਨੇ ਫਰਮਾਇਆ ਕਿ ਬਈ ਮੁਰਦਾ ਖਾਓ, ਪਿਆ ਸੀ ਉੱਥੇ ਵੀ ਪ੍ਰਸ਼ਾਦ ਆ ਗਿਆ ਸੰਗਤ ਵਾਸਤੇ ਖਾਓ। ਤੇ ਇੱਕ ਤਾਂ ਹੁੰਦਾ ਹੈ ਕਿ ਬਈ ਸਤ ਵਚਨ ਕਰਕੇ ਤੇ ਉਹਨੂੰ ਲੱਗ ਗਏ। ਹੁਣ ਮਨ 'ਚ ਸਵਾਲ ਆਏ ਹੋਣਗੇ, ਕਈ ਆਏ ਹੋਣਗੇ, ਪਰ ਉਹਨਾਂ ਨੇ ਹਾਂਜੀ ਮਹਾਰਾਜ ਜੀ ਹੁਕਮ ਕਰੋ ਕਿੱਧਰੋਂ ਕੰਮ, ਠੀਕ ਹੈ ਨਾ। ਤੇ ਇੱਕ ਹੁੰਦਾ ਹੈ ਕਿ ਕਈ ਨੇ ਕਹਿ ਕੇ ਵੀ ਉਸ ਚੀਜ਼ ਦਾ ਜਾਂ ਕਈ ਕਹਿਣਾ ਹੀ ਨਹੀਂ, ਉਹ ਚੀਜ਼ ਹੋਰ ਵੀ ਮਤਲਬ ਦੂਰ ਲੈ ਕੇ ਸਾਨੂੰ ਉਸ ਵਚਨ ਤੋਂ। ਤੇ ਉਸ ਚੀਜ਼ ਦੇ ਵਿੱਚ ਕਿੰਨਾ ਮਤਲਬ ਆਪਣੇ ਆਪ ਨੂੰ ਅਸੀਂ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਕਿ ਮਨ ਨੂੰ ਮੰਨਿਆ ਅਜੇ ਤੱਕ ਕਿ ਨਹੀਂ ਮੰਨਿਆ।
ਕਿਉਂਕਿ ਇਹਨੇ ਜੇ ਤੁਸੀਂ ਢਿੱਲਾ ਛੱਡ ਕੇ, ਮੈਂ ਕਈ ਵਾਰੀ ਦੱਸਿਆ ਹੈ, ਕਈ ਵਾਰੀ ਅਸੀਂ ਕਹਿੰਦੇ ਹਾਂ ਨਾ ਕਿ ਹਾਂਜੀ ਕੋਸ਼ਿਸ਼ ਹੋ ਰਹੀ, ਜਿਸ ਤਰ੍ਹਾਂ ਆਪਾਂ ਹੁਣੇ ਗੱਲ ਕੀਤੀ ਹੈ, ਮੈਂ ਕਈ ਵਾਰੀ ਕਹਿ ਚੁੱਕਿਆ ਹਾਂ ਠੀਕ ਹੈ, ਕੋਸ਼ਿਸ਼ ਵੀ ਚੰਗੀ ਲਫ਼ਜ਼ ਹੈ, ਕੋਸ਼ਿਸ਼ ਕਰਨੀ ਚਾਹੀਦੀ ਹੈ, ਪਰ ਜਦੋਂ ਤੱਕ ਤੁਸੀਂ ਪ੍ਰਣ ਨਹੀਂ ਕਰਦੇ ਉਦੋਂ ਤੱਕ ਕੋਸ਼ਿਸ਼ ਵੀ ਜਿਹੜੀਆਂ ਨਾਕਾਮ ਹੋਣ ਦੇ ਜ਼ਿਆਦਾ ਚਾਂਸ ਰਹਿੰਦੇ ਨੇ। ਕਿ ਮੈਂ ਕੋਸ਼ਿਸ਼ ਕੀਤੀ, ਕੋਸ਼ਿਸ਼ ਨਹੀਂ, ਜਦੋਂ ਅਸੀਂ ਪ੍ਰਣ ਕਰ ਲੈਂਦੇ ਹਾਂ ਤੇ ਫਿਰ ਬੜੇ ਬੜੀ ਚੀਜ਼ਾਂ ਜਿਹੜੀਆਂ ਨੇ ਸੰਭਵ ਹੋ ਜਾਂਦੀਆਂ। ਤੇ ਸੱਤ ਵਚਨ ਦੇ ਵਿੱਚ ਜਿਹੜੀ ਹੈ ਕਿ ਜਿਸ ਤਰ੍ਹਾਂ ਗੁਰਮਤਿ ਦੀ ਸੇਵਾ ਲੱਗਦੀ ਹੈ ਜਾਂ ਦਰਬਾਰ ਦੇ ਵਿੱਚ ਕਿਸੇ ਨੂੰ ਕੋਈ ਗੱਲ ਕੋਈ ਕਹੀ ਜਾਂਦੀ ਹੈ ਤੇ ਉਹਦਾ ਮਨ ਕਿੰਨਾ ਕੁ ਮੰਨਦਾ। ਜਿਸ ਤਰ੍ਹਾਂ ਹੁਣੇ ਕਿਸੇ ਨੂੰ ਕਿਹਾ ਜਾਵੇ ਕਿ ਸਾਹਮਣੇ ਹੀ ਇੱਕ ਬੰਦਾ ਖਲੋਤਾ ਦੂਸਰੇ ਨੂੰ ਕੋਈ ਮੰਦਾ ਬੋਲ ਲਿਆ ਹੈ ਤੇ ਉਹ ਕਹਿੰਦਾ ਜੀ ਇਹਨੇ ਮੈਨੂੰ ਗਾਲ ਕੱਢੀ ਹੈ, ਤੇ ਕਿਹਾ ਜਾਵੇ ਕਿ ਨਹੀਂ ਇਹਨੇ ਤੈਨੂੰ ਗਾਲ ਨਹੀਂ ਕੱਢੀ, ਇਹਨੇ ਤੇ ਤੇਰਾ ਅਦਬ ਕੀਤਾ ਹੈ, ਤੇ ਉਹ ਮਨ ਮੰਨੇਗਾ ਉਸ ਚੀਜ਼ ਨੂੰ ਕਿ ਠੀਕ ਹੈ ਸੱਤ ਵਚਨ ਜੀ, ਉਹ ਸਾਹਮਣੇ ਕੰਨਾਂ ਨੇ ਸੁਣਿਆ ਹੈ, ਸਭ ਕੁਝ ਕੀਤਾ ਹੈ, ਪਰ ਜੇ ਉਹਨੂੰ ਕਹਿ ਦਿੱਤਾ ਜਾਵੇ ਕਿ ਨਹੀਂ ਜੀ ਕੋਈ ਗੱਲ ਨਹੀਂ ਹੈਗੀ, ਤੇ ਉਹ ਸੱਤ ਵਚਨ ਅੱਗੋਂ ਅਸੀਂ ਕਰ ਸਕਦੇ ਹਾਂ? ਬੜਾ ਔਖਾ ਹੈ, ਕਹਿਣਾ ਬੜਾ ਸੌਖਾ ਹੈ, ਪਰ ਜਦੋਂ ਤੱਕ ਅਸੀਂ ਛੋਟੇ ਛੋਟੇ ਚੀਜ਼ਾਂ ਦੇ ਵਾਸਤੇ ਨਹੀਂ ਆਪਾਂ ਪ੍ਰਣ ਕਰਾਂਗੇ ਕਿ ਨਹੀਂ ਅੱਗੇ ਤੋਂ ਹੋਣ ਨਹੀਂ ਦੇਣਾ, ਤੇ ਕਿਸ ਤਰ੍ਹਾਂ ਹੋਏਗਾ। ਹਮੇਸ਼ਾ ਆਪਣਾ ਮੈਨੂੰ ਦੱਸੋ ਕਿ ਜਦੋਂ ਅੱਜ ਗੁਰਮਤਿ ਦੇ ਸਤਸੰਗ ਦੀ ਘੰਟੀ ਹੋਈ, ਕਿੰਨੇ ਜਣੇ ਪਹੁੰਚੇ ਸੀ ਉਸ? ਸਤਸੰਗ ਦੀ ਘੰਟੀ 10 ਮਿੰਟ ਦੇ ਬਾਅਦ 15 ਮਿੰਟ ਤੱਕ ਸਾਰੇ ਆ ਗਏ ਸੀ ਸਾਰੇ? ਉਸ ਤੋਂ ਬਾਅਦ ਕੋਈ ਆਇਆ? ਮੈਂ ਪ੍ਰਧਾਨ ਕੀ ਆਈ ਬਾਅਦ ਚ ਹੋਰ ਕੌਣ ਆਇਆ? ਬਿਲਡਿੰਗ ਮਿਸਤਰੀ ਹੋਰ ਹੋਰ ਬੀਬੀਆਂ ਦੇ ਪਾਸੋਂ? ਤੇਰੇ ਪਾਸ ਅੱਛਾ, ਕੌਣ ਬਾਹਰ ਡਿਊਟੀ ਤੇ ਕੌਣ ਖੜਾ ਸੀ? ਰਮਣੀ ਵੀ ਨਾਲ ਰਮਨ ਤੇ ਲਿਆ ਤਾਂ ਹਾਂਜੀ ਗੁਰਦਾਸ ਜੀ। ਭੈਣ ਜੀ ਗੁਰੂ ਸਤਸੰਗ ਸਟਾਫ ਦੇ ਵਿੱਚ ਆਏ ਆ, ਬਾਕੀ ਭੈਣ ਜੀ ਤੋਂ ਬਾਅਦ ਚ 2-3 ਜਣੇ ਆਏ, ਪਰ ਭੈਣ ਜੀ ਜਿਹੜੇ ਸਤਸੰਗ ਚੱਲਦੇ ਆਏ। ਅੱਛਾ ਜੀ, ਉਹ ਮੈਂ ਘਰੋਂ ਆਏ ਕਿਹਾ ਠੀਕ ਹੈ। ਮਤਲਬ ਕਿ ਜਿਹੜੇ ਡੇਰੇ ਵਾਲੇ ਸੀ ਉਹ ਉਹਨਾਂ ਦੀ ਜਿਹੜੀ ਹੈ ਉਹ ਸਾਰੇ ਆ ਗਏ ਸੀ। ਚਲੋ ਬਹੁਤ ਵਧੀਆ ਗੱਲ ਹੈ ਕਿ ਅਸੀਂ ਕੋਸ਼ਿਸ਼ ਕੀਤੀ ਹੈ ਉਹਨਾਂ ਉਸ ਟਾਈਮ ਤੱਕ ਪਹੁੰਚਣ ਦੀ। ਇਹ ਜਿਸ ਤਰ੍ਹਾਂ ਛੋਟੀ ਛੋਟੀਆਂ ਚੀਜ਼ਾਂ ਨੇ, ਦੇਖੋ ਜਦੋਂ ਅਸੀਂ ਪਹਿਲਾਂ ਅਣਗਹਿਲੀ ਕਰ ਰਹੇ ਸੀ ਕਿ ਕੋਈ ਗੱਲ ਨਹੀਂ, ਤੇ ਉਹਦੇ ਨਾਲ ਕੀ ਸਾਨੂੰ ਮਿਲਿਆ, ਲੇਕਿਨ ਅੱਜ ਅਸੀਂ ਜੇ ਉੱਥੇ ਪਹੁੰਚੇ ਹਾਂ ਉਸ ਚੀਜ਼ ਨੂੰ ਮੰਨਿਆ ਤੇ ਆਪਣੇ ਮਨ 'ਚ ਸ਼ਾਂਤੀ ਜ਼ਰੂਰ ਇਹ ਹੋਈ ਹੁੰਦੀ ਹੈ ਕਿ ਹਾਂ ਵੀ ਅਸੀਂ ਅੱਜ ਵਚਨ ਮੰਨਿਆ। ਆਪਣੇ ਅੰਦਰ ਇੱਕ ਠਹਿਰਾਵ ਜਿਹਾ ਹੁੰਦਾ ਕਿ ਹਾਂ ਬਈ ਅਸੀਂ ਸਟਾਰਟ ਕੀਤਾ, ਉਹਦੇ ਨਾਲ ਮਨੋਬਲ ਵੱਧਦਾ ਕਿ ਅਸੀਂ ਕਰ ਸਕਦੇ ਹਾਂ। ਐਸਾ ਕੁਛ ਨਹੀਂ ਹੈ ਕਿ ਨਹੀਂ ਕਰ ਨਹੀਂ ਸਕਦੇ। ਦੂਸਰੇ ਨੰਬਰ ਦੇ ਉੱਤੇ ਜਿਹੜੇ ਵਚਨ ਕਾਹਦੇ ਵਾਸਤੇ ਲਗਾਏ ਜਾਂਦੇ ਨੇ? ਕਿ ਪਿਆਰ ਵਾਸਤੇ, ਕਿ ਸਾਡਾ ਇਹ ਆਪਸੀ ਜਿਹੜਾ ਤਾਲਮੇਲ ਪਿਆਰ ਵਧੇ। ਹੁਣ ਕੱਲ੍ਹ ਅਸੀਂ ਸੇਵਾਦਾਰਾਂ ਦੀ ਕੋਈ ਮੀਟਿੰਗ ਸੀ, ਬੈਠੇ ਸੀ ਗੁਰਮਤਿ ਦੇ ਉਸ ਸੇਵਾ ਸੰਬੰਧੀ ਕੁਝ ਜੋ ਵੀ ਗੱਲਬਾਤ ਹੋ ਰਹੀ ਸੀ, ਤੇ ਬੱਚਿਆਂ ਨੂੰ ਪਤਾ ਹੋਏਗਾ ਕਿ ਕਿੰਨਾ ਟਾਈਮ ਅਸੀਂ ਬੈਠੇ ਸੀ। ਗੁਰਦਾਸ ਕਿੰਨਾ ਟਾਈਮ ਕੱਲ੍ਹ ਬੈਠੇ ਸੀ? ਮਤਲਬ 8 ਘੰਟੇ ਸਿਰਫ ਉੱਥੇ ਬੈਠ ਕੇ, ਸਿਰਫ ਇਹਨਾਂ ਚੀਜ਼ਾਂ ਦੇ ਉੱਤੇ ਲਗਾਤਾਰ 8 ਘੰਟੇ ਉੱਥੇ ਅਸੀਂ ਸਾਰੇ ਸੇਵਾਦਾਰ ਦੇ ਨਾਲ ਉੱਥੇ ਬੈਠ ਕੇ ਉਸ ਚੀਜ਼ ਬਾਰੇ ਗੱਲਬਾਤ ਕੀਤੀ। ਹੁਣ ਦੇਖੋ ਕਿ ਸਤਸੰਗ ਸਿਰਫ 40 ਮਿੰਟ 45 ਮਿੰਟ ਜਾਂ 1 ਘੰਟੇ ਦਾ ਹੁੰਦਾ ਹੈ, ਤੇ ਉਹਦੇ ਵਿੱਚ ਹੀ ਸਾਨੂੰ ਮਨ ਉਥਲ ਪੁਥਲ ਇੰਨੀ ਕਰਦਾ ਹੈ, ਠੀਕ ਹੈ ਨਾ। ਤੇ ਉੱਥੇ ਅਸੀਂ 8 ਘੰਟੇ ਸਾਨੂੰ ਬਹਿਣਾ ਪਿਆ ਉੱਥੇ ਸਾਰਿਆਂ ਨੂੰ, ਤੇ ਉਹਦੇ ਵਿੱਚ ਜੋ ਵੀ ਅਸੀਂ ਗੱਲਬਾਤ ਕੀਤੀ ਕਾਹਦੇ ਵਾਸਤੇ, ਸਿਰਫ ਅੱਗੇ ਵੀ ਬਹੁਤ ਵਾਰ ਅਸੀਂ ਬੈਠ ਚੁੱਕੇ ਹਾਂ, ਉਹਦੇ ਵਿੱਚ ਕੋਈ ਸੰਸਾਰੀ ਗੱਲਾਂ ਜਾਂ ਕੋਈ ਹੋਰ ਕੋਈ ਗੱਲ ਨਹੀਂ, ਸਿਰਫ ਅਨੁਸ਼ਾਸਨ ਦੀ ਹੀ ਗੱਲ ਜ਼ਿਆਦਾਤਰ ਚੱਲੀ ਕਿ ਅਜੇ ਤੱਕ ਅਨੁਸ਼ਾਸਨ ਨਹੀਂ ਬਣ ਰਿਹਾ। ਕਿਉਂਕਿ ਜੋ ਅਸੀਂ ਜੋ ਕਹਿੰਦੇ ਆ ਉਹ ਚੀਜ਼ ਸਾਡਾ ਮਨ ਨਹੀਂ ਮੰਨਦਾ ਹੈ, ਤੇ ਇਸ ਕਰਕੇ ਉਦੋਂ ਤੱਕ ਕੋਈ ਗੱਲਬਾਤ ਅੱਗੇ ਨਹੀਂ ਵਧੇਗੀ ਜਦੋਂ ਤੱਕ ਅਸੀਂ ਪ੍ਰਣ ਨਹੀਂ ਕਰਦੇ। ਕਿਉਂਕਿ ਸਤਿਗੁਰ ਕਰਮਾਂ ਦਾ ਲੇਖਾ ਜੋਖਾ ਮਿਟਾਉਂਦੇ ਨੇ, ਸਭ ਕੁਝ ਕਰਦੇ ਨੇ, ਬਦਲ ਦਿੰਦੇ ਨੇ, ਪਰ ਉਹਨਾਂ ਨੇ ਕਿਹਾ ਕਿ ਪਰੰਤੂ ਜਸ ਮੈਂ ਪੀਰ ਕੀ ਤੈਸੇ ਪੀਰ ਹਮਾਰ, ਜਿਸ ਜੈਸੀ ਕਰਨੀ ਕਰੀ ਤਾਸੇ ਤਿਸ ਵਿਵਹਾਰ। ਕਿ ਜਿਸ ਤਰ੍ਹਾਂ ਦੇ ਅਸੀਂ ਸਤਿਗੁਰਾਂ ਦੇ ਆ, ਉਸੇ ਤਰ੍ਹਾਂ ਦੇ ਗੁਰੂ ਸਾਡੇ ਨਾਲ ਨੇ, ਉਸੇ ਤਰ੍ਹਾਂ ਦੀ ਹੀ ਕਾਰਵਾਈ ਚੱਲਣੀ। ਤੇ ਕੋਸ਼ਿਸ਼ ਕਰੀਏ ਕਿ ਸਤਿਗੁਰਾਂ ਦੇ ਬਚਨ 'ਚ ਆ ਸਕੀਏ,
ਬਾਕੀ ਸਾਰੇ ਆਪਣੇ ਆਪਣੇ ਮਨ ਦੀ ਹਾਲਤ ਨੂੰ ਜਾਣਦੇ ਨੇ ਕਿ ਕਿੰਨੀ ਕਿੰਨੀ ਅਸੀਂ ਕੋਸ਼ਿਸ਼ ਕੀਤੀ ਹੈ ਤੇ ਕਿੰਨੀ ਅਸੀਂ ਕਾਮਯਾਬ ਹੋਏ ਹਾਂ। ਬੈਠ ਜਾਓ। ਤੇ ਜਿਹੜੇ ਬੱਚੇ ਅਜੇ ਵੀ ਉਹਨਾਂ ਨੂੰ ਲੱਗ ਰਿਹਾ ਹੈ ਕਿਸੇ ਤਰ੍ਹਾਂ ਦਾ ਕੋਈ ਵੱਧ ਘੱਟ ਲੱਗ ਰਹੀ ਹੈ, ਉਹਨਾਂ ਨੂੰ ਬੇਨਤੀ ਹੈ ਪਿਆਰ ਨਾਲ ਕਿ ਇਸ ਚੀਜ਼ 'ਚ ਸਹਿਯੋਗ ਦੇਣ ਤੇ ਆਪਣਾ ਵੀ ਕੁਝ ਸਵਾਰ ਲੈਣ ਤੇ ਬਾਕੀਆਂ ਦਾ ਵੀ ਸਵਾਰ ਦੇਣ। ਕਿਉਂਕਿ ਇੱਕ ਬੰਦਾ ਅਨੁਸ਼ਾਸਨ ਤੋੜਦਾ ਹੈ ਜਾਂ ਕਾਨੂੰਨ ਤੋੜਦਾ ਹੈ, ਮੈਨੂੰ ਤਾਂ ਕਹਿੰਦਾ ਕਿ ਸ਼ਰਾਬ ਪੀ ਕੇ ਗੱਡੀ ਚਲਾਉਣਾ ਮਨਾ ਹੈ। ਇੱਕ ਬੰਦਾ ਸ਼ਰਾਬ ਪੀ ਕੇ ਗੱਡੀ ਚਲਾਉਂਦਾ, ਉਹ ਇਕੱਲਾ ਆਪਣਾ ਨੁਕਸਾਨ ਨਹੀਂ ਕਰਦਾ, ਹੋਰ ਵੀ ਕਈਆਂ ਦਾ ਨੁਕਸਾਨ ਕਰਦਾ ਹੈ। ਤੇ ਇਸ ਕਰਕੇ ਉਹ ਵੀ ਬੇਨਤੀ ਹੈ ਕਿ ਜਿਹੜੇ ਵੀ ਅਨੁਸ਼ਾਸਨ ਤੋਂ ਬਾਹਰ ਕੋਈ ਚੱਲ ਰਹੇ ਨੇ, ਉਹ ਪ੍ਰਣ ਕਰ ਲੈਣ ਕਿ ਨਹੀਂ ਵੀ ਅਸੀਂ ਨਹੀਂ ਕਰਨਾ ਇਸ ਚੀਜ਼ ਤੋਂ ਬਾਅਦ, ਠੀਕ ਹੈ ਨਾ। ਕਿਉਂਕਿ ਬਾਕੀਆਂ ਨੂੰ ਵੀ ਪਿਆਰ ਦੇ ਨਾਲ ਉਸ ਚੀਜ਼ 'ਚ ਚੱਲਿਆ ਜਾਵੇ। ਤੇ ਬਾਕੀ ਆਲਤੀ ਫਾਲਤੂ ਦੀਆਂ ਗੱਲਾਂ ਕੋਈ ਕਰਨ ਵਾਸਤੇ ਨਹੀਂ ਕੋਸ਼ਿਸ਼ ਕਰਨੀ ਜਿੰਨੇ ਵੀ, ਕਿਉਂਕਿ ਬੜਾ ਟਾਈਮ ਜਿਹੜਾ ਇਸ ਤਰ੍ਹਾਂ ਦੇ ਲੰਘਿਆ। ਅੱਜ ਤੋਂ ਪ੍ਰਣ ਕਰੀਏ ਕਿ ਸਤਿਗੁਰਾਂ ਦੇ ਵਚਨਾਂ ਦੇ ਮੁਤਾਬਕ ਹੀ ਅਸੀਂ ਚੱਲਣਾ ਹੈ। ਫਾਲਤੂ ਇੱਧਰ ਉੱਧਰ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹਦੇ ਵਿੱਚ ਟਾਈਮ ਵੇਸਟ ਨਾ ਹੋਵੇ। ਤੇ ਸਤਿਗੁਰਾਂ ਦੇ ਜੋ ਵਚਨ ਆਏ ਨੇ ਬੜੇ ਪਿਆਰ ਦੇ ਨਾਲ ਅਸੀਂ ਸੁਣੀ। ਕੀ ਫਰਮਾਇਆ ਉਹਨਾਂ ਨੇ? ਜਿਸ ਜਲ ਨਿਤ ਕਾਰਣ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਹੁਣ ਇਹ ਤੇ ਯਕੀਨ ਨੇ, ਇਸ ਗੱਲ ਦਾ ਭਰੋਸਾ ਹੈ ਕਿ ਜਿਸ ਕੰਮ ਵਾਸਤੇ ਅਸੀਂ ਆਏ ਹਾਂ ਉਹ ਸਾਡੇ ਕੋਲ ਇੰਨੀ ਤਾਕਤ ਨਹੀਂ ਉਸ ਚੀਜ਼ ਨੂੰ ਪਾਉਣ ਵਾਸਤੇ। ਜਦੋਂ ਤੱਕ ਸਤਿਗੁਰ ਦਇਆ ਕਿਰਪਾ ਨਹੀਂ ਕਰਨਗੇ ਅਸੀਂ ਉਸ ਅੰਮ੍ਰਿਤ ਤੱਕ ਨਹੀਂ ਪਹੁੰਚ ਸਕਦੇ। ਤੇ ਉਹਨਾਂ ਨੇ ਸਾਫ਼ ਹੀ ਫਰਮਾ ਦਿੱਤਾ ਕਿ ਸੋ ਅੰਮ੍ਰਿਤ ਗੁਰ ਤੇ ਪਾਹੀ ਜੀ, ਕਿ ਉਹ ਗੁਰੂ ਦੇ ਪਾਸ ਹੀ ਹੈ ਤੇ ਉਹਨਾਂ ਦੇ ਕੋਲੋਂ ਹੀ ਪ੍ਰਾਪਤ ਹੋਣਾ ਹੈ। ਪਰ ਕਿਸ ਤਰ੍ਹਾਂ ਪ੍ਰਾਪਤ ਹੋਣਾ ਹੈ ਉਹਦੇ ਬਾਰੇ ਸਾਨੂੰ ਅੱਗੇ ਦੱਸ ਰਹੇ। ਹਾਂਜੀ। ਛੋਡੋ ਵੇਸ ਭੇਖ ਚਤਰਾਈ, ਦੁਬਦਾ ਇਹ ਫਲ ਨਾਹੀ ਜੀਓ। ਹੁਣ ਸਾਫ਼ ਹੀ ਉਸ ਗੱਲ ਦਾ ਕਲੀਅਰ ਕਰ ਦਿੱਤਾ ਗਿਆ ਹੈ ਕਿ ਬਈ ਅਬ ਗੁਰੂ ਦੇ ਪਾਸ ਤੇ ਸਾਰੀਆਂ ਰਹਿਮਤਾਂ ਨੇ, ਗੁਰੂ ਦੇ ਪਾਸ ਤੇ ਸਾਰੇ ਖਜ਼ਾਨੇ ਨੇ, ਪਰ ਮਿਲਣੇ ਕਿਹਨੂੰ ਨੇ? ਕਿਉਂ ਗੁਰੂ ਦੇ ਪਾਸ ਆ ਕੇ ਵੀ ਸਾਡੀਆਂ ਝੋਲੀਆਂ ਖਾਲੀ ਰਹਿੰਦੀਆਂ ਨੇ? ਕਿਉਂ ਮਨ ਦੇ ਜਿਹੜੇ ਰੋਣੇ ਪਿੱਟਣੇ ਜਿਹੜੇ ਬੰਦ ਨਹੀਂ ਹੁੰਦੇ? ਕਿਉਂ ਸਾਡੇ ਕਲੇਸ਼ ਜਿਹੜੇ ਖਤਮ ਨਹੀਂ ਹੁੰਦੇ? ਉਹ ਕਾਹਦੇ ਕਰਕੇ ਆ? ਕਿਉਂ ਕਹਿੰਦੇ ਕਿ ਜੇ ਉਹਨੂੰ ਕਰਨਾ ਚਾਹੁੰਦੇ ਹੋ, ਗੁਰੂ ਦੇ ਪਾਸੋਂ ਉਹ ਧਨ ਲੈਣਾ ਚਾਹੁੰਦੇ ਹੋ, ਤੇ ਫਰਮਾਇਆ ਕਿ ਛੋੜੋ ਵੇਸ ਭੇਖ ਚਤੁਰਾਈ, ਦੁਬਦਾ ਇਹ ਫਲ ਨਾਹੀ ਜੀਓ। ਜੇ ਗੁਰੂ ਦੇ ਪਾਸੋਂ ਪ੍ਰਾਪਤ ਕਰਨਾ ਚਾਹੁੰਦੇ ਹੋ ਤੇ ਪਹਿਲਾਂ ਜਿਹੜਾ ਵੇਸ਼ ਬਣਾਏ ਨੇ, ਜਿਹੜੇ ਬਾਹਰ ਦੇ ਜੋ ਅਸੀਂ ਓਰੀਜਨਲ ਹੈਗੇ ਆ, ਓਰੀਜਨਲ ਜੋ ਹੈਗੇ ਆ ਉਹ ਪੇਸ਼ ਹੋਈ। ਵੇਸ਼ ਬਣਾ ਕੇ ਜਾਂ ਬਾਹਰ ਦੇ ਭੇਖ ਬਣਾ ਕੇ ਨਹੀਂ ਕਿਸੇ ਤਰ੍ਹਾਂ ਦਾ। ਬੜੇ ਭੇਖ ਇੱਥੇ ਦੁਨੀਆ ਤੇ ਚੱਲਦੇ ਨੇ, ਪਰ ਅਸੀਂ ਕੀ ਲੈਣਾ ਕਿਸੇ ਤੋਂ? ਮੈਂ ਪਿਛਲੀ ਵਾਰੀ ਬੇਨਤੀ ਕੀਤੀ ਸੀ ਕਿ ਇਹ ਬੇਨਤੀ ਸਾਡੀ ਨਹੀਂ। ਸਾਡੀ ਦਾ ਮਤਲਬ ਕਿ ਸਾਡੇ ਹਿਰਦੇ ਚੋਂ ਨਹੀਂ ਨਿਕਲ ਰਹੀ। ਅਸੀਂ ਤਾਂ ਲਫ਼ਜ਼ ਜਿਹੜੇ ਨੇ ਇੱਕ ਪੜ੍ਹ ਰਹੇ ਹਾਂ, ਕਿਤਾਬਾਂ 'ਚ ਲਿਖੇ ਨੇ, ਬੜੇ ਪ੍ਰਕਾਰ ਦੀਆਂ ਬੇਨਤੀਆਂ ਨੇ, ਅਰਦਾਸਾਂ ਨੇ। ਹਰ ਇੱਕ ਧਰਮ ਦੇ ਕੋਈ ਨਾ ਕੋਈ ਪ੍ਰਾਰਥਨਾ, ਅਰਦਾਸ, ਬੇਨਤੀ ਜਿਹੜੀ ਇਹ ਦੱਸੀਏ, ਅਸੀਂ ਅਲੱਗ ਅਲੱਗ ਉਹਨਾਂ ਨੂੰ ਪੜ੍ਹਦੇ ਹਾਂ। ਲੇਕਿਨ ਜਦੋਂ ਤੱਕ ਸਾਨੂੰ ਪੜ੍ਹਨ ਤੋਂ ਫੁਰਸਤ ਮਿਲ ਕੇ ਉਹਨੂੰ ਕਰਨ ਦੀ ਜਾਚ ਆਏਗੀ, ਇਕੱਲੀ ਪੜ੍ਹਨਾ ਨਹੀਂ, ਉਹਨੂੰ ਬੇਨਤੀ ਨੂੰ ਕਰਨਾ ਹੈ। ਤੇ ਕਰਨੀ ਕਿਸ ਤਰ੍ਹਾਂ ਹੈ? ਉਹ ਹਿਰਦੇ ਤੋਂ ਕਰਨੀ ਹੈ। ਜਦੋਂ ਤੱਕ ਉਹ ਸਾਡੇ ਹਿਰਦੇ ਤੋਂ ਉਹ ਚੀਜ਼ ਨੂੰ ਮਨ ਮੰਨੇਗਾ ਹੀ ਨਹੀਂ, ਤੇ ਉਸ ਚੀਜ਼ ਦੇ ਨਾਲੋਂ ਉਹ ਜਿਸ ਤਰ੍ਹਾਂ ਭੁੱਖ ਲੱਗਦੀ ਹੈ ਤੇ ਉਹ ਚੀਜ਼ ਇੱਕ ਜਿਹੜੀ ਤੜਫ ਜਿਹੜੀ ਉਹ ਹੁੰਦੀ ਹੈ ਕੁਛ ਹੋਰ ਤਰ੍ਹਾਂ ਦੀ ਹੁੰਦੀ ਹੈ। ਇੱਕ ਬੰਦਾ ਨਾਟਕ ਕਰਦਾ ਹੈ ਤੇ ਉਹਦਾ ਚਿਹਰੇ ਤੋਂ ਪਤਾ ਲੱਗ ਜਾਂਦਾ ਹੈ ਕਿ ਕਿੰਨੀ ਕਿਹਨੂੰ ਉਸ ਚੀਜ਼ ਦੀ ਭੁੱਖ ਹੈ। ਇੱਕ ਬੰਦੇ ਨੇ ਤੁਸੀਂ ਸੋਚ ਕੇ ਵੇਖੋ, ਇਮੈਜਿਨ ਕਰੋ ਕਿ 8-10 ਦਿਨ ਰੋਟੀ ਨਾ ਖਾਧੀ ਹੋਵੇ, ਉਹ ਬੰਦੇ ਦੀ ਕੀ ਹਾਲਤ ਹੋਏਗੀ? ਉਹਨੂੰ ਦੇਖ ਕੇ ਪਤਾ, ਦੂਰੋਂ ਪਤਾ ਚੱਲ ਜਾਂਦਾ ਕਿ ਇਹਦੀ ਹਾਲਤ ਕੀ ਹੈ, ਔਰ ਉਹਦੇ ਮੰਗਣ ਦੇ ਵਿੱਚ ਜੋ ਦਰਦ ਹੁੰਦਾ ਹੈ ਉਹ ਵੀ ਪਤਾ ਚੱਲ ਜਾਂਦਾ ਹੈ। ਹੁਣ ਇੱਕ ਬੰਦੇ ਨੇ ਤੂੰ ਸੜ ਕੇ ਰੋਟੀ ਜਾਂ ਪੇਟ ਭਰਿਆ ਹੋਵੇ ਜਾਂ ਕਿਸੇ ਚੀਜ਼ਾਂ ਨਾਲ ਵੀ, ਔਰ ਉਤੋਂ ਸ਼ੋਅ ਕਰੇ ਕਿ ਮੈਂ ਤਾਂ ਦੇਖੋ ਜੀ ਰੋਟੀ ਨਹੀਂ ਖਾਧੀ, ਉਹਦੀ ਆਵਾਜ਼ ਤੋਂ ਵੀ ਤੇ ਉਹਦੇ ਚਿਹਰੇ ਤੋਂ ਪਤਾ ਚੱਲ ਜਾਂਦਾ ਹੈ ਕਿ ਇਹਨੂੰ ਅਜੇ ਨਹੀਂ ਉਹ ਗੱਲ ਨਹੀਂ ਬਣੀ। ਹੁਣ ਅਸੀਂ ਕਹਿੰਦੇ ਤਾਂ ਸਾਰੇ ਕਿ ਸਾਨੂੰ ਉਹ ਨਾਮ ਦੀ ਪ੍ਰਾਪਤੀ ਹੋਵੇ, ਸਾਨੂੰ ਉਹ ਦਰਸ਼ਨਾਂ ਦੀ ਪ੍ਰਾਪਤੀ ਹੋਵੇ, ਸਾਨੂੰ ਉਹ ਨਾਮ
ਪ੍ਰਗਟ ਹੋ ਜਾਵੇ, ਸਾਨੂੰ ਉਸ ਤਾਕਤ ਨਾਲ ਮਿਲਾਪ ਹੋ ਜਾਵੇ। ਪਰ ਉਹ ਜਿਹੜੀ ਗੱਲ ਬਣਦੀ ਕਿਉਂ ਨਹੀਂ, ਉਹ ਕਹਿੰਦੇ ਛੋੜੋ ਵੇਸ ਭੇਖ ਚਤੁਰਾਈ। ਕਹਿੰਦੇ ਕਿ ਹਜੇ ਤੱਕ ਹੋਰ ਚੀਜ਼ਾਂ ਦੀ ਚਾਹਤ ਹੈ, ਦੁਨੀਆ ਦੀ ਮਾਣ ਵਡਿਆਈ, ਸ਼ੌਹਰਤ, ਪੈਸਾ, ਕਈ ਚੀਜ਼ਾਂ ਦੀ ਅਜੇ ਉਹ ਭੁੱਖ ਹੈਗੀ ਹੈ। ਗੁਰੂ ਦੇ ਨਾਮ ਦੀ ਤਾਂ ਅਜੇ ਭੁੱਖ ਹੀ ਨਹੀਂ ਹੈਗੀ, ਗੁਰੂ ਨਾਲ ਮਿਲਣ ਦੀ ਤਾਂ ਅਜੇ ਤੜਪ ਹੀ ਨਹੀਂ ਹੈਗੀ, ਗੁਰੂ ਦੇ ਨਾਲ ਇੱਕ ਮਿਕ ਹੋ ਜਾਣ ਦੀ ਇਹਦੇ ਮਨ ਦੇ ਵਿੱਚ ਕੋਈ ਚਾਹਤ ਹੀ ਨਹੀਂ ਹੈਗੀ। ਅਜੇ ਤੇ ਦੁਨੀਆ ਨੂੰ ਵੇਖਣ ਦਾ, ਦੁਨੀਆ ਨੂੰ ਭੋਗਣ ਦਾ ਇਹਦੇ ਮਨ ਦੇ ਵਿੱਚ ਉਹ ਹੈਗਾ ਏ। ਅਜੇ ਤੇ ਉਹ ਜਿਹੜਾ ਵਿਰਾਗ ਪੈਦਾ ਹੀ ਨਹੀਂ ਹੋਇਆ ਕਿ ਇਹ ਦੁਨੀਆ ਤੇ ਬਈ ਮਿੱਟੀ ਮੇਰੇ ਵਾਸਤੇ, ਇੱਕ ਰਾਤ ਦਾ ਘੇਰਿਆ ਬਈ ਮੈਨੂੰ ਤਾਂ ਗੁਰੂ ਚਾਹੀਦਾ। ਜਦੋਂ ਤੱਕ ਉਹ ਸਾਡੇ ਅੰਦਰ ਚਾਹਤ ਨਹੀਂ ਹੋਏਗੀ, ਉਦੋਂ ਤੱਕ ਅਸੀਂ ਚੱਲਾਂਗੇ ਕਿੱਦਾਂ? ਅਸੀਂ ਉਦੋਂ ਤੱਕ ਰਸੋਈ ਵੱਲ ਨਹੀਂ ਜਾਂਦੇ, ਭਾਵੇਂ ਸਭ ਕੁਝ ਪਿਆ ਹੁੰਦਾ, ਪਰ ਜਦੋਂ ਤੱਕ ਭੁੱਖ ਨਹੀਂ ਲੱਗਦੀ, ਕੌਣ ਰਸੋਈ 'ਚ ਕੋਈ ਬਹਿੰਦਾ? ਭਾਵੇਂ ਸਭ ਕੁਝ ਉੱਥੇ ਖਜ਼ਾਨੇ, ਸਭ ਕੁਝ ਖਾਣ ਦੇ ਸ਼ਕਤੀ ਸਾਧਨ ਪਏ ਨੇ, ਪਰ ਜਾਂਦੇ ਉਦੋਂ ਹੀ ਨੇ ਜਦੋਂ ਸਾਨੂੰ ਭੁੱਖ ਲੱਗਦੀ। ਨਹੀਂ ਜੇ ਪਿਆ ਤੇ ਪਿਆ, ਉਹਦਾ ਕੀ ਫਾਇਦਾ? ਜਿਹਨੂੰ ਭੁੱਖ ਲੱਗਦੀ ਉਹ ਜਾ ਕੇ ਆਪਣਾ ਉਹ ਕਰ ਲੈਂਦਾ। ਇਸੇ ਤਰ੍ਹਾਂ ਗੁਰੂ ਦੇ ਪਾਸ ਤੇ ਸਾਰੇ ਖਜ਼ਾਨੇ ਹੈ, ਪਰ ਉਹਦੇ ਕੋਲ ਜਾਏਗਾ ਕੌਣ? ਜਿਹਨੂੰ ਭੁੱਖ ਲੱਗੇਗੀ। ਅਜੇ ਬਾਹਰਲਾ ਅਸੀਂ ਜਿਹੜਾ ਉਹ ਕਰ ਰਹੇ ਹਾਂ, ਇਹ ਸਤਿਗੁਰ ਫਰਮਾ ਰਹੇ ਨੇ ਕਿ ਨਹੀਂ, ਇਹ ਨਹੀਂ। ਕਿਉਂਕਿ ਉਹਨਾਂ ਨੇ ਵਚਨ ਦੇਖੋ, ਕਦੋਂ ਉਹਨਾਂ ਨੇ ਬਾਣੀ ਲਿਖੀ, ਕਦੋਂ ਉਹਨਾਂ ਨੇ ਫਰਮਾ ਦਿੱਤਾ ਕਿ ਛੋੜੋ ਵੇਸ। ਛੋੜੋ ਦਾ ਮਤਲਬ ਕਿ ਕੁਝ ਫੜਿਆ ਸੀ ਤੇ ਤਾਂ ਹੀ ਉਹਨਾਂ ਨੇ ਕਿਹਾ ਛੋੜੋ, ਕਿਉਂਕਿ ਉਹ ਅੰਤਰਜਾਮੀ ਨੇ, ਉਹ ਜੁਗਾਂ ਦੀ ਜਾਣਦੇ ਨੇ, ਉਹਨਾਂ ਨੂੰ ਪਤਾ ਉਸ ਚੀਜ਼ ਦਾ। ਇਸ ਕਰਕੇ ਉਹਨੇ ਫਰਮਾਇਆ ਛੋੜੋ ਵੇਸ, ਕਿ ਇਹ ਇਹਨਾਂ ਨੂੰ ਛੱਡ ਦਿਓ, ਜੋ ਤੁਸੀਂ ਫੜ ਕੇ ਬੈਠੇ ਪਏ ਹੋ ਉਹਨੂੰ ਛੱਡ ਦਿਓ। ਲੇਕਿਨ ਛੱਡਣ ਲੱਗਿਆ ਦਿੱਕਤ ਹੁੰਦੀ, ਜਿਹੜੀ ਪੁਰਾਣੀ ਕੋਈ ਇੰਨੀ ਚੀਜ਼ ਫੜੀ ਹੋਵੇ ਉਹਨੂੰ ਬਈ ਐਂ ਜਿਸ ਨਾਲ ਜਾਨ ਨਿਕਲਦੀ ਛੱਡਣ ਲੱਗਿਆ। ਪਰ ਜੇ ਸਤਿਗੁਰਾਂ ਦੇ ਬਚਨਾਂ ਦੀ ਸਮਝ ਲੱਗਦੀ ਹੋਵੇ ਤੇ ਫਿਰ ਬਈ ਪਤਾ ਚੱਲ ਜਾਏਗਾ ਕਿ ਜੋ ਅਸੀਂ ਫੜ ਕੇ ਬੈਠੇ ਆ ਇਹ ਤਾਂ ਕੋਈ ਹੈ ਹੀ ਨਹੀਂ, ਇਹ ਤਾਂ ਉਦਾਂ ਹੀ ਛੁੱਟ ਜਾਣੀਆਂ, ਕੁਛ ਨਹੀਂ ਹੈਗਾ, ਇਹ ਤੇ ਬਸ ਛਲਾਵਾ ਹੈ। ਤੁਸੀਂ ਸੋਚੋ ਕਿ ਇੱਥੇ ਦੁਨੀਆ ਦੇ ਉੱਤੇ ਬੜੇ ਬੜੇ ਰਾਜੇ ਮਹਾਰਾਜੇ ਵੀ ਹੋਏ। ਇੱਕ ਬੰਦਾ ਜਿਹੜਾ ਹੁੰਦਾ ਹੈ, ਜਦੋਂ ਉਹਨੇ ਕੋਈ ਚੰਗਾ ਕੰਮ ਕੀ, ਜੋ ਵੀ ਹੋਵੇ, ਬਾਹਰ ਦੀਆਂ ਕੋਈ ਵਡਿਆਈਆਂ ਨੇ, ਜਦੋਂ ਉਹ ਇੱਕ ਦਿਨ ਦੀ ਫੋਟੋ ਲੱਗੀ ਹੋਈ ਹੁੰਦੀ ਹੈ ਦੀਵਾਰ ਤੇ, ਵੱਧ ਤੋਂ ਵੱਧ ਦੂਸਰੀ ਪੀੜ੍ਹੀ, ਤੀਸਰੀ ਪੀੜ੍ਹੀ ਤੱਕ ਉਹ ਫੋਟੋ ਲੱਗ ਕੇ ਉੱਥੇ ਹੋਰ ਲੱਗ ਜਾਂਦੀਆਂ ਨੇ, ਪੁਰਾਣੀਆਂ ਲੱਗ ਜਾਂਦੀਆਂ। ਕਿਸੇ ਨੂੰ ਵੱਧ ਤੋਂ ਵੱਧ ਆਪਣੇ ਦਾਦੇ ਤੱਕ, ਪੜਦਾਦਿਆਂ ਦੇ ਨਾਵਾਂ ਦਾ ਹੀ ਨਹੀਂ ਪਤਾ ਕਿ ਪੜਦਾਦੇ ਜਾਂ ਅੱਗੇ ਹੋਰ ਕੀ ਹੋਇਆ ਸੀ। ਕੀ ਕਰਾਂਗੇ ਉੱਥੇ? ਇਹਨਾਂ ਚੀਜ਼ਾਂ ਨੂੰ ਲੈ ਕੇ ਕੀ ਕਰਾਂਗੇ ਅਸੀਂ? ਪਰ ਜਿਨ੍ਹਾਂ ਨੇ ਉਹਨਾਂ ਸਤਿਗੁਰਾਂ ਦਾ ਨਾਮ ਜਪਿਆ, ਜਿਹੜੇ ਉਹਨਾਂ ਦੇ ਪਿਆਰੇ ਹੋ ਗਏ, ਉਹਨਾਂ ਦੇ ਰਹਿੰਦੀ ਦੁਨੀਆ ਤੱਕ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਪਾਪ ਪਾਉਣਾ ਵਾ ਤੇ ਅਸਲੀ ਚੀਜ਼ ਨੂੰ ਪਾ ਦਈਏ, ਬਾਕੀ ਇਹੀ ਕਿ ਉਹਦੇ ਨਾਲ ਪਤਾ ਤਾਂ ਚੱਲੇ ਕਿ ਕੋਈ ਚੀਜ਼ ਪਾਈ ਹੈ। ਤੁਹਾਨੂੰ ਫਰਮਾਇਆ ਕਿ ਛੋੜੋ ਵੇਸ ਭੇਖ ਚਤੁਰਾਈ। ਕਹਿੰਦੇ ਕਿ ਭੇਖ ਨਾਲ, ਚਤੁਰਾਈਆਂ ਨਾਲ ਇਹ ਗੱਲ ਨਹੀਂ ਬਣਨੀ। ਤੇ ਉਹਨਾਂ ਨੂੰ ਅੱਗੇ ਫਰਮਾਇਆ ਦੁਬਦਾ ਇਹ ਫਲ ਨਹੀਂ ਜੀਓ। ਦੁਬਦਾ ਵੀ ਜਿਹੜੀ ਹੈ ਸਾਡੇ ਮਨ ਦੀ, ਜਿਹੜੀ ਦੁਬਦਾ ਜਿਹੜੀ ਜਦੋਂ ਤੱਕ ਨਹੀਂ ਮਿਟਦੀ, ਕਿਉਂਕਿ ਕਈ ਵਾਰੀ ਦਿਲ ਕਰਦਾ ਵੀ ਹੈ ਵਚਨ ਮੰਨਣ ਦਾ ਕਿ ਨਹੀਂ, ਕੀ ਰੱਖਿਆ ਤੁਸੀਂ, ਪਤਾ ਨਹੀਂ ਲੱਗਦਾ, ਠੋਕਰਾਂ ਲੱਗਦੀਆਂ ਨੇ। ਜਿਨ੍ਹਾਂ ਨੂੰ ਮਨ ਆਪਣਾ ਸਮਝੀ ਬੈਠਾ ਹੈ, ਕਿਸੇ ਵੇਲੇ ਬਹੁਤ ਉਹਨਾਂ ਰਿਸ਼ਤੇ ਪਿਆਰੇ ਲੱਗਦੇ ਨੇ, ਬੜਾ ਇਹ ਘੁੱਟ ਮਿਲਦਾ ਹੈ ਕਿ ਬਈ ਇਹ ਚੀਜ਼ਾਂ ਨੇ, ਫਿਰ ਇੱਕ ਟਾਈਮ ਆਉਂਦਾ ਹੈ ਪਤਾ ਚੱਲਦਾ ਹੈ ਕਿ ਨਹੀਂ ਤੇ ਕੁਛ ਵੀ ਨਹੀਂ ਹੈਗਾ। ਉਹ ਸਭ ਕੁਝ ਦਿਖਾਉਂਦੇ ਨੇ, ਸਭ ਕੁਝ ਦਿਖਾਉਂਦੇ ਨੇ। ਉਦੋਂ ਕਹਿੰਦਾ ਹੈ ਕਿ ਹਾਂ ਦੁਨੀਆ 'ਚ ਕੁਛ ਨਹੀਂ ਹੈਗਾ, ਕੁਛ ਨਹੀਂ ਦੁਨੀਆ 'ਚ ਹੈਗਾ, ਕੋਈ ਆਪਣਾ ਨਹੀਂ ਹੈ, ਨਾ ਕੋਈ ਭੈਣ ਭਰਾ, ਨਾ ਮਾਂ ਬਾਪ, ਨਾ ਕੋਈ ਰਿਸ਼ਤੇਦਾਰ, ਇੱਥੇ ਦੀ ਸਿਰਫ ਗੁਰੂ ਹੀ ਹੈ। ਕਹੀਂ ਤਕਰੀਬਨ ਹਰ ਇੱਕ ਦੀ ਜ਼ਿੰਦਗੀ 'ਚ ਇੱਕ ਨਾ ਇੱਕ ਟਾਈਮ ਐਸਾ ਜ਼ਰੂਰ ਆਉਂਦਾ ਹੈ ਜਦੋਂ ਇਹ ਆਪਣੀ ਜ਼ੁਬਾਨ ਤੋਂ, ਆਪਣੇ ਹੱਥ ਕਹਿੰਦਾ ਕਿ ਹਾਂ ਮੈਂ, ਉਹ ਤੋਂ ਬਗੈਰ ਕੋਈ ਨਹੀਂ ਹੈਗਾ। ਪਰ ਫਿਰ ਮਾਇਆ ਆਪਣਾ ਕੰਮ ਕਰਦੀ ਰਹਿੰਦੀ ਹੈ, ਫਿਰ ਉਹ ਮਨ ਦੇ ਵਿੱਚ ਉਹੀ ਆਉਂਦਾ, ਫਿਰ ਉਹ ਕਹਿੰਦੇ ਦੁਬਦਾ ਪੈਂਦੀ ਹੈ। ਸਭ ਕੁਝ ਉਹ ਚੀਜ਼ ਦਾ ਇੱਕ ਟਾਈਮ ਆਉਂਦਾ, ਪਤਾ ਲੱਗ ਜਾਂਦਾ ਹੈ, ਫਿਰ ਇਹ ਕਹਿੰਦਾ ਹੈ ਨਹੀਂ। ਫਿਰ ਉਹਨੂੰ ਛੱਡ ਕੇ, ਉਸ ਸੱਚੇ ਨੂੰ ਛੱਡ ਕੇ ਇਹ ਝੂਠਿਆਂ ਵੱਲ ਫਿਰ ਉਹ ਚੱਲਣਾ ਸ਼ੁਰੂ ਹੁੰਦਾ ਹੈ, ਫਿਰ ਮਾਰ ਖਾਂਦਾ ਹੈ। ਜੇ ਸਤਿਗੁਰੂ ਨੇ ਫਰਮਾਇਆ ਸੀ ਹੀਰਾ ਜਿਹੜਾ ਆ ਤਲੀ 'ਚ ਰੱਖਿਆ, ਚੱਟੀ ਵੀ ਜਾਂਦਾ, ਪਿੱਟੀ ਵੀ ਜਾਂਦਾ। ਸਤਿਗੁਰੂ ਨੇ ਫਰਮਾਇਆ ਕਿ ਜੇ ਬਈ ਪਤਾ ਵਾ ਕਿ ਇਹਨੇ ਜਾਨ ਜਾਂਦੀ ਤੇ ਉਹਨੂੰ ਸੁੱਟ ਦੇਵੇ, ਉਹਨੂੰ। ਪਰ ਸੁੱਟਣ ਨੂੰ ਹੀ ਉਹਦੀ ਐਂ ਲੱਗਦਾ ਇੱਦਾਂ ਕਿ ਬੜੀ ਕੀਮਤ ਹੈ। ਉਹ ਉਹਨਾਂ ਨੇ ਫਰਮਾਇਆ ਕਿ ਚੱਟੀ ਵੀ ਜਾਂਦਾ ਤੇ ਪਿੱਟੀ ਵੀ ਜਾਂਦਾ। ਕੀ ਕਰੇਗਾ ਗੁਰੂ ਉੱਤੇ, ਕਿਸ ਤਰ੍ਹਾਂ ਇਹਨੂੰ ਛਡਾ ਦੇਗਾ? ਕਹਿੰਦੇ ਜਿੰਨ ਦੇ ਕੇ ਜਾਨ ਦੇ ਕੇ, ਚਾਹੇ ਜਾਨ ਰੱਖ ਲਓ ਚਾਹੇ
ਜਹਾਨ ਨਾ ਕਰੋ। ਜੇ ਪਤਾ ਚੱਲ ਗਿਆ ਇਸ ਚੀਜ਼ ਦਾ, ਮੈਂ ਕਈ ਵਾਰੀ ਦੱਸਿਆ ਗੁਰੂ ਮਹਾਰਾਜ ਨੇ ਸਾਨੂੰ ਇਹ ਨਹੀਂ ਕਿਹਾ ਕਿਸੇ ਨੂੰ ਕਿ ਦੁਨੀਆ ਛੱਡ ਦੇਣੀ ਹੈ, ਪਰ ਉਹਨਾਂ ਨੇ ਕਿਹਾ ਕਿ ਜਿੱਦਾਂ ਜਿਹੜਾ ਕੰਮ ਅਸੀਂ ਗੁਰੂ ਨਾਲ ਕਰਦੇ ਪਏ ਹਾਂ ਉਹ ਦੁਨੀਆ ਨਾਲ ਕਰਨਾ ਹੈ, ਤੇ ਜਿਹੜਾ ਦੁਨੀਆ ਨਾਲ ਕਰਦੇ ਪਏ ਗੁਰੂ ਨਾਲ ਕਰਨਾ ਹੈ। ਅਸੀਂ ਕੀ ਕਰਦੇ ਹਾਂ, ਦੁਨੀਆ ਨਾਲ ਤੇ ਗਲਵਕੜੀਆਂ ਪਾਉਂਦੇ ਹਾਂ ਤੇ ਗੁਰੂ ਨਾਲ ਠਾਠਾ ਬਾਕਾ ਕਰਦੇ ਹਾਂ। ਪਰ ਉਹ ਕਰਨਾ ਕੀ ਸੀ ਕਿ ਦੁਨੀਆ ਨਾਲ ਠਾਠਾ ਬਾਕਾ ਕਰਨਾ ਸੀ, ਗੁਰੂ ਨਾਲ ਪੱਕੀਆਂ ਪ੍ਰੀਤਾਂ ਚਾਹੀਦੀਆਂ। ਉਹ ਗੱਲ ਬਣਦੀ ਨਹੀਂ ਹੈ ਤੇ ਫਿਰ ਉਹ ਜਿਹੜਾ ਵਾ ਕਲੇਸ਼ ਕਿਤੇ ਖਤਮ ਨਹੀਂ ਹੁੰਦੇ ਕਦੀ। ਜਦੋਂ ਇਹ ਗੁਰੂ ਦਾ ਹੋ ਗਿਆ, ਜਦੋਂ ਇਹਦੇ ਮਨ ਦੇ ਵਿੱਚ ਇੰਨੀ ਉਹ ਜਿਹੜੀ ਆ ਦ੍ਰਿੜਤਾ ਆ ਗਈ, ਤੇ ਫਿਰ ਬਈ ਕਿਹੜੀ ਕੋਈ ਦੁਨੀਆ ਦੀ ਐਸੀ ਤਾਕਤ ਹੈ ਜਿਹੜੀ ਇਹਦੇ ਵੱਲ ਵੇਖਦੀ? ਕੋਈ ਨਹੀਂ। ਕੋਈ ਦੁਨੀਆ 'ਚ ਕੋਈ ਐਸਾ ਕਿਸੇ ਕੋਈ ਜਨਮ ਨਹੀਂ ਲਿਆ ਕੇ ਸੂਰਮੇ ਨੇ ਕਿ ਜਿਹੜਾ ਗੁਰੂ ਦੇ ਵਚਨ ਨੂੰ ਕੋਈ ਪਲਟ ਸਕੇ, ਕੋਈ ਹੈ ਨਹੀਂ ਹੈ। ਕਹਿੰਦਾ ਫਰਮਾਇਆ ਕਿ ਛੋੜੋ ਵੇਸ ਭੇਖ ਚੁਤਰਾਈ, ਕਿ ਜੇ ਵਾਕਈ ਚੱਲਣਾ ਹੈ ਸਿੱਧੇ ਹੋ ਕੇ ਜਿੱਦਾਂ ਦੇ ਵੀ ਹੈਗੇ, ਕਿ ਗੁਰੂ ਮਨਜ਼ੂਰ ਨਹੀਂ ਕਰਦਾ, ਗੰਦਿਆਂ ਨੂੰ ਲਿਬੜਿਆਂ ਤੋੜਿਆਂ ਨੂੰ ਮਨਜ਼ੂਰ ਨਹੀਂ ਕਰਦਾ। ਸਤਿਗੁਰਾਂ ਨੇ ਸਾਫ਼ ਹੀ ਵਚਨ ਫਰਮਾਏ ਕਿ ਬਈ ਸਤਿਗੁਰਾਂ ਦਾ ਦਰ ਤੇ ਇੱਕ ਜਿਹੜਾ ਇੱਕ ਤਰ੍ਹਾਂ ਧੋਬੀ ਘਾਟ ਹੁੰਦਾ ਹੈ, ਉੱਥੇ ਕੱਪੜੇ ਗੰਦੇ ਹੀ ਹੁੰਦੇ ਨੇ ਤੇ ਉਹ ਧੋ ਕੇ ਸਾਫ਼ ਕਰਦਾ। ਅਸੀਂ ਕਦੇ ਨਹੀਂ ਲੁਕਾਈਏ, ਜੋ ਹੈਗੇ ਆ ਉਸੇ ਤਰ੍ਹਾਂ ਪੇਸ਼ ਹੋਈਏ। ਕਿਉਂ ਝੂਠ ਬੋਲੀਏ, ਕਿਉਂ ਅਸੀਂ ਕਪਟ ਕਰੀਏ, ਕਿਉਂ ਅਸੀਂ ਵਰਣਨ ਬਣਾਉਣ ਦੀ ਕੋਸ਼ਿਸ਼ ਕਰੀਏ? ਕਿ ਸਾਨੂੰ ਇਹ ਡਰ ਲੱਗਦਾ ਕਿ ਸ਼ਾਇਦ ਗੁਰੂ ਕੋਈ ਸਾਨੂੰ ਨਾਰਾਜ਼ ਹੋ ਜਾਏਗਾ, ਸਾਨੂੰ ਛੱਡ ਦੇਗਾ? ਨਹੀਂ, ਪਤਾ ਤਾਂ ਉਹਨੂੰ ਉਹ ਸਭ ਕੁਝ ਹੀ ਪਤਾ ਹੈ, ਪਰ ਅਸੀਂ ਜਦੋਂ ਤੱਕ ਸਿੱਧੇ ਹੋ ਕੇ ਨਹੀਂ ਚੱਲਦੇ ਉਦੋਂ ਤੱਕ ਉਹ ਚੀਜ਼ ਬਣਦੀ ਨਹੀਂ ਹੈਗੀ। ਉਹ ਜਿਹੜੇ ਯੰਤਰ ਨੇ ਤੇ ਲਾਗੂ ਨਹੀਂ ਹੁੰਦੇ ਕੋਈ ਵੀ। ਹਾਂਜੀ, ਅੱਗੇ ਕੀ ਮੈਂ ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ ਘਟ ਮਾਹੀ ਜੀਓ। ਹੁਣ ਇੱਥੇ ਸਤਿਗੁਰਾਂ ਨੇ ਬੜੀ ਵਾਰ ਸਾਨੂੰ ਇਹ ਵਚਨ ਸੁਣਾਏ ਤੇ ਬਹੁਤ ਵਾਰ ਅਸੀਂ ਇਹ ਸੁਣੇ, ਪਰ ਮਨ ਜਿਹੜਾ ਆ ਇਹ ਇਸ ਗੱਲ ਨੂੰ ਮੰਨਣ 'ਚ ਰਾਜੀ ਨਹੀਂ। ਤੇ ਪਹਿਲੇ ਉਹਨੇ ਫਰਮਾਇਆ ਕਿ ਦੁਬਿਧਾ ਜਿਹੜੀ ਏ ਇਹੋ ਹੀ ਖੁਆਰ ਕਰਦੀ ਹੈ, ਤੇ ਉਹਨਾਂ ਨੇ ਕੀ ਫਰਮਾਇਆ ਕਿ ਮਨ ਦੇ ਥਿਰ ਰਹੋ, ਮਤ ਕਤ ਜਾਹੀ ਜੀਓ। ਕਹਿੰਦੇ ਕਿ ਤੂੰ ਥਿਰ ਰਹਿ, ਇੱਕ ਜਗ੍ਹਾ ਤੇ ਟਿਕ ਜਾ, ਮਤ ਇੱਧਰ ਉੱਧਰ ਭਟਕ। ਭਟਕਣਾ ਦਾ ਕੀ ਉਹਨਾਂ ਨੇ ਦੱਸਿਆ? ਮੈਂ ਕਿਹਾ ਕਿ ਬਾਹਰ ਢੂੰਡਤ ਬਹੁਤ ਦੁੱਖ ਪਾਵੇ। ਜਿਹੜੀ ਭਟਕਣਾ ਹੈ ਉਹ ਕਹਿੰਦੀ ਤੈਨੂੰ ਕੁਝ ਦੇਣਾ ਨਹੀਂ, ਉਹਨੇ ਦੁੱਖ ਹੀ ਦੇਣਾ ਹੈ ਸਿਰਫ ਉਸੇ ਨੇ। ਤੇ ਨਾਲ ਹੀ ਉਹਨਾਂ ਨੇ ਉਸ ਚੀਜ਼ ਦਾ ਭੇਦ ਦੱਸਿਆ ਕਿ ਘਰ ਅੰਮ੍ਰਿਤ ਘਟ ਮਾਹੀ ਜੀਓ, ਕਿ ਉਹ ਜਿਹੜੀ ਚੀਜ਼ ਏ ਉਹ ਇਸੇ ਘਟ ਦੇ ਅੰਦਰ ਹੀ ਹੈ। ਪਰ ਮਿਲਣੀ ਕਿਸ ਤਰ੍ਹਾਂ ਆ, ਉਹ ਪਿੱਛੇ ਵਚਨ ਉਹਨੇ ਕਰ ਦਿੱਤਾ ਕਿ ਉਹ ਚੀਜ਼ਾਂ ਅਸੀਂ ਛੱਡਾਂਗੇ, ਉਸੇ ਰਸਤੇ ਆਵਾਂਗੇ ਤੇ ਉਹ ਸਤਿਗੁਰਾਂ ਦੀ ਦਇਆ ਕਿਰਪਾ ਹੋਏਗੀ। ਪਰ ਪਹਿਲੀ ਤੇ ਜਿਹੜੀ ਸ਼ਰਤ ਉਹਨੇ ਰੱਖੀ ਕਿ ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ, ਪਹਿਲਾਂ ਤੇ ਇੱਥੇ ਨਹੀਂ ਮਨ ਟਿਕਦਾ ਹੀ ਨਹੀਂ ਸਾਡਾ। ਇੱਕ ਵਚਨ ਸੁਣਦੇ ਆ, ਇੱਕ ਦਿਨ ਤੋਂ ਅਸਰ, 2 ਦਿਨ ਤੋਂ ਬਾਅਦ ਉਹ ਚੀਜ਼ ਦਾ ਅਸਰ ਨਹੀਂ ਰਹਿੰਦਾ ਸਾਡੇ ਤੇ। ਮਨ ਰਹਿੰਦਾ ਹੀ ਨਹੀਂ, ਫਿਰ ਭੱਜ ਜਾਂਦਾ ਫਿਰ ਉਸ ਚੀਜ਼ ਤੋਂ। ਪਹਿਲਾਂ ਤੇ ਇਹਨੂੰ ਟਿਕਾਉਣਾ ਕਿ ਜੋ ਵੀ ਮੈਂ ਕਿਉਂ ਜਿਹੜੀ ਗੱਲ ਕੀਤੀ ਕਿ ਸਤ ਵਚਨ, ਕਿਉਂਕਿ ਜਦੋਂ ਤੱਕ ਸਤ ਵਚਨ ਹੀ ਨਹੀਂ ਕਰਦਾ, ਗੁਰੂ ਕਹਿੰਦਾ ਇੱਥੇ ਬੈਠ, ਇਹ ਬੈਠਦਾ ਨਹੀਂ। ਗੁਰੂ ਕਹਿੰਦਾ ਇੱਥੇ ਖਲੋ, ਇੱਥੇ ਖਲੋਂਦਾ ਨਹੀਂ। ਜਿੱਥੋਂ ਇਹ ਕਹਿੰਦਾ ਹੈ ਕਿ ਇੱਥੇ ਖਤਰਾ, ਇੱਥੋਂ ਭੱਜਦਾ, ਉੱਥੋਂ ਭੱਜਦਾ ਨਹੀਂ। ਕਿਸ ਤਰ੍ਹਾਂ ਗੱਲ ਬਣੀ? ਫਿਰ ਕਿਤੇ ਰਹਿਣਾ ਹੈ ਗੁਰੂ ਦੇ ਬਚਨ ਤੇ। ਜੋ ਵੀ ਫਰਮਾਉਂਦੇ ਨੇ ਸਾਡੀ ਸਮਝ ਆਵੇ ਨਾ ਆਵੇ, ਸਾਨੂੰ ਸਮਝ ਲੱਗੇ ਨਾ ਲੱਗੇ, ਪਰ ਉੱਥੇ ਸਤ ਵਚਨ ਵਾਲਾ ਕਿਉਂ ਉਹਨਾਂ ਨੇ ਕਿਹਾ ਕਿ ਸਤ ਵਚਨ ਕਰਕੇ ਉੱਥੇ ਟੇਕ ਜਾ, ਤੈਨੂੰ ਸਭ ਕੁਝ ਹੀ ਪਤਾ ਚੱਲ ਜਾਏਗਾ। ਜਿਸ ਤਰ੍ਹਾਂ ਮੈਂ ਦੱਸਿਆ ਕਿ ਅਸੀਂ ਕੋਈ ਪੌਦਾ ਲਗਾਉਂਦੇ, ਬੀਜ ਲਗਾਉਂਦੇ ਆ ਧਰਤੀ ਦੇ ਵਿੱਚ, ਜੇ ਧਰਤੀ ਦੇ ਵਿੱਚ ਲਗਾ ਕੇ ਸਥਿਰ ਹੋ ਗਿਆ ਉੱਥੇ, ਤੇ ਕੁਝ ਟਾਈਮ ਬਾਅਦ ਆਪਣੇ ਆਪ ਹੀ ਉਹ ਔਂਕਰ ਮਾਰੇਗਾ, ਬੂਟਾ ਉੱਗੇਗਾ, ਪਤਾ ਚੱਲ ਜਾਣਾ, ਬਾਹਰ ਆ ਜਾਣਾ ਆਪਣੇ ਆਪ ਹੀ। ਤੇ ਜੇ ਮਿੱਟੀ ਦੇ ਵਿੱਚ ਗੱਡ ਕੇ ਉਹਦੇ ਲਾਗੇ ਬੈਠ ਜਾਵੇ ਕਿ ਮੈਂ ਹੁਣ ਦੇਖੋ ਜੀ ਸੁਣਿਆ ਬੂਟਾ ਉੱਗਦਾ ਵਾ, ਮੈਂ ਵੇਖਾਂ ਸੀ ਉੱਗਦਾ,
5 ਮਿੰਟ ਜੋ ਬੰਦੇ ਦੀ ਇੱਕ ਆਦਤ ਹੈ, ਨਹੀਂ ਇੰਨੀ ਦੇਰ ਫਿਰ ਰਹਿ ਸਕਦਾ, ਤੇ ਉਹ ਫਿਰ ਜਦੋਂ ਵੇਖਦਾ ਉਹਨੂੰ ਬਾਰ-ਬਾਰ ਪੁੱਟ ਕੇ ਦੇਖਦਾ ਕਿ ਵੀ ਪੁੱਟ ਕੇ ਵੇਖਾ ਹੋਊਗਾ ਕਿ ਨਹੀਂ, ਵੀ ਪੁੱਟ ਕੇ ਵੇਖਾ ਹੋਊਗਾ ਕਿ ਨਹੀਂ, ਤੇ ਤੁਸੀਂ ਸੋਚੋ ਕਿ ਹੋਵੇਗਾ। ਉਹਨੇ ਕਦੀ ਜੜ ਮਾਰਨੀ ਹੀ ਨਹੀਂ ਕਦੀ। है कि मिटा दे अपनी हस्ती को कर कुछ मर्तबा चाहे कि दाना खाक में मिलकर गुले गुलजार होता है। लेकिन ਅਸੀਂ ਆਪਣੇ ਆਪ ਨੂੰ ਖਾਕ ਕਰਨੇ ਨਹੀਂ ਚਾਹੁੰਦੇ। ਕਾਹਦੇ ਵਾਸਤੇ ਅਸੀਂ ਕਰੀਏ? ਪਰ ਮਨ ਚ ਹੁੰਦਾ ਕਿ ਕਿਉਂ ਅਸੀਂ ਦੇਖੋ ਜੀ ਜੀਣ ਵਾਸਤੇ, ਅਸੀਂ ਖਾਕ ਹੋਣ ਵਾਸਤੇ ਥੋੜਾ ਹੀ, ਇਸ ਕਰਕੇ ਉਸ ਬਹਾਰ ਨਹੀਂ ਹੁੰਦੀ ਹੈ ਇਸ ਦਾਣੇ ਦੇ ਉੱਤੇ। ਬਹਾਰ ਤਾਂ ਹੀ ਆਏਗੀ ਜਦੋਂ ਇਹਨੂੰ ਆਪਣਾ ਆਪਾ ਜਿਹੜਾ ਮਿਟਾ ਦੇਗਾ। ਕਿਉਂਕਿ ਪਹਿਲੇ ਬਚਨ ਚ ਉਹਨਾਂ ਨੇ ਫਰਮਾ ਦਿੱਤਾ ਕਿ ਸੋ ਅੰਮ੍ਰਿਤ ਗੁਰ ਤੇ ਪਾਹੀ ਜੀ, ਉਹ ਜਿਹੜਾ ਅੰਮ੍ਰਿਤ ਹੈ ਗੁਰੂ ਦੇ ਪਾਸ ਸੇ, ਗੁਰੂ ਕੋਲੋਂ ਮਿਲਣਾ। ਲੇਕਿਨ ਇਹ ਉਹ ਹੋਰ ਚੀਜ਼ਾਂ 'ਚ ਲੱਭਣ ਦੀ ਕੋਸ਼ਿਸ਼ ਕਰ ਰਿਹਾ ਤੇ ਉਹ ਗੱਲ ਨਹੀਂ ਬਣਦੀ। ਇਸ ਕਰਕੇ ਉਹਨਾਂ ਫਰਮਾਇਆ ਕਿ ਮਨ ਦੇ ਥਿਰ ਰਹੋ, ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਓ, ਘਰ ਅੰਮ੍ਰਿਤ ਘਟ ਮਾਹੀ ਜੀਓ। ਜਦੋਂ ਇਹ ਮਿਲੇਗਾ, ਸਤਿਗੁਰਾਂ ਦੇ ਰਾਹੀਂ ਮਿਲੇਗਾ ਤੇ ਤੇਰੇ ਅੰਦਰੋਂ ਹੀ ਮਿਲੇਗਾ, ਇਸ ਘਟ ਦੇ ਅੰਦਰ ਹੀ ਅੰਮ੍ਰਿਤ ਹੈ। ਪਰ ਉਹਦੇ ਵਾਸਤੇ ਫਿਰ ਰਹਿਣਾ ਪਏਗਾ। ਜਿਸ ਤਰ੍ਹਾਂ ਅਸੀਂ ਧਿਆਨ ਲਗਾਉਂਦੇ ਹਾਂ, ਧਿਆਨ ਲਗਾਉਂਦੇ ਹਾਂ ਤੇ ਕੋਈ ਕਹਿੰਦੇ ਨਾ ਅੱਖਾਂ ਬੰਦ ਕਰਕੇ ਆ ਵੀ ਸਥਿਰ ਬੈਠ ਜਾਓ। ਜਿਹੜੀ ਚੀਜ਼ ਨੂੰ ਲੱਭਣਾ ਹੈ, ਥੋੜਾ ਜਿਹਾ ਧਿਆਨ ਉੱਤੇ ਟਿਕਾਈਏ ਤਾਂ ਸਹੀ ਉਸ ਚੀਜ਼ ਦੇ ਉੱਤੇ। ਤੇ ਉਹਦੇ ਵਾਸਤੇ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਗੁਰੂ ਦੇ ਉੱਤੇ ਵਿਸ਼ਵਾਸ, ਭਰੋਸਾ, ਸਤ ਵਚਨ ਕਰਨਾ ਸਾਨੂੰ ਆਦਤ ਹੀ ਪਈ ਹੈ ਹਰ ਗੱਲ ਤੇ ਕਿੰਤੂ ਪਰੰਤੂ ਕਰਨ ਦੀ। ਛੋਟੀ ਛੋਟੀ ਗੱਲਾਂ ਦੇ ਉੱਤੇ, ਜਿਸ ਤਰ੍ਹਾਂ ਮੰਨ ਲਓ ਕਿ ਛੋਟਾ ਜਿਹਾ ਇੱਕ ਗੱਲ ਹੁੰਦੀ ਹੈ, ਗੱਲ ਕੋਈ ਨਹੀਂ ਉਹਦੇ ਵਿੱਚ। ਮੈਂ ਕੱਲ ਵੀ ਬੇਨਤੀ ਕਰ ਰਿਹਾ ਸੀ ਉੱਥੇ ਬੈਠੇ ਬਾਹਰ ਕਿ ਜਿਸ ਤਰ੍ਹਾਂ ਵੀ ਠੀਕ ਲੱਗਦਾ ਉਸ ਤਰ੍ਹਾਂ ਹੀ ਕਰੋ ਤੇ ਸਹੀ ਕੁਛ ਨਾ ਕੁਛ। ਹਰ ਚੀਜ਼ ਦੇ ਉੱਤੇ ਕਿ ਕੋਈ ਕੁਛ ਕਰੀ ਜਾਏ ਜਾਂਦਾ, ਤੇ ਕਿਉਂ ਨਹੀਂ ਅਸੀਂ ਸਾਰੇ ਇੱਕ ਜਗ੍ਹਾ ਤੇ ਆਉਂਦੇ ਕਿ ਜੋ ਸਤਿਗੁਰਾਂ ਦਾ ਹੁਕਮ ਹੈ ਬਸ ਉੱਤੇ ਸਭ ਠੀਕ। ਤੇ ਜਦੋਂ ਤੱਕ ਅਸੀਂ ਸਤਿਗੁਰਾਂ ਦੇ ਵਚਨ ਤੇ ਨਹੀਂ ਆਉਂਦੇ ਤੇ ਉਹਨਾਂ ਨੇ ਭਾਵੇਂ ਉਹ ਅੰਮ੍ਰਿਤ ਜਿਹੜਾ ਸਾਡੇ ਘਟ ਦੇ ਅੰਦਰ ਸਾਡੇ ਕੋਲ ਹੀ ਹੈ, ਪਰ ਉਹਦਾ ਪਤਾ ਨਹੀਂ ਲੱਗੇਗਾ ਉਦੋਂ ਤੱਕ। ਔਰ ਜਦੋਂ ਤੱਕ ਉਹਦਾ ਪਤਾ ਨਹੀਂ ਲੱਗੇਗਾ ਵੀ ਉਦੋਂ ਤੱਕ ਉਹ ਠੰਡ ਨਹੀਂ ਪਏਗੀ। ਹਾਂਜੀ ਅੱਗੇ। ਅਵਗਣ ਛੋੜ ਗੁਣਾ ਕੋ ਧਾਵੋ, ਕਰ ਅਵਗੁਣ ਪਛਤਾਈ ਜੀਓ। ਹੁਣ ਇਹ ਚੀਜ਼ ਕੀ ਹੈ ਕਿ ਬਈ ਗਲਤੀ ਤਾਂ ਸਭ ਤੋਂ ਹੁੰਦੀ ਹੈ, ਕਿਤੇ ਨਹੀਂ ਹੁੰਦੀ। ਹੁਣ ਬਾਕੀ ਅਸੀਂ ਜਿਹੜੀ ਚੀਜ਼ਾਂ ਕਰਦੇ ਹਾਂ ਨਾ, ਪਰ ਉਹਦੇ ਵਿੱਚ ਜਿਹੜੀ ਇੱਕ ਚੀਜ਼ ਚਾਹੀਦੀ ਸਤਿਗੁਰਾਂ ਦੀ ਕਿਰਪਾ ਪਾਉਣ ਵਾਸਤੇ, ਉਸ ਵਾਲੇ ਪਾਸੇ ਅਸੀਂ ਆਉਂਦੇ ਨਹੀਂ। ਹੁਣ ਕਿਹਾ ਕਿ ਅਵਗੁਣ ਛੋੜ ਗੁਣਾ ਕੋ ਧਾਵੋ, ਕਿ ਬਈ ਅਵਗੁਣ ਹੋ ਜਾਂਦਾ ਹੈ, ਪਰ ਫਿਰ ਵੀ ਉਹਨਾਂ ਨੇ ਕਿਹਾ ਕਿ ਜੇ ਸਾਡੇ ਅੰਦਰ ਚਾਹਤ ਹੋਏਗੀ, ਅਸੀਂ ਇਕੱਠਾ ਕੀ ਕਰਨਾ ਚਾਹੁੰਦੇ ਹਾਂ। ਜੇ ਅਸੀਂ ਕੂੜਾ ਇਕੱਠਾ ਕਰਨਾ ਚਾਹੁੰਦੇ ਹਾਂ ਤੇ ਫਿਰ ਕੂੜਾ ਇਕੱਠਾ ਕਰੀ ਜਾਵਾਂਗੇ, ਤੇ ਜੇ ਕੋਈ ਫੁੱਲ ਇਕੱਠੇ ਕਰਨੇ ਚਾਹੁੰਦੇ ਹਾਂ, ਕੋਈ ਅੱਛੀ ਖੁਸ਼ਬੂਦਾਰ, ਤੇ ਫਿਰ ਉਹ ਇਕੱਠੀਆਂ ਕਰਾਂਗੇ। ਪਰ ਜਦੋਂ ਅਸੀਂ ਇਕੱਠੇ ਤੇ ਅਵਗੁਣ ਕਰੀ ਜਾਂਦੇ ਹਾਂ ਤੇ ਪਾਉਣਾ ਚਾਹੁੰਦੇ ਹਾਂ ਉਹ ਸ਼ਾਂਤੀ ਨੂੰ, ਉਹ ਕਿਸ ਤਰ੍ਹਾਂ ਗੱਲ ਪਏਗੀ। ਤੇ ਇਸ ਕਰਕੇ ਫਰਮਾਉਂਦੇ ਨੇ ਅਵਗੁਣ ਛੋੜ ਗੁਣਾ ਕੋ ਧਾਓ। ਕਹਿੰਦੇ ਕਿ ਜਿਹੜੇ ਅਵਗੁਣ ਜਿਹੜੇ ਆ ਇਹਨਾਂ ਨੂੰ ਛੱਡ ਦਿਓ, ਤੇ ਜਿਹੜੇ ਵੀ ਛੱਡ ਕੇ ਤੇ ਗੁਣ ਜਿਹੜੇ ਸਤਿਗੁਰ ਕਹਿੰਦੇ ਨੇ ਉਹਨਾਂ ਨੂੰ ਧਾਰਨ ਕਰ ਲਓ। ਤੇ ਅੱਗੇ ਕੀ ਫਰਮਾਇਆ ਹੈ ਕਿ ਕਰ ਅਵਗੁਣ ਪਛਤਾਹੀ ਜੀਓ, ਕਿਉਂਕਿ ਗੁਣ ਇਕੱਠੇ ਵੀ ਤਾਂ ਹੀ ਹੋਣਗੇ ਕਿ ਜਦੋਂ ਅਸੀਂ ਅਵਗੁਣ ਹੋਏਗਾ ਤੇ ਉਹਨੂੰ ਉਦੋਂ ਪਛਤਾਵਾ ਕਰਾਂਗੇ। ਜੇ ਸਾਨੂੰ ਪਤਾ ਹੀ ਨਹੀਂ ਚੱਲ ਰਿਹਾ ਉਸ ਗੱਲ ਦਾ ਕਿ ਵੀ ਜੋ ਅਸੀਂ ਅਵਗੁਣ ਕਰ ਰਹੇ ਹਾਂ ਉਹਨੂੰ ਜੇ ਅਸੀਂ ਸੱਚ ਮੰਨ ਕੇ ਬੈਠੇ ਹਾਂ, ਉਹਨੂੰ ਗੁਣ ਸਮਝੀ ਬੈਠੇ ਹਾਂ, ਤੇ ਪਛਤਾਵਾ ਕਿਉਂ ਕਰਾਂਗੇ ਤੇ ਕਿਉਂ ਉਹਨੂੰ ਛੱਡਾਂਗੇ, ਤੇ ਕਿਹੜੇ ਗੁਣ ਅਸੀਂ ਧਾਰਨ ਕਰਾਂਗੇ। ਹੁਣ ਸਾਡੇ ਕੋਲ ਜਦੋਂ ਗਲਤੀ ਹੁੰਦੀ ਹੈ, ਕਿਹੜਾ ਕੋਈ ਸੂਰਮਾ ਹੈਗਾ ਕਿ ਜਿਹੜਾ ਉਸ ਗਲਤੀ ਨੂੰ ਮੰਨਣ ਨੂੰ ਤਿਆਰ ਹੈ। ਅਸੀਂ ਤੇ ਆਪਣਾ ਪੂਰਾ ਜ਼ੋਰ ਦਾ ਜ਼ੋਰ ਲਗਾ ਦਿੰਦੇ ਹਾਂ ਦੂਜੇ ਨੂੰ, ਭਾਵੇਂ ਪਤਾ ਵੀ ਹੋਵੇ ਸਾਨੂੰ ਕਿ ਬੰਦਾ ਸਹੀ ਹੈ, ਸੱਚਾ ਹੈ, ਉਹਨੂੰ ਐ ਝੂਠੇ ਪਾਉਣ ਦੇ ਵਿੱਚ ਅਸੀਂ ਕੋਈ ਕਸਰ ਨਹੀਂ ਛੱਡਦੇ। ਕਿਸੇ ਤਰ੍ਹਾਂ ਆਪਣੇ ਔਗਣ ਨੂੰ ਲੁਕਾਉਣ ਵਾਸਤੇ ਪਤਾ ਨਹੀਂ ਕਿੰਨੇ ਕਿ ਉੱਤੇ ਹੋਰ ਚੀਜ਼ਾਂ, ਜਿਸ ਤਰ੍ਹਾਂ ਕਿ ਕੂੜੇ ਦਾ ਢੇਰ ਲੁਕਾਉਣ ਵਾਸਤੇ ਉੱਤੇ ਐ ਚਾਦਰਾਂ ਦੀਆਂ ਚਾਦਰਾਂ ਵਿਛਾਈ ਜਾਂਦੇ ਆ। ਬੜੀਆਂ ਸੋਹਣੀਆਂ ਚਾਦਰਾਂ ਫੁੱਲਾਂ ਵਾਲੀਆਂ ਕਈ ਵਿਛਾਵਾਂਗੇ, ਪਰ ਉਹਦੇ ਨਾਲ ਕਿ ਕੂੜਾ ਥੱਲੇ ਬਦਲ ਜਾਏਗਾ।
ਚਾਹੀਦਾ ਤਾਂ ਇਹ ਸੀ ਨਾ ਕਿ ਉਸ ਕੂੜੇ ਨੂੰ ਕੱਢ ਕੇ ਬਾਹਰ ਸੁੱਟ ਦੇ, ਕੂੜੇ ਨੂੰ ਕੱਢ ਕੇ ਬਾਹਰ ਸੁੱਟ ਦਿੰਦੇ ਤੇ ਬਈ ਉੱਥੇ ਥਾਂ ਸਾਫ਼ ਹੋ ਜਾਂਦੀ। ਪਰ ਉਸ ਕੂੜੇ ਨੂੰ ਨਹੀਂ ਅਸੀਂ ਬਾਹਰ ਸੁੱਟਣਾ ਚਾਹੁੰਦੇ ਤੇ ਉਹਦੇ ਉੱਤੇ ਕੋਈ ਨਾ ਕੋਈ ਪਰਦੇ ਪਾਈ ਜਾਂਦੇ ਆ ਉੱਤੇ, ਤੇ ਉਹ ਜਦੋਂ ਵੀ ਉਹਨੂੰ ਚੁੱਕਾਂਗੇ ਥੱਲਿਓਂ ਬਈ ਉਹੀ ਚੀਜ਼ ਨਿਕਲਣੀ। ਇਸ ਕਰਕੇ ਉਹਨਾਂ ਫਰਮਾਇਆ ਕਿ ਬਈ ਕਾਰਾ ਉਹਨੂੰ ਪਛਤਾਹੀ ਦਿਓ, ਕਿ ਜੇ ਕੋਈ ਗਲਤੀ ਹੋ ਵੀ ਜਾਂਦੀ ਹੈ ਤੇ ਬਈ ਸੂਰਮੇ ਬਣ ਕੇ ਉਹਨੂੰ ਮੰਨੀਏ ਕਿ ਠੀਕ ਹੈ ਵੀ ਕਿਹਦੇ ਵੱਲ ਸਤਿਗੁਰਾਂ ਨੂੰ ਅੱਗੇ ਬੇਨਤੀ ਕਰੀਏ, ਮਹਾਰਾਜ ਮੇਰੇ ਕੋਈ ਗਲਤੀ ਹੋ ਚੁੱਕੀ ਹੈ, ਕਿਰਪਾ ਕਰੋ, ਦਇਆ ਕਰੋ ਮੇਰੇ ਤੇ ਕਿ ਮੈਂ ਅੱਗੇ ਤੋਂ ਇਹ ਗਲਤੀ ਨਾ ਕਰਾਂ। ਪਰ ਜਦੋਂ ਤੱਕ ਇਹ ਗਲਤੀ ਮੰਨਦਾ ਹੀ ਨਹੀਂ ਹੈ, ਕੋਈ ਅੱਗੋਂ ਉਹੀ ਕਰੀ ਜਾਂਦਾ ਹੈ ਕਿ ਕਿ ਨਹੀਂ ਜੀ ਮੇਰੇ ਕੋਲ ਗਲਤੀ ਹੋਈ ਨਹੀਂ, ਮੈਂ ਗਲਤੀ ਕੀਤੀ ਨਹੀਂ, ਮੈਂ ਕਰਦਾ ਹੀ ਨਹੀਂ, ਉਦੋਂ ਤੱਕ ਉਹ ਗਲਤੀ ਕਦੇ ਬਦਲ ਨਹੀਂ ਸਕਦੀ। ਉਹ ਔਗਣ ਜਿਹੜਾ ਉਹ ਕਦੇ ਗੁਣ ਦੇ ਵਿੱਚ ਬਦਲ ਹੀ ਨਹੀਂ ਸਕਦਾ ਕਦੇ। ਉਹ ਡਾਕਟਰ ਨੂੰ ਪਤਾ ਹੈ, ਉਹ ਡਾਕਟਰ ਨੂੰ ਪਤਾ ਹੈ ਕਿ ਬਈ ਕਿ ਕਿਹੜੀ ਬਿਮਾਰੀ ਹੈ, ਕਿਹੜੇ ਸਿੰਪਟਮ ਆ ਰਹੇ ਨੇ, ਇਹਦੇ ਅੱਗੇ ਕੀ ਚੀਜ਼ ਪੈਦਾ ਹੋਣੀ ਹੈ। ਜੇ ਉਦੋਂ ਅਸੀਂ ਜਿੱਤਦੇ ਹਾਂ ਜਾਂ ਕਰਦੇ ਹਾਂ ਤੇ ਫਿਰ ਉਸ ਚੀਜ਼ ਦਾ ਆਪ ਅਸੀਂ ਉਹਦਾ ਨੁਕਸਾਨ ਉਠਾਉਂਦੇ ਹਾਂ। ਤੇ ਚਾਹੀਦਾ ਕੀ ਹੈ ਕਿ ਹਮੇਸ਼ਾ ਹੀ ਮਨ 'ਚ ਡਰ ਲੱਗੇ ਇਸ ਚੀਜ਼ ਦਾ। ਡਰ ਹੁਣ ਕਿਉਂ ਉਹਨਾਂ ਨੇ ਕਿਹਾ ਕਿ ਡਰਤ ਰਹੇ ਸੋ ਉਪਰੇ ਗਾਫਲ ਖਾਈ ਮਾਰ। ਗੁਰਮਤਿ ਨੇ ਉਹ ਬਚਨ ਜਿਹੜੇ ਫਰਮਾਏ ਸਤਸੰਗ ਦੇ ਵਿੱਚ ਕਿ ਇਹ ਚੋਰਾਂ ਦਾ ਡਰ ਰੱਖਦਾ ਹੈ, ਡਾਕੂਆਂ ਦਾ ਡਰ ਰੱਖਦਾ ਹੈ, ਬਦਮਾਸ਼ਾਂ ਦਾ ਡਰ ਰੱਖਦਾ ਹੈ, ਪਰ ਜਿਹੜਾ ਸਭ ਦਾ ਆਦੰਤ ਹੈ ਉਹਦਾ ਗੁਰੂ ਦਾ ਡਰ ਹੀ ਨਹੀਂ ਇਹਨੂੰ ਕੋਈ ਵੀ। ਇਹਦਾ ਮਤਲਬ ਕਿ ਕੁਛ ਨਾ ਕੁਛ ਗੱਲ ਹੈ। ਬਾਕੀਆਂ ਦਾ ਡਰ ਰੱਖੇਗਾ। ਮੈਂ ਕਈ ਵਾਰੀ ਅੱਜ ਪਿੱਛੇ ਵੀ ਦੱਸਿਆ ਸੀ ਕਿ ਛੋਟੀ ਛੋਟੀਆਂ ਚੀਜ਼ਾਂ ਜਿਸ ਤਰ੍ਹਾਂ ਹੁਣ ਆਉਂਦੇ ਹਾਂ ਅਸੀਂ ਸਗਨ ਦਰਬਾਰ 'ਚ ਜਾਂ ਬਾਹਰ ਕਿਤੇ ਜਾਂਦੇ ਹਾਂ ਤੇ ਸਾਨੂੰ ਹੁੰਦਾ ਹੈ ਇੱਕ ਇਨਸਾਨ ਹੀ ਹੈ, ਚਾਹੇ ਉਹ ਪੁਲਿਸ ਵਾਲੇ ਨੇ ਚਾਹੇ ਕੋਈ ਇੱਕ ਇਨਸਾਨ ਹੀ ਸਾਡੇ ਵਰਗੇ ਹੀ ਨੇ, ਪਰ ਉਹਨਾਂ ਦਾ ਡਰ ਹੁੰਦਾ ਹੈ ਕਿ ਬੈਲਟ ਨਹੀਂ ਲਾਈ ਤੇ ਇੱਦਾਂ ਹੋ ਜਾਏਗਾ, ਹੈਲਮਟ ਨਹੀਂ ਪਾਇਆ ਤੇ ਇੱਦਾਂ ਹੋ ਜਾਏਗਾ, ਮਾਸਕ ਨਹੀਂ ਲਗਾਇਆ ਤੇ ਆਹ ਹੋ ਜਾਏਗਾ। ਪਰ ਉਹੀ ਚੀਜ਼ ਅਸੀਂ ਸਤਿਗੁਰਾਂ ਦੇ ਉਹ 'ਚ ਵੇਖੀਏ ਕਿ ਨਿਯਮ ਦੇ ਵਿੱਚ ਕਿ ਜੋ ਉਹ ਫਰਮਾਉਂਦੇ ਨੇ ਉਹਦਾ ਡਰ ਹੈਗਾ ਸਾਨੂੰ। ਉਹਨਾਂ ਨੇ ਹਜ਼ਾਰਾਂ ਵਾਰ ਕਹਿ ਦਿੱਤਾ ਕਿ ਬਈ ਆਹ ਨਹੀਂ ਕਰੇਗਾ ਤੇ 84 ਦਾ ਗੇਟ ਤਿਆਰ ਹੈ, ਆਹ ਚੀਜ਼ ਨਹੀਂ ਕਰੇਗਾ ਤੇ ਇਹਦੇ ਵਾਸਤੇ ਆ, ਪਰ ਸਾਨੂੰ ਜਰਾ ਜਿੰਨਾ ਉਸ ਚੀਜ਼ ਦਾ ਡਰ ਨਹੀਂ। ਇਸ ਕਰਕੇ ਉਹਨਾਂ ਨੇ ਫਰਮਾਇਆ ਕਿ ਡਰਤ ਰਹੇ ਸੋ ਉਪਰੇ ਗਾਫਲ ਖਾਈ ਮਾਰ। ਤੇ ਅਵਗੁਣ ਕਰਦੇ ਆ ਜੇ ਕੋਈ ਇਸ ਤਰ੍ਹਾਂ ਕੋਈ ਗਲਤੀ ਹੁੰਦੀ ਹੈ ਤੇ ਕਹਿੰਦੇ ਕਿ ਚਲੋ ਕਿਤੇ ਹੋ ਵੀ ਜਾਂਦੀ ਹੈ ਤੇ ਫਿਰ ਉਹਨਾਂ ਨੇ ਫਰਮਾਇਆ ਕਿ ਪਛਤਾ ਤੇ ਸਹੀ, ਉਹਦੇ ਵਾਸਤੇ ਪਛਤਾਵਾ ਤੇ ਕਰ ਕਿ ਜੇ ਕੋਈ ਔਗਣ ਹੋ ਗਿਆ ਤਾਂ ਉਹਦੇ ਵਾਸਤੇ ਪਛਤਾਵਾ ਕਰਕੇ ਠੀਕ ਹੈ ਜੀ ਮਹਾਰਾਜ ਮੇਰੇ ਕੋਲ ਹੋਈ ਹੈ, ਗਲਤੀ ਹੋ ਗਈ ਹੈ, ਬਸ ਬਖਸ਼ੋ, ਮੈਂ ਅੱਗੇ ਤੋਂ ਨਹੀਂ ਕਰਾਂਗਾ। ਉਹਦੇ ਵਾਸਤੇ ਪ੍ਰਣ ਕਰੇ ਤੇ ਸਤਿਗੁਰੂ ਬਖਸ਼ ਦਿੰਦੇ। ਹਾਂਜੀ ਠੀਕ। ਸਰ ਆਪ ਸਰ ਕੀ ਸਾਰ ਨਾ ਜਾਣੇ, ਫਿਰ ਕੀਚ ਵਡਾਈ ਜੀਓ। ਕਹਿੰਦੇ ਨੇ ਕਿ ਹੁਣ ਸਾਫ਼ ਹੀ ਇੱਕ ਦੱਸ ਰਹੇ ਨੇ, ਭੇਤ ਵੀ ਬੋਲ ਰਹੇ ਨੇ। ਕਹਿੰਦੇ ਸਰ ਆਪ ਸਰ ਕੀ ਸਾਰ ਨਾ ਜਾਣੇ, ਪਤਾ ਕਹਿੰਦੇ ਸਭ ਕੁਛ ਹੈ। ਇੱਕ ਤੇ ਬੱਚਾ ਹੁੰਦਾ ਉਹਨੂੰ ਨਹੀਂ ਪਤਾ ਕਿ ਆਹ ਚੀਜ਼ ਸਹੀ ਹੈ ਜਾਂ ਕੋਈ ਪੜ੍ਹਦਾ, ਜਿਹੜੀ ਚੀਜ਼ ਪੜ੍ਹਦਾ ਉਹਦੇ ਵਾਸਤੇ ਮੋਬਾਈਲ ਪੜ੍ਹਿਆ ਭਾਵੇਂ ਕੀਮਤੀ, ਉਹਨੇ ਉਹ ਸੁੱਟਤਾ, ਭਾਵੇਂ ਉਹਨੇ ਕੋਈ ਵੱਡੀ ਕੀਮਤੀ ਚੀਜ਼ ਫੜੀ ਉਹ ਸੁੱਟਤੀ, ਉਹਨੂੰ ਪਤਾ ਹੀ ਨਹੀਂ ਹੈ ਕਿ ਕੀਮਤੀ ਹੈ, ਉਹਨੂੰ ਤਾਂ ਨਹੀਂ ਪਤਾ। ਪਰ ਉਹ ਕਹਿੰਦੇ ਕਿ ਬਈ ਤੂੰ ਤੇ ਸਭ ਕੁਝ ਜਾਣਦਾ ਹੈ, ਤੈਨੂੰ ਤਾਂ ਸਭ ਕੁਝ ਪਤਾ ਹੈ। ਕਹਿੰਦੇ ਸਭ ਕੁਝ ਜਾਣ ਬੁੱਝ ਕੇ ਗਲਤੀਆਂ ਕਰਦਾ ਜਿਹੜੇ ਕਰਦਾ ਹੈ। ਕਹਿੰਦੇ ਸਾਰਾ ਸਰ ਕੀ ਸਾਰ ਨਾ ਜਾਣੇ, ਪਤਾ ਹੈ ਸਭ ਕੁਝ ਪਰ ਉਹਦੀ ਸਾਰ ਨਹੀਂ ਜਾਣਦਾ। ਤੇ ਅੱਗੇ ਸੁਣਾਇਆ ਕਿ ਫਿਰ ਕੀਚ ਵਡਾਈ ਜਿਓ, ਕਿ ਫਿਰ ਉਸ ਚਿੱਕੜ ਦੇ ਵਿੱਚ ਜਾਂ ਉਸੇ ਵਿੱਚ ਅਸੀਂ ਜਾ ਕੇ ਫਿਰ ਅਸੀਂ ਉਹ ਕੰਮ ਕਰਦੇ ਹਾਂ। ਸਤਿਗੁਰ ਤਾਂ ਦਇਆ ਕਰਦੇ ਨੇ, ਬਾਰ-ਬਾਰ ਸਾਨੂੰ ਉਹ ਜਿਹੜੇ ਲੇਖੇ ਸਾਡੇ ਮਿਟਾਉਂਦੇ ਨੇ, ਕਰਦੇ ਨੇ। ਮੈਂ ਕੱਲ ਵੀ ਗੁਰਮਤਿ ਕੋ ਸੇਵਾਦਾਰ ਨੇ ਉਹ ਬੇਨਤੀ ਕਰ ਰਿਹਾ ਸੀ, ਮੈਂ ਕਿਹਾ ਕਿ ਦੇਖੀਏ ਆਪਣੇ ਜੀਵਨ 'ਚ ਦੇਖੀਏ ਤਾਂ ਸਹੀ ਕਦੀ ਸੋਚ ਕੇ ਦੇਖੀਏ ਕਿ ਕਿੰਨੀ ਵਾਰੀ ਅਸੀਂ ਦਿਲੋਂ ਸ਼ੁਕਰਾਨਾ ਕੀਤਾ, ਦਿਲੋਂ ਕੀਤਾ ਵੀ ਨਹੀਂ ਕੀਤਾ, ਪਰ ਉਦੋਂ ਸੋਚੀਏ ਕਿ ਕਦ ਵਾਸਤੇ ਕੀਤਾ ਸੀ ਸ਼ੁਕਰਾਨਾ, ਕੀ ਹੋਇਆ ਸੀ ਐਸਾ ਜ਼ਿੰਦਗੀ। ਪਤਾ ਚੱਲੇਗਾ ਕਿ ਹਾਂ ਕੁਛ ਐਸੀ ਚੀਜ਼ ਸਤਿਗੁਰਾਂ ਨੇ ਕੀਤੀ ਸੀ ਜਿਹੜੀ ਦੁਨੀਆ ਤੇ ਕੋਈ ਨਹੀਂ ਸੀ ਕਰ ਸਕਦਾ, ਉਹਨਾਂ ਨੇ ਕੀਤੀ ਸੀ, ਉਹ ਵਾਰੀ ਸ਼ੁਕਰਾਨਾ ਕੀਤਾ ਸੀ। ਪਰ ਫਿਰ ਉਹਨੂੰ ਭੁੱਲ ਕਿਉਂ ਗਏ ਉਸ ਚੀਜ਼? ਭੁੱਲੇ ਤੇ ਫਿਰ ਅੱਗੇ ਗਲਤੀ ਹੋਈ, ਫਿਰ ਦੁਬਾਰਾ ਜੇ ਯਾਦ ਰੱਖਿਆ ਹੁੰਦਾ ਤੇ ਫਿਰ ਉਹ ਚੀਜ਼ ਨਹੀਂ ਸੀ ਹੋਣੀ, ਉਸ ਦੀ ਕਦਰ ਹੋਣੀ ਸੀ। ਜਿਸ ਤਰ੍ਹਾਂ ਅਸੀਂ ਹੁਣ ਸਤਿ ਬਚਨ ਦੀ ਗੱਲ ਹੋਈ, ਕਈ ਵਾਰੀ ਅਸੀਂ ਹੁੰਦੀ ਹੈ
ਬੜਾ ਮਨ ਨੂੰ ਹੁੰਦਾ ਕਿ ਨਹੀਂ ਅੱਜ ਤੋਂ ਮੈਂ ਬਚਨ ਮੰਨਣਾ, ਅੱਜ ਤੋਂ ਨਹੀਂ ਮੈਂ ਗੱਲ ਕਰਨੀ। ਪਰ ਜਿੱਥੇ ਫਿਰ ਕੋਈ ਆਪਣੇ ਮਨ ਜਦੋਂ ਮਾਰਦਾ ਕਿ ਅਸੀਂ ਕਰਦਾ ਹੈ ਇਸ ਜਿਸ ਤਰ੍ਹਾਂ ਕਹਿੰਦੇ ਗੁਰੂ ਨੂੰ ਵੀ ਹੁੰਜਾ ਮਾਰ ਕੇ ਪਛਾਣ ਰੱਖ ਦਿੰਦਾ ਕਿ ਕਰ ਦੋ ਪਿੱਛੇ, ਹੁਣ ਨਹੀਂ ਮੈਂ ਸੁਣਦਾ ਕਿ ਨਹੀਂ ਉਹ ਫਿਰ ਸਾਡੇ ਵਾਸਤੇ ਕਰਦੇ ਸੀ। ਤੇ ਉਹਨੂੰ ਫਰਮਾਇਆ ਕਿ ਸਾਰਾ ਸਭ ਕੀ ਸਾਰ ਨਾ ਜਾਣੇ, ਕਹਿੰਦੇ ਸਤਿਗੁਰਾਂ ਨੇ ਦਇਆ ਕੀਤੀ, ਇਹਨੂੰ ਸਭ ਕੁਝ ਸਮਝਾ ਦਿੱਤਾ, ਸਭ ਕੁਝ ਇਹਨੂੰ ਪਤਾ ਆ, ਪਰ ਉਹਦੀ ਸਾਰ ਨਹੀਂ ਜਾਣਦਾ। ਤੇ ਫਿਰ ਕੀਚ ਵਡਾਈ ਜੋ ਕਿ ਬਾਰ-ਬਾਰ ਜਾ ਕੇ ਤੇ ਚਿੱਕੜ ਦੇ ਵਿੱਚ ਉੱਥੇ ਜਿਸ ਤਰ੍ਹਾਂ ਇੱਕ ਬੱਚਾ ਹੈ, ਮਾਂ ਉਹਨੂੰ ਨਹਾਉਂਦੀ ਧੋਂਦੀ ਹੈ, ਕੱਪੜੇ ਪਾਉਂਦੀ, ਉਹ ਜਾ ਕੇ ਫਿਰ ਉਹਦੇ ਵਿੱਚ ਹੀ ਚਿੱਕੜ 'ਚ ਮਿੱਟੀ 'ਚ ਲੇਟ ਕੇ ਆ ਜਾਂਦਾ ਹੈ ਤੇ ਫਿਰ ਕੱਪੜੇ ਖਰਾਬ ਕਰ ਦਿੰਦਾ ਹੈ। ਹਾਂਜੀ ਅੱਗੇ ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਵੋ ਕਾਹੀ ਜੀਓ। ਹੁਣ ਉਹਦੇ ਵਾਸਤੇ ਵੀ ਕਲੀਅਰ ਕਰ ਰਹੇ ਨੇ, ਕਹਿੰਦੇ ਕਿ ਬਾਹਰੋਂ ਤੇ ਠੀਕ ਹੈ, ਇਸ ਤਰ੍ਹਾਂ ਪਿੱਛੇ ਮੈਂ ਕਿਹਾ ਸੀ ਕਿ ਬਾਹਰੋਂ ਦੇ ਚੋਲੇ ਪਾਏ ਨੇ, ਬਾਹਰੋਂ ਤਾਂ ਅਸੀਂ ਸਾਰੇ ਹੀ ਲੱਗ ਰਹੇ ਹਾਂ, ਪਰ ਅੰਦਰ ਦੀ ਸਤਿਗੁਰ ਜਾਣਦਾ ਨਾ, ਅੰਦਰ ਕੀ ਗੱਲ ਸਤਿਗੁਰ ਜਾਣੇ। ਬਾਹਰੋਂ ਅਸੀਂ ਇੱਕ ਦੂਜੇ ਨੂੰ ਧੋਖਾ ਦੇ ਲਾਂਗੇ, ਇੱਕ ਦੂਜੇ ਨੂੰ ਜੋ ਮਰਜ਼ੀ ਕਹਿ ਕੇ ਕਰ ਲਾਂਗੇ, ਝੂਠ ਬੋਲ ਲਾਂਗੇ, ਕਿਸੇ ਨੂੰ ਨਹੀਂ ਪਤਾ, ਪਰ ਬਈ ਉਹ ਸਤਿਗੁਰ ਜਿਹਨੂੰ ਪਰਮੇਸ਼ਵਰ ਦੀ ਰੱਬ ਕਹਿੰਦੇ ਆ, ਵਾਹਿਗੁਰੂ ਕਹਿੰਦੇ ਆ, ਉਹ ਤਾਂ ਸਭ ਕੁਝ ਜਾਣਦਾ ਹੈ, ਉਹਦੇ ਕੋਲ ਕਿੱਦਾਂ ਲੁਕਾਵਾਂਗੇ। ਲਿਖਣ ਵਾਲਾ ਤੇ ਉਹ ਹੈ, ਮੇਟਣ ਵਾਲਾ ਤੇ ਉਹ ਹੈ, ਉਹਦੇ ਕੋਲ ਨਹੀਂ ਅਸੀਂ ਬਚ ਸਕਦੇ। ਠੀਕ ਹੈ, ਝੂਠ ਬੋਲਦੇ ਆ, ਕਰਦੇ ਆ, ਤੇ ਬਈ ਆਪਣਾ ਹੀ ਕੁਝ ਨੁਕਸਾਨ ਕਰਦੇ ਆ, ਉਹਨਾਂ ਦਾ ਨਹੀਂ ਕਰਦੇ ਕੋਈ ਵੀ। ਹੁਣ ਫਰਮਾਇਆ ਕਿ ਅੰਦਰ ਮੈਲ ਲੋਭ ਬਹੁ ਝੂਠੇ, ਕਹਿੰਦੇ ਅੰਦਰ ਦੇ ਮੈਲ ਦੇ ਅੰਦਰ ਤੇ ਉਹ ਲਾਲਚ ਝੂਠੇ ਆ ਅਸੀਂ ਅੰਦਰੋਂ, ਅੰਦਰ ਤੇ ਉਸ ਚੀਜ਼ ਨੂੰ ਲੁਕਾਉਣ ਦੀ ਜਿਹੜੀ ਚੀਜ਼ਾਂ ਅੰਦਰ ਫੜੀਆਂ ਬੈਠੀਆਂ ਨੇ ਉਹਨੂੰ ਛੱਡਣ ਨੂੰ ਰਾਜੀ ਨਹੀਂ ਹੈ, ਉਹਨਾਂ ਚੀਜ਼ਾਂ ਦਾ ਹੀ ਲਾਲਚ ਹੈ ਸਾਨੂੰ। ਤਾਂ ਕਿ ਅੰਤਰ ਲੋਭ ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਵੋ ਕਾਹੇ ਜੀਓ, ਕਹਿੰਦੇ ਕਿ ਬਾਹਰ ਦੀ ਉਹ ਜਿਹੜੀ ਅਸੀਂ ਜੋ ਵੀ ਕਰਦੇ ਆ ਉਹਦਾ ਕੀ ਫਾਇਦਾ ਕੀ ਹੈ ਉਸ ਚੀਜ਼ ਦਾ। ਹੁਣ ਜਦੋਂ ਅਸੀਂ ਮੱਥੇ ਟੇਕਦੇ ਹਾਂ, ਮੈਂ ਕਈ ਵਾਰੀ ਇਹ ਬੇਨਤੀ ਕੀਤੀ ਹੈ ਕਿ ਸਤਿਗੁਰ ਤੋਂ ਜਾਂਦੇ ਮੱਥੇ ਟੇਕਦੇ ਹਾਂ, ਸਤਿਗੁਰਾਂ ਦੇ ਉੱਥੇ ਸਰੂਪਾਂ ਨੂੰ ਕਰਦੇ ਹਾਂ, ਜਾਂ ਅਸੀਂ ਬੜੇ ਉਹਨੂੰ ਝੁਕ ਕੇ ਸਲਾਮਾਂ ਕਰਦੇ ਹਾਂ, ਤੇ ਕੀ ਕਈ ਵਾਰੀ ਐਸਾ ਹੁੰਦਾ ਮਨ ਉਸ ਚੀਜ਼ ਨੂੰ ਨਹੀਂ ਮੰਨ ਰਿਹਾ ਹੁੰਦਾ, ਸ਼ਰਮੋ ਸ਼ਰਮੀ ਬਾਹਰ ਕਰਦੇ ਆ, ਬੜੀਆਂ ਚੀਜ਼ਾਂ ਕਰਦੇ ਆ। ਕਈ ਵਾਰੀ ਗੁਰਦੁਆਰੇ ਮੰਦਰ ਜਾਂ ਕਿਤੇ ਵੀ ਆ ਹੋਰ ਸ਼ਰਧਾ ਨਾਲ ਨਹੀਂ, ਮੈਂ ਕੱਲ ਵੀ ਉਹ ਬੇਨਤੀ ਕਰ ਰਿਹਾ, ਗੁਰੂ ਮਹਾਰਾਜ ਜੀ ਇੱਕ ਵਾਰੀ ਫਰਮਾਇਆ ਕਿ ਬਈ ਸਾਫ ਹੀ ਵਚਨ ਕਰ ਕੀਤੇ ਕਿ ਕਹਿੰਦੇ ਇਹ ਤੇ ਆਪਣੇ ਰੋਣੇ ਪਿੱਟਣੇ ਲੈ ਕੇ ਆਉਂਦੇ ਆ, ਕੋਈ ਮਿਲਣ ਕੌਣ ਆਉਂਦਾ ਮੈਨੂੰ। ਗੁਰੂ ਮਹਾਰਾਜ ਸਾਹਿਬ ਫਰਮਾਇਆ ਕਹਿੰਦੇ ਕਦੀ ਮਿਲਣ ਵਾਸਤੇ ਵੀ ਆਓ, ਗੁਰੂ ਨੂੰ ਮਿਲਣ ਕੌਣ ਆਉਂਦਾ। ਹੁਣ ਉਹ ਜਿਹੜੀ ਗੱਲ ਉਹਨੇ ਕਿਹਾ ਕਿ ਵੀ ਕਦੀ ਮਿਲਣ ਵਾਸਤੇ ਵੀ ਆਓ, ਕਿ ਮਨ 'ਚ ਵਿਚਾਰ ਕਰੀਏ ਕਿ ਵਾਕਈ ਹੀ ਅਸੀਂ ਜੇ ਮਿਲਣਾ ਚਾਹੁੰਦੇ ਹਾਂ ਤਾਂ ਉਹ ਮਿਲਣ ਵਾਸਤੇ ਆਵਾਂਗੇ। ਉਹਨਾਂ ਫਰਮਾਇਆ ਕਿ ਅੰਤਰ ਮੈਲ, ਅੰਦਰ ਜਿਹੜੀ ਹੈ ਬੜੀ ਤਰ੍ਹਾਂ ਦੀ ਮੈਲ ਹੈ, ਕਈ ਤਰ੍ਹਾਂ ਦੀਆਂ ਜਿਹੜੀਆਂ ਨੇ, ਪਰ ਬਾਹਰੋਂ ਅਸੀਂ ਬਹੁਤ ਚੁੱਕ ਉਸ ਚੀਜ਼। ਮੈਂ ਪਿੱਛੇ ਜਿਹੀ ਬੇਨਤੀ ਕੀਤੀ ਸੀ, ਕਾਫੀ ਦੇਰ ਹੋ ਗਈ ਹੈ, ਮੈਂ ਉਹਨੂੰ ਕਿਹਾ ਸੀ ਕਿ ਬਈ ਇੰਨਾ ਵੀ ਕੰਮ ਕਰ ਲਈਏ ਬਦਲਾਵ ਆ ਜਾਏਗਾ, ਇੰਨਾ ਕੰਮ ਕਰ ਲਈਏ ਕਿ ਜਦੋਂ ਮਨ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਚੀਜ਼ ਹੈ ਨਾ, ਉਦੋਂ ਤੱਕ ਉਹ ਕੰਮ ਕਰੀਏ ਨਾ। ਜੇ ਮਨ ਦੇ ਵਿੱਚ ਭਾਵ ਨਹੀਂ ਹੈ ਤੇ ਸਿਰ ਝੁਕਾਈਏ ਨਾ, ਜੇ ਮਨ ਦੇ ਵਿੱਚ ਉਹ ਸ਼ਰਧਾ ਨਹੀਂ ਹੈ ਤੇ ਬਈ ਉਹ ਜਿਹੜੀ ਗੱਲ ਭਰੋਸਾ ਨਹੀਂ ਹੈ ਤਾਂ ਬੇਨਤੀ ਕਰੀਏ ਹੀ ਨਾ, ਕਿਉਂਕਿ ਉਸ ਪੂਰੀ ਤਾਂ ਹੋਣੀ ਨਹੀਂ ਉਦੋਂ ਜਦੋਂ ਉਹ ਚੀਜ਼ ਨਹੀਂ ਹੈਗੀ। ਤੇ ਪਰ ਜਦੋਂ ਅਸੀਂ ਇਹ ਚੀਜ਼ ਕਰਾਂਗੇ ਤੇ ਫਿਰ ਆਪਣੇ ਆਪ ਹੀ ਕੁਛ ਨਾ ਕੁਛ ਪਤਾ ਤਾਂ ਲੱਗੇਗਾ, ਆਪਣੀ ਕੋਈ ਚੀਜ਼ ਦਾ ਤਾਂ ਪਤਾ ਚੱਲੇਗਾ ਕਿ ਹਾਂ ਮੈਂ ਆਹ ਕੰਮ ਨਹੀਂ ਕੀਤਾ। ਮੈਂ ਕਈ ਵਾਰੀ ਕਈ ਬੱਚੇ ਕਹਿੰਦੇ ਆ ਕਿ ਉਹਨੇ ਫਲਾਣਾ ਇੱਦਾਂ ਨਹੀਂ ਕਰਦਾ, ਉੱਦਾਂ ਨਹੀਂ ਕਰਦਾ, ਉਹ ਆਉਂਦਾ ਨਹੀਂ, ਉਹ ਨਹੀਂ ਕਰਦਾ। ਮੈਂ ਕਹਿੰਦਾ ਚੰਗਾ ਹੈ, ਸਾਡੇ ਨਾਲੋਂ ਚੰਗਾ ਹੈ, ਜੋ ਹੈਗਾ ਵੀ ਸਾਹਮਣੇ ਹੈ ਨਾ। ਇਸ ਕਰਕੇ ਅੰਦਰ ਜਿਹੜੀ ਮੈਲ ਹੈ ਉਹਦਾ ਕੋਈ ਫਾਇਦਾ ਨਹੀਂ ਹੈਗਾ, ਉਹ ਸਗੋਂ ਉਲਟੇ ਗੁਨਾਹਾਂ ਨੂੰ ਵਧਾਈ ਜਾਂਦੀ ਹੈ। ਬਾਹਰ ਜਿਹੜੀ ਮੈਲ ਜਿਹੜੀ ਬਾਹਰ ਦੇਖਦੀ ਅਸੀਂ ਧੋ ਦਿੰਦੇ ਹਾਂ, ਮਾੜਾ ਜਿਹਾ ਕੋਈ ਕੱਪੜੇ ਕੋਈ ਮਿੱਟੀ ਲੱਗ ਜਾਏ, ਕੋਈ ਕੱਪੜੇ ਨੂੰ ਕੋਈ ਲੱਗ ਜਾਏ, ਉਸੇ ਵੇਲੇ ਝਾੜ ਦਿੰਦੀ ਹੈ, ਕਿਉਂਕਿ ਪਤਾ ਬੁਰੀ ਲੱਗ ਜਾਏ। ਅੰਦਰ ਮੈਲ ਦਾ ਉਸ ਨੂੰ ਜਦੋਂ ਮੰਨਦੇ ਨਹੀਂ ਤੇ ਉਹ ਗੱਲ ਫਿਰ ਉਹ ਲੱਥਦੀ ਨਹੀਂ ਕਦੇ। ਇਸ ਕਰਕੇ ਫਰਮਾਇਆ ਉਹਨਾਂ ਨੇ ਕਿ ਵੀ
ਅੰਤਰ ਮੈਲ ਲੋਭ ਬਹੁਤ ਝੂਠੇ ਬਾਹਰ ਨਾ ਆਵੇ ਕਾਹੇ, ਜੋ ਕਹਿੰਦੇ ਬਾਹਰੋਂ ਕਰਨ ਦਾ ਕੋਈ ਫਾਇਦਾ ਨਹੀਂ ਹੈ ਬਈ, ਜਦੋਂ ਵੀ ਕਰਨਾ ਹੈ, ਕਿਉਂਕਿ ਸਤਿਗੁਰ ਸਾਨੂੰ ਅੰਦਰੋਂ ਦੇਖਦਾ ਹੈ। ਇਹ ਦੁਨੀਆ ਬਾਹਰੋਂ ਵੇਖਦੀ ਹੈ, ਦੁਨੀਆ ਬਾਹਰੋਂ ਵੇਖਦੀ ਹੈ, ਪਰ ਸਤਿਗੁਰ ਅੰਦਰੋਂ ਦੇਖਦਾ ਹੈ। ਬਾਹਰੋਂ ਜਿੱਦਾਂ ਦੇ ਮਰਜ਼ੀ ਲਿਬੜੇ ਤਿਬੜੇ ਹੋਈਏ, ਕੋਈ ਉਹਦੇ ਨਾਲ ਫਰਕ ਨਹੀਂ ਪੈਂਦਾ। ਅੰਦਰੋਂ ਸਾਫ਼ ਹੋਵਾਂਗੇ ਤੇ ਸਤਿਗੁਰ ਜ਼ਰੂਰ ਬਈ ਇਹਨੂੰ ਮਨਜ਼ੂਰ ਕਰਦੇ ਆ। ਹਾਂਜੀ। ਨਿਰਮਲ ਨਾਮ ਜਪੋ ਸਦ ਗੁਰਮੁਖ, ਅੰਤਰ ਕੀ ਗਤ ਤਾਰੀ ਜੀਓ, ਪਰ ਹਰ ਲੋਭ ਨਿੰਦਾ ਕੂੜ ਤਿਆਗੋ, ਸੱਚ ਗੁਰ ਬਚਨੀ ਫਲ ਪਾਹੀ ਜੀਓ। ਇਹੋ ਬੇਨਤੀ ਮੈਂ ਕੱਲ੍ਹ ਸੇਵਾਦਾਰਾਂ ਦੇ ਨਾਲ ਕਰ ਰਿਹਾ ਸੀ ਕਿ ਅਸੀਂ ਭਾਰ ਤਾਂ ਅਸੀਂ ਆਪ ਚੁੱਕਿਆ ਫਿਰਿਆ, ਸਤਿਗੁਰ ਦੇ ਸਾਡੇ ਭਾਰ ਲਾਉਣ ਆਉਂਦੇ ਨੇ, ਲਾ ਦਿੰਦੇ ਨੇ, ਜਿੰਨਾ ਮਰਜ਼ੀ ਭਾਵੇਂ ਪਹਾੜ ਵੀ ਸਿਰ ਤੇ ਹੋਵੇ ਉਹ ਵੀ ਲਾ ਕੇ ਸੁੱਟ ਦਿੰਦੇ। ਪਰ ਜਦੋਂ ਅਸੀਂ ਲਾਉਣੇ ਨਹੀਂ ਚਾਹੁੰਦੇ ਤੇ ਫਿਰ ਕੌਣ ਉਹਨੂੰ ਉਤਾਰੇ? ਹੁਣ ਉਹਨਾਂ ਫਰਮਾਇਆ ਕਿ ਪਰ ਹਰ ਲੋਭ ਨਿੰਦਾ ਕੂੜ ਤਿਆਗੋ। ਹੁਣ ਉਹਨਾਂ ਨੇ ਜੇ ਕਹਿ ਦਿੱਤਾ ਕਿ ਕੂੜ ਹੈ, ਪਰ ਸਾਨੂੰ ਕੂੜ ਲੱਗਦੀ ਹੈ, ਅਸੀਂ ਤੇ ਪੰਨਾ ਭਰ ਚੁੱਕਦੇ ਹਾਂ। ਦੇਖਣੀ ਹੈ, ਜੇ ਕੋਈ ਗਲਤੀ ਦੇਖਣੀ ਹੈ, ਕੋਈ ਔਗਣ ਦੇਖਣਾ ਤੇ ਆਪਣਾ ਦੇਖੀਏ, ਆਪਣੇ ਅੰਦਰ ਝਾਤੀ ਮਾਰੀਏ। ਪਹਿਲਾਂ ਆਪਣਾ ਦੇਖੀਏ, ਫਿਰ ਆਪਣੇ ਪਰਿਵਾਰ ਦਾ ਦੇਖੀਏ, ਆਪਣੇ ਰਿਸ਼ਤੇਦਾਰਾਂ ਦਾ ਦੇਖੀਏ, ਫਿਰ ਕਿਸੇ ਦੀ ਕੋਈ ਗੱਲ ਕਰੀਏ। ਇਹ ਉਲਟਾ ਹੀ ਆਪਣੀ ਸ਼ੋਭਾ ਕਰੂਗਾ, ਆਪਣਿਆਂ ਦੀ ਹੀ ਹਰ ਵੇਲੇ ਗੱਲ ਕਰੂਗਾ, ਬਾਕੀ ਜਿਹੜੀ ਹੈ ਸਭ ਦੀ ਨਿੰਦਾ ਹੀ ਕਰੂਗਾ, ਤੇ ਕਿੱਦਾਂ ਗੱਲ ਬਣੇਗੀ? ਕਿਉਂਕਿ ਜਿਹਦੀ ਇਹ ਕਹਿੰਦੇ ਨਿੰਦਾ ਕਰਦੇ ਆ, ਉਹਦਾ ਅਸੀਂ ਉਹ ਜਿਹੜਾ ਮੈਲਾਂ ਉਹਦੀਆਂ ਉਤਾਰ ਕੇ ਤੇ ਕਰਮ ਲਾ ਕੇ ਤੇ ਅਸੀਂ ਆਪਣੇ ਸਿਰ ਤੇ ਚੁੱਕਦੇ ਹਾਂ। ਇਸੇ ਹੀ ਦੌੜ ਦੇ ਵਿੱਚ ਇੱਕ ਦੂਜੇ ਦਾ ਭਾਰ ਚੁੱਕੀ ਜਾ ਰਹੇ ਹਾਂ। ਤੁਹਾਨੂੰ ਸੁਣਾਇਆ ਕਿ ਪਰ ਹਰ ਲੋਭ ਨਿੰਦਾ ਕੂੜ ਤਿਆਗੋ। ਹੁਣ ਇਹ ਇੱਕ ਸਤਿਗੁਰੂ ਦੇ ਸਿੱਖ ਦਾ ਜਿਹੜਾ ਵਾ ਧਰਮ ਹੈ, ਉਹਦੀ ਇੱਕ ਰਹਿਣੀ ਹੈ। ਇਹ ਤਿਆਗੇਗਾ, ਜੇ ਉਹਨੂੰ ਪਤਾ ਚੱਲੇਗਾ ਕਿ ਆਹ ਚੀਜ਼ ਮੈਂ ਗਲਤ ਹੈ ਮੇਰੇ ਕੋਲ ਹੈ, ਤੇ ਉਹ ਵੀ ਕੋਈ ਰੱਖੇਗਾ। ਮੈਂ ਪਿੱਛੇ ਜੇ ਕਿਸੇ ਦੇ ਘਰ ਦੇ ਪਤਾ ਚੱਲਿਆ, ਉਹਦੇ ਕੋਈ ਐਸੀ ਕੋਈ ਚੀਜ਼ ਕੋਈ ਗਲਤ ਮਤਲਬ ਕੋਈ ਆ ਜਾਂਦੀ ਹੈ ਨਾ, ਉਸੇ ਵੇਲੇ ਬਾਅਦ ਮਤਲਬ ਆਹ ਦੇਖੋ ਵੀ ਚਾਹੇ ਸ਼ਰਾਬ ਵਾਲੀ ਬੋਤਲ ਹੀ ਖਾਲੀ ਹੈ, ਉਹਦੇ ਵਿੱਚ ਵੀ ਕੋਈ ਪਾ ਕੇ ਚੀਜ਼ ਆ ਜਾਂਦੀ, ਤਾਂ ਉਹ ਕਹਿੰਦਾ ਕਿ ਨਹੀਂ ਮੈਂ ਨਹੀਂ ਰੱਖਣੀ ਘਰ ਦੇ ਵਿੱਚ ਸ਼ਰਾਬ ਦੀ ਬੋਤਲ। ਖਾਲੀ ਨੂੰ ਵੀ ਉਹ ਕਰਦਾ ਹੈ। ਜੇ ਖਾਲੀ ਨੂੰ ਕਰਦਾ ਤਾਂ ਇਹਦਾ ਮਤਲਬ ਕਿ ਫਿਰ ਭਰੀ ਤੋਂ ਆਪੇ ਬਚੇਗਾ। ਮਨ 'ਚ ਉਹ ਇੱਕ ਹੈਗਾ ਤਾਂ ਹੈ ਨਾ ਵੀ ਅਸੀਂ ਤੋਂ ਬਚਣਾ ਹੈ। ਤੇ ਜਦੋਂ ਅਸੀਂ ਜਾਣ ਬੁੱਝ ਕੇ ਟੱਕਰਾਂ ਮਾਰਦੀਆਂ ਕਰਦੇ ਹਾਂ, ਤੇ ਫਿਰ ਉਹ ਕਿਸ ਤਰ੍ਹਾਂ ਕੋਈ ਉਹ ਬਚਾਅ ਹੋਏਗਾ। ਉਹਨਾਂ ਨੇ ਫਰਮਾਇਆ ਕਿ ਪਰ ਹਰ ਲੋਭ ਨਿੰਦਾ ਕੂੜ ਤਿਆਗੋ। ਇਹ ਗੁਰੂ ਦੇ ਸਿੱਖ ਦੇ ਬੱਚੇ ਹੈਗੇ। ਮੈਂ ਕੱਲ ਵੀ ਸੇਵਾਦਾਰਾਂ ਨੂੰ ਇਹੋ ਬੇਨਤੀ ਕਰ ਰਿਹਾ ਸੀ ਕਿ ਈਰਖਾ ਛੱਡ ਦਈਏ ਇੱਕ ਦੂਸਰੇ ਨਾਲ, ਇੱਛਾ ਛੱਡ ਦਈਏ ਇੱਕ ਦੂਜੇ ਨਾਲ, ਜਿਹੜੀਆਂ ਮਨ ਦੇ ਵਿੱਚ ਲੈ ਕੇ ਆਪਾਂ ਉਹ ਚੱਲਦੇ ਹਾਂ, ਸਾਰਿਆਂ ਨੂੰ ਇੱਕੋ ਆਪਾਂ ਗੁਰੂ ਨੇ ਫਰਮਾਇਆ ਕਿ ਗੁਰ ਭਾਈ ਕੋ ਗੁਰ ਸਮਝ ਜਾਣੋ। ਆਪਾਂ ਇੱਕ ਪਰਿਵਾਰ ਹਾਂ, ਸਾਡੇ 'ਚ ਪਿਆਰ ਨਾ ਹੋਵੇ, ਅਸੀਂ ਇੱਕ ਦੂਜੇ ਨੂੰ ਵੇਖ ਕੇ ਕੋਈ ਨਾ ਕੋਈ ਮਤਲਬ ਹਰ ਵੇਲੇ ਕੋਈ ਨਾ ਕੋਈ ਗਲਤੀ ਸੋਚਦੇ ਰਹੀਏ, ਇੱਕ ਦੂਜੇ ਨਾਲ ਵੈਰ ਰੱਖ ਕੇ, ਠੀਕ ਹੈ ਕੋਈ ਚੱਲਦਾ ਹੈ ਤੇ ਚੱਲੀ ਜਾਵੇ। ਸਾਨੂੰ ਤਾਂ ਨਹੀਂ ਪਤਾ ਇਸ ਚੀਜ਼ ਦਾ, ਜੇ ਕੋਈ ਕਰਦਾ ਹੈ ਤੇ ਬਈ ਉਹ ਸਤਿਗੁਰ ਤਾਂ ਦੇਖਦੇ ਨੇ, ਇਹ ਆਪਣੇ ਸਤਿਗੁਰਾਂ ਤੇ ਮਾਣ ਕਰੇ, ਉੱਤੇ ਛੱਡੇ ਤਾਂ ਸਹੀ। ਜੋ ਉਹ ਫੈਸਲਾ ਕਰੇਗਾ ਉਹ ਉੱਥੋਂ ਤੱਕ ਅਸੀਂ ਕਦੀ ਪਹੁੰਚ ਵੀ ਨਹੀਂ ਸਕਦੇ। ਬਈ ਜੀ ਸਤਿਗੁਰੂ ਤੇ ਛੱਡ ਦਿੰਦੇ ਹਾਂ, ਤੇ ਬਈ ਜੋ ਉਹਦਾ ਫੈਸਲਾ ਹੈ ਉਹਦੇ ਵਰਗਾ ਅਸੀਂ ਕਦੀ ਸਾਡੇ ਖਿਆਲ 'ਚ ਨਹੀਂ ਆ ਸਕਦਾ। ਇਸ ਕਰਕੇ ਚਾਹੀਦਾ ਕੀ ਹੈ ਕਿ ਅਸੀਂ ਇਹ ਭਾਰਾਂ ਤੋਂ ਬਚੀਏ। ਮੈਂ ਪਿਛਲੇ ਸੰਡੇ ਸ਼ਾਇਦ ਮੈਂ ਇਹ ਗੱਲ ਕਹੀ ਸੀ, ਸਤਿਗੁਰਾਂ ਦੇ ਗੁਰਮਤਿ ਦੇ ਦਰਬਾਰ ਦੇ ਸੇਵਾਦਾਰਾਂ ਵਾਸਤੇ ਬੇਨਤੀ ਕੀਤੀ ਸੀ ਪਹਿਲਾਂ ਕਿ ਚਲੋ ਬਾਕੀ ਤੇ ਬਾਹਰੋਂ ਆ ਜਾ ਰਹੇ ਨੇ, ਉਹਨਾਂ ਨੂੰ ਕਿਉਂ ਕਿਹਾ ਸੀ ਕਿ ਬਈ ਅਸੀਂ ਤਾਂ ਆਪਣਾ ਘਰ-ਬਾਰ ਛੱਡ ਕੇ ਇੱਕ ਉਸ ਚੀਜ਼ ਨੂੰ ਜਦੋਂ ਰਸਤੇ ਨੂੰ ਮਨਜ਼ੂਰ ਕਰ ਲਿਆ, ਤੇ ਫਿਰ ਬਈ ਉਸ ਚੀਜ਼ ਦੇ ਵਿੱਚ ਜਿੰਨੀ ਦੇਰ ਵੀ ਜਦੋਂ ਕੋਈ ਵੈਸੇ ਬਾਹਰੋਂ ਕੋਈ ਸੇਵਾਦਾਰ ਆਉਂਦਾ ਹੈ, ਜਿੰਨੀ ਦੇਰ ਵਾਸਤੇ ਆਇਆ ਉਨੀ ਦੇਰ ਵਾਸਤੇ ਤਾਂ ਕਮ ਸੇ ਕਮ ਉਸ ਚੀਜ਼ ਨੂੰ ਭੁੱਲੇ, ਉਨੀ ਦੇਰ ਵਾਸਤੇ ਤੇ ਭੁੱਲੇ। ਬਾਹਰ ਜਾ ਕੇ ਜਿਸ ਤਰ੍ਹਾਂ ਫਿਰ ਮਰਜ਼ੀ ਜੋ ਮਰਜ਼ੀ ਕਰ ਲਵੇ, ਜਿਹਨੂੰ ਹੋਏਗਾ ਉਹ ਤੇ ਰੱਖੇਗਾ ਉਸ ਚੀਜ਼ ਨੂੰ।
ਹੁਣ ਇਸ ਤਰ੍ਹਾਂ ਡਾਕਟਰ ਕੋਲ ਜਾਂਦੇ ਆ, ਹਸਪੀਟਲ ਦੇ ਵਿੱਚ ਕੋਈ ਦਾਖਲ ਹੁੰਦੇ ਆ, ਤੇ ਬਈ ਉੱਥੇ ਪਤਾ ਹੁੰਦਾ ਹੈ ਕਿ ਉਸ ਵੇਲੇ ਤੇ ਕਮ ਸੇ ਕਮ ਉਹ ਪਰਹੇਜ਼ ਜਾਂ ਜੋ ਡਾਕਟਰ ਕਹਿ ਰਿਹਾ ਉਹਦੇ ਹਿਸਾਬ ਨਾਲ ਚੱਲੀਏ। ਜਿਹੜਾ ਜਦੋਂ ਤੰਦਰੁਸਤੀ ਮਿਲੇਗੀ, ਜਦੋਂ ਉਹ ਚੀਜ਼ ਆਏਗਾ, ਪਤਾ ਚੱਲੇਗਾ ਕਿ ਵਾਕਈ ਮੈਂ ਇੱਥੇ ਠੀਕ ਮਹਿਸੂਸ ਕੀਤਾ, ਤੇ ਜੇ ਤੇ ਆਪਣੇ ਆਪਣਾ ਫਿਕਰ ਹੋਏਗਾ ਫਿਰ ਬਾਹਰ ਜਾ ਕੇ ਆਪੇ ਉਹਨੂੰ ਕਰ ਲਏਗਾ ਫੋਲੋ। ਤੇ ਜੇ ਉੱਥੇ ਜਾ ਕੇ ਵੀ ਨਹੀਂ ਉਹ ਕਰ ਰਿਹਾ ਤੇ ਫਿਰ ਤੇ ਫਿਕਰ ਵਾਲੀ ਗੱਲ ਹੈ। ਮੈਂ ਤਾਂ ਬੇਨਤੀ ਕੀਤੀ ਸੀ ਕਿ ਫਿਰ ਤੇ ਫਾਇਦਾ ਹੀ ਕੋਈ ਨਹੀਂ, ਫਿਰ ਤੇ ਆਪਣੇ ਆਪ ਨੂੰ ਧੋਖਾ ਦੇ ਰਹੇ ਆ, ਫਿਰ ਉਹਦਾ ਕੋਈ ਫਾਇਦਾ ਨਹੀਂ। ਇਸ ਕਰਕੇ ਚਾਹੀਦਾ ਕਿ ਬਈ ਸਤਿਗੁਰਾਂ ਦੇ ਅੱਗੇ ਇਹ ਸੱਚਾਈ ਨੂੰ ਪੇਸ਼ ਕਰੀਏ। ਔਰ ਹਰ ਵੇਲੇ ਗੁਰੂ ਮਾਈ ਦੇ ਦਰਬਾਰ ਦੇ ਵਿੱਚ ਜਿਹੜੇ ਸੇਵਾ ਦੇ, ਮੈਂ ਖਾਸ ਕਰਕੇ ਉਹਨਾਂ ਦੀ ਬਾਰ-ਬਾਰ ਗੱਲ ਕਰ ਰਿਹਾ ਕਿ ਗੁਰੂ ਮਾਈ ਨੇ ਫਰਮਾਇਆ ਸੀ ਕਿ ਬਈ ਕੁਝ ਸੇਵਾ ਕਰਦੇ ਆ, ਸੇਵਾ ਕਰਦਿਆਂ ਹਮੇਸ਼ਾ ਹੀ ਸਤਿਗੁਰਾਂ ਦਾ ਯਾਦ ਹੋਵੇ, ਮਨ ਦੇ ਵਿੱਚ ਧਿਆਨ ਹੋਵੇ, ਗੁਰੂ ਕਰਦਿਆਂ ਗੱਲ ਹੋਵੇ, ਉਹੀ ਕਰਦਿਆਂ ਗੁਰੂ ਕਰਦਿਆਂ ਹੀ ਲੰਗਰ ਬਣਾਈਏ, ਉਹਦੇ ਨਾਲ ਹੀ ਖਾਈਏ, ਉਹਦੇ ਨਾਲ ਹੀ ਸੇਵਾ ਕਰੀਏ, ਕੋਈ ਸਾਨੂੰ ਗੱਲ ਕਰਨ ਦਾ ਮੌਕਾ ਹੀ ਨਾ ਮਿਲੇ। ਹੋਰ ਕੋਈ ਛੋਟੀਆਂ ਚੀਜ਼ਾਂ ਨੇ, ਮੈਂ ਕਈ ਵਾਰੀ ਦੱਸਿਆ ਕਿ ਇੱਥੇ ਆ ਕੇ ਵੀ ਜੇ ਕੋਈ ਸਾਨੂੰ ਸਤਸੰਗ ਦੀ ਵਾਸਤੇ ਕਹਿ ਦੇ ਕਿ ਚਲੋ ਜੀ ਘੰਟੀ ਹੋ ਗਈ ਆ ਚੱਲੀਏ, ਸਾਨੂੰ ਗੁੱਸਾ ਆ ਜਾਂਦਾ। ਜੇ ਕੋਈ ਕਹਿ ਦੇ ਕਿ ਲੰਗਰ ਦੀ ਘੰਟੀ ਹੋ ਗਈ, ਚਲੋ ਜੀ ਫੁਲਕਾ ਖਾ ਲਓ, ਤਾਂ ਇਹਨੂੰ ਹੋ ਜਾਂਦਾ ਕਿ ਬਈ ਮੈਨੂੰ ਕਿਉਂ ਕਹਿ ਦਿੱਤਾ। ਜੇ ਕੋਈ ਸੌਣ ਨੂੰ ਕਹਿ ਦੇ ਟਾਈਮ ਸਿਰ ਕਿ ਬਈ ਬੜਾ ਟਾਈਮ ਹੋ ਗਿਆ ਹੁਣ ਸੌਂ ਜਾਓ, ਤਾਂ ਅੱਛਾ ਨਹੀਂ ਲੱਗਦਾ। ਜੇ ਕੋਈ ਸਵੇਰੇ ਕਹਿ ਦੇ ਕਿ ਚਲੋ ਬੜਾ ਟਾਈਮ ਹੋ ਗਿਆ ਹੁਣ ਉੱਠੋ, ਤਾਂ ਨਹੀਂ ਅੱਛਾ ਲੱਗਦਾ। ਫਿਰ ਕਿਸ ਤਰ੍ਹਾਂ ਗੱਲ ਬਣੇਗੀ। ਫਿਰ ਮੈਂ ਤਾਂ ਬੇਨਤੀ ਕੀਤੀ ਸੀ ਕਿ ਫਿਰ ਰਹਿਣ ਦਾ ਫਾਇਦਾ ਕੀ ਹੈ, ਫਿਰ ਆਪਣੇ ਆਪਣਾ ਘਰ ਜਾ ਕੇ ਆਪਣੇ ਦੁਨੀਆਦਾਰੀ ਵੇਖੀਏ, ਦੁਨੀਆ ਦੇ ਕੰਮ ਕਰੀਏ। ਹੁਣ ਜਿਸ ਤਰ੍ਹਾਂ ਉਹਨੇ ਫਰਮਾਇਆ ਕਿ ਦੁਨੀਆ ਵਾਸਤੇ ਤੇ ਅਸੀਂ ਉਹ ਬਣ ਗਏ, ਸਾਧ ਬਣ ਗਏ, ਉਹ ਤੇ ਛੱਡ ਦਿੱਤਾ। ਦੁਨੀਆ ਤਾਂ ਉਸ ਚੀਜ਼ ਨੂੰ ਕਰ ਲਏਗੀ, ਪਰ ਦੁਨੀਆ ਸਾਡੇ ਕੋਲ ਚੀਜ਼ ਬਦਲ ਥੋੜਾ ਦੇਗੀ ਕੋਈ। ਇਸ ਕਰਕੇ ਸਤਿਗੁਰਾਂ ਦੇ ਪਾਸ ਸੱਚੇ ਹੋਣਾ ਹੈ। ਤੈਨੂੰ ਫਰਮਾਇਆ ਕਿ ਪਰ ਹਰ ਲੋਭ ਨਿੰਦਾ ਕੂੜ ਤਿਆਗ, ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹਨੂੰ ਕਮ ਸੇ ਕਮ ਗੁਰੂ ਮਾਈ ਨੇ ਫਰਮਾਉਣਾ ਕਿ ਜਦੋਂ ਗੁਰੂ ਮਾਈ ਦੇ ਬਈ ਦਰਬਾਰ ਤੇ ਆਉਂਦੇ ਹੋ, ਉਸ ਦਰ ਤੇ ਆਉਂਦੇ ਹੋ, ਤਾਂ ਸਤਿਗੁਰਾਂ ਨੇ ਕਈ ਵਾਰੀ ਸਤਸੰਗ ਸਾਹਿਬ ਨੂੰ ਫਰਮਾਏ ਕਿ ਬਈ ਗੇਟੋਂ ਬਾਹਰ ਹੀ ਆਪਣੀ ਜਿੱਦਾਂ ਚੱਪਲਾਂ ਉਤਾਰਦੇ ਹੋ ਨਾ, ਤੇ ਬਈ ਉੱਥੇ ਹੀ ਆਪਣਾ ਮਨ ਜਿਹੜਾ ਵੀ, ਅੱਖਾਂ ਕੰਨ ਜੋ ਵੀ ਉੱਥੇ ਛੱਡ ਕੇ ਆਓ, ਉੱਥੇ ਇਹ ਚੀਜ਼ਾਂ ਨਾਲ ਲੈ ਕੇ ਆਉਣਾ। ਕਿਉਂਕਿ ਜੇ ਇਹ ਲੈ ਕੇ ਆਓਗੇ ਤੇ ਫਿਰ ਉਹ ਗੁਰੂ ਦੇ ਪਾਸੋਂ ਕੀ ਖੜੋਗੇ, ਫਿਰ ਤਾਂ ਉਹਨੇ ਨਹੀਂ ਤੁਹਾਨੂੰ ਟਿਕਣ ਦੇਣਾ ਉਹਨਾਂ ਚੀਜ਼ਾਂ ਦੀ। ਹਾਂਜੀ ਜਿਉ ਭਾਵੇ ਤਿਉ ਰੱਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ। ਇਹ ਬੇਨਤੀ ਸਤਿਗੁਰਾਂ ਦੇ ਚਰਨਾਂ 'ਚ ਕਰੀਏ, ਔਰ ਸੱਚੇ ਮਨ ਨਾਲ ਕਰੀਏ, ਝੂਠੇ ਨਾਲ ਨਹੀਂ। ਕਿਉਂਕਿ ਝੂਠਿਆਂ ਨਾਲ ਗੱਲ ਉਹਨੇ ਫਰਮਾਇਆ ਕਿ ਅੰਤਰ ਮੈਲ ਲੋਭ ਬਹੁਤ ਝੂਠੇ, ਉਹਦੇ ਨਾਲ ਨਹੀਂ ਗੱਲ ਬਣਨੀ ਹੈਗੀ। ਅੰਦਰ ਕੁਝ ਹੋਰ ਹੋਵੇ, ਝੂਠਿਆਂ ਜਿਵੇਂ ਕੋਈ ਗੱਲਾਂ ਕਰੀ ਗਈ, ਉਹਦਾ ਕੋਈ ਫਾਇਦਾ ਨਹੀਂ ਹੈਗਾ। ਕਹਿੰਦੇ ਭੋਲੇ ਪਾ ਮਿਲੇ ਰੁਗਰਾਇਆ, ਚਤੁਰਾਈਆਂ ਕਿਹਨੇ ਨਾ ਪਾਇਆ, ਉਹਦੇ ਨਾਲ ਗੱਲ ਨਹੀਂ ਬਣਨੀ। ਚਲੋ ਠੀਕ ਹੈ, ਮੈਂ ਕਈ ਵਾਰੀ ਮੈਨੂੰ ਯਾਦ ਹੈ, ਮੈਂ ਕਈ ਵਾਰੀ ਦੇਖਦਾ ਸਤਿਗੁਰਾਂ ਦੀ ਸੇਵਾ ਦੇ ਵਿੱਚ ਸੇਵਾਦਾਰ ਪਹਿਲਾਂ ਵੀ ਮੌਕਾ ਮਿਲਿਆ ਤਾਂ ਕਈ ਚੀਜ਼ਾਂ ਦੇ ਗੁਰੂ ਵੀ ਕਈ ਵਾਰੀ ਉਸੇ ਤਰ੍ਹਾਂ ਹੀ ਕਰ ਦੇਣਾ ਜਿਸ ਤਰ੍ਹਾਂ ਅਸੀਂ ਕਰਦੇ ਹਾਂ। ਪਰ ਉਹਦੇ ਨਾਲ ਨੁਕਸਾਨ ਹੈ ਸਾਡਾ। ਮਤਲਬ ਹੈ ਕਿ ਜਿਉਂ ਭਾਵੇ ਤਿਉਂ ਰਾਖੋ ਹਰ ਜੀਆ। ਇਸ ਸੱਚੇ ਹਿਰਦੇ ਤੋਂ ਬੇਨਤੀ ਹੋਵੇ, ਜਿਸ ਤਰ੍ਹਾਂ ਸਦਾ ਬੋਲ ਰਿਹਾ ਕਿ ਸਤਿਗੁਰ ਜਿਉਂ ਭਾਵੇ ਤਿਉਂ ਰਾਖ ਲੈ, ਹਮ ਸ਼ਰਨ ਤੁਮਾਰੀ ਆਏ। ਇਹ ਹਿਰਦੇ ਤੋਂ ਬੇਨਤੀ ਹੋਵੇ ਕਿ ਸਤਿਗੁਰ ਜਿਉਂ ਭਾਵੇ, ਜਿਸ ਤਰ੍ਹਾਂ ਤੈਨੂੰ ਭਾਉਂਦਾ ਉਸ ਤਰ੍ਹਾਂ ਹੀ ਰੱਖ। ਕਿਉਂ ਕਿ ਅਸੀਂ ਸ਼ਰਨ, ਤੁਹਾਡੀ ਸ਼ਰਨ ਚ ਆ ਗਏ। ਸ਼ਰਨ ਦੇ ਵਿੱਚ ਆਉਣਾ ਉਦੋਂ ਹੀ ਹੁੰਦਾ ਵਾ ਜਦੋਂ ਆਪਣਾ ਸਾਰਾ ਕੁਛ, ਆਪਣਾ ਜਿਹੜਾ ਬਾਲਿਆ ਉਹਨੂੰ ਛੱਡ ਦਿੰਦੇ, ਫਿਰ ਸ਼ਰਨ। ਜੇ ਉੱਥੇ ਆ ਕੇ ਵੀ ਆਪਣੇ ਜ਼ੋਰ ਲਗਾ ਰਹੇ ਆ, ਉੱਥੇ ਆ ਕੇ ਵੀ ਆਪਣੀਆਂ ਚੀਜ਼ਾਂ ਵਰਤ ਰਹੇ ਆ, ਤੇ ਫਿਰ ਸ਼ਰਨ ਕਰਨੀ। ਇਸ ਕਰਕੇ ਮੈਂ ਫਰਮਾਇਆ ਕਿ ਜਿਉਂ ਭਾਵੇ ਤਿਉਂ ਰਾਖੋ ਹਰ ਜੀਅ। ਇਹ ਬੇਨਤੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੱਚੇ ਹਿਰਦੇ ਤੋਂ ਕਰੀਏ ਕਿ ਸਤਿਗੁਰ ਜੀ ਤੁਹਾਡੀ ਦਇਆ ਦੇ ਨਾਲ, ਤੁਹਾਡੀ ਕਿਰਪਾ ਦੇ ਨਾਲ ਤੁਸੀਂ ਮਨਜ਼ੂਰ ਕੀਤਾ ਤੇ ਉਸ ਵਿੱਚ ਆਏ ਆ, ਤੇ ਹੁਣ ਕਿਰਪਾ ਕਰੋ ਜੇ ਬੁਲਾਇਆ, ਜੇ ਹੁਣ ਤੁਸੀਂ ਆਪਣੇ
ਸੇਵਾ 'ਚ ਰੱਖਿਆ, ਤੇ ਫਿਰ ਬਈ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਉਸੇ ਤਰ੍ਹਾਂ ਹੀ ਚਲਾਓ, ਉਸੇ ਤਰ੍ਹਾਂ ਹੀ ਕਰਵਾਓ ਸਾਡੇ ਕੋਲ। ਬਈ ਜਦੋਂ ਉਹ ਚੀਜ਼ ਹੋਣੀ ਸ਼ੁਰੂ ਹੋ ਗਈ ਸਤਿਗੁਰਾਂ ਦੇ ਚੀਜ਼ ਨਾਲ, ਤੇ ਫਿਰ ਮੈਂ ਕਈ ਵਾਰੀ ਦਾਅਵੇ ਨਾਲ ਕਹਿ ਕਿ ਬਈ ਸਤਿਗੁਰਾਂ ਨੇ ਵਚਨ ਫਰਮਾਇਆ ਕਿ ਬਈ ਸਤਿਗੁਰਾਂ ਦੇ ਆਮ ਸਿੱਖ ਦਾ ਤੇ ਸਤਿਗੁਰਾਂ ਦਾ ਜਦੋਂ ਹੋ ਗਿਆ ਤੇ ਫਿਰ ਉਹਦੇ ਨਾਲ ਮਾੜਾ ਕੀ ਹੋਏਗਾ। ਫਿਰ ਕੋਈ ਇਹਨੂੰ ਕੋਈ ਡਰ ਨਹੀਂ ਕਿਸੇ ਤਰ੍ਹਾਂ ਦਾ, ਫਿਰ ਕਿਸੇ ਤਰ੍ਹਾਂ ਦਾ ਭੈ ਨਹੀਂ। ਬਸ ਇਸੇ ਲਈ ਹੀ ਵਾਰ-ਵਾਰ ਬੇਨਤੀ ਕਰੀਦੀ ਹੈ ਕਿ ਸ਼ਰਧਾ ਦੇ ਨਾਲ, ਜਿਸ ਤਰ੍ਹਾਂ ਇੱਕ ਬਾਹਰ ਜਾ ਕੇ ਕਰਦੇ ਹਾਂ ਸਭ ਕੁਝ ਕਰਦੇ ਹਾਂ। ਮੈਂ ਕਿਉਂ ਕਹਿੰਦਾ ਕਿ ਵੀ ਟਾਈਮ ਸਿਰ ਜਾਂ ਕੋਈ ਬੇਨਤੀ ਕਰਦੇ ਹਾਂ ਸਿਰ ਤੇ ਬੈਠੇ ਹਾਂ ਜਾਂ ਕੁਝ ਮਨ ਦੇ ਵਿੱਚ ਉਹ ਜਿਹੜੀ ਅੰਦਰੋਂ ਦਸ਼ਾ ਨੂੰ ਵੇਖਦੇ ਰਹੀਏ। ਕਮ ਸੇ ਕਮ ਸ਼ੁਰੂ ਕਰਾਂਗੇ, ਚਲੋ ਜਿਸ ਤਰ੍ਹਾਂ ਬਾਕੀ ਕਰਦੇ ਹਾਂ ਕੰਮ ਕਰਦੇ ਹਾਂ ਨਾ, ਕਈ ਵਾਰੀ ਅੰਦਰੋਂ ਆਪਾਂ ਹੋਰ ਹੋਈ, ਇਸੇ ਤਰ੍ਹਾਂ ਬਾਹਰੋਂ ਹੀ ਮੈਂ ਕਿਹਾ ਸੀ ਕਿ ਚਲੋ ਹੌਲੀ ਸ਼ੁਰੂ ਤਾਂ ਕਰੀਏ। ਭਾਈ ਸਾਹਿਬ ਕਹਿਣਾ, ਭੈਣ ਜੀ ਕਹਿਣਾ, ਸਤ ਵਚਨ ਕਹਿਣਾ, ਥੋੜ੍ਹਾ ਬਹੁਤਾ ਕੋਸ਼ਿਸ਼ ਤਾਂ ਕਰੀਏ, ਬਾਹਰੋਂ ਕਰਨ ਦੀ ਗੱਲ ਕਰੀਏ, ਹੌਲੀ ਹੌਲੀ ਉਹ ਪੱਕ ਜਾਏਗੀ। ਤੇ ਸਤਿਗੁਰੂ ਦਇਆ ਕਿਰਪਾ ਕਰਨ ਕਿ ਸਾਨੂੰ ਜੋ ਉਹਨਾਂ ਨੇ ਫਰਮਾਇਆ ਕਿ ਜਿਉਂ ਭਾਵੇ ਤਿਉਂ ਰਾਖੇ ਹਰਿ ਜੀਉ, ਜਾਂ ਨਾਨਕ ਸ਼ਬਦ ਸਲਾਹੀ, ਕਿ ਐਸੀ ਰਹਿਣੀ ਸਤਿਗੁਰੂ ਬਖਸ਼ਣ ਸਾਨੂੰ ਕਿ ਉਹਨਾਂ ਦੇ ਵਚਨ ਦੇ ਵਿੱਚ ਜਿਸ ਤਰ੍ਹਾਂ ਵੀ ਉਹ ਚਾਹੁੰਦੇ ਨੇ ਉਸ ਤਰੀਕੇ ਨਾਲ ਅਸੀਂ ਚੱਲ ਸਕੀਏ। ਕਹਿ ਤਾਂ ਜ਼ਰੂਰ ਦਿੰਦੇ ਹਾਂ, ਕਈ ਵਾਰੀ ਅਸੀਂ ਬੇਨਤੀਆਂ ਕਰਦੇ ਹਾਂ ਮਹਾਰਾਜ ਜੀ ਕਿਰਪਾ ਕਰੋ, ਜਿੱਦਾਂ ਤੁਸੀਂ ਚਾਹੁੰਦੇ ਹੋ ਨਾ ਉੱਦਾਂ ਦਾ ਬਣਾ ਲਓ। ਮੈਂ ਕਈ ਵਾਰੀ ਕਿਹਾ ਹੈ ਕਿ ਜਦੋਂ ਬਣਾ ਲਓ ਜਦ ਆਪਣੇ ਆਪ ਨੂੰ ਢਿੱਲੇ ਛੱਡ ਦਈਏ ਤੇ ਫਿਰ ਜਿੱਥੇ ਬਣ ਜਾਂਦੇ, ਤੇ ਫਿਰ ਕਈ ਵਾਰੀ ਕੋਈ ਚੀਜ਼ ਜਿਸ ਤਰ੍ਹਾਂ ਹੁਣ ਉਹ ਜੋਰ ਲਗਾਉਂਦੇ ਆ ਉਲਟ, ਤੇ ਸਗੋਂ ਹੋਰ ਨੁਕਸਾਨ ਹੁੰਦਾ ਹੈ। ਜੇ ਇਹ ਕਹਿੰਦੇ ਹਿਰਦੇ ਤੋਂ ਕਹਿ ਕੇ ਜਿਸ ਤਰ੍ਹਾਂ ਛੱਡ ਦਿੱਤਾ ਹੈ, ਬਾਕੀ ਇਸ ਬਾਤ ਦੀਆਂ ਹੁੰਦੀਆਂ ਨਾ, ਜਦੋਂ ਡਾਕਟਰਾਂ ਪਾਸ ਜਾਂਦੇ, ਜਦੋਂ ਇੰਜੈਕਸ਼ਨ ਲਗਵਾਉਣਾ ਹੁੰਦਾ ਹੈ ਤੇ ਪਤਾ ਹੈ ਤੇ ਬਈ ਆਰਾਮ ਨਾਲ ਉਹ ਰੇਟ ਕੇ ਪਤਾ ਕੀ ਹੁੰਦਾ, ਤੇ ਜੇ ਉਹ ਭੁੜਕੀ ਜਾਈਏ ਤਾਂ ਉਹ ਸਗੋਂ ਹੋਰ ਨੁਕਸਾਨ ਕਿਤੇ ਗਲਤ ਲੱਗ ਜਾਂਦਾ ਹੈ। ਕਈ ਵਾਰੀ ਬਾਹਾਂ ਮਲਾਉਣ ਜਾਂਦੇ ਆ, ਕੋਈ ਕਰਦੇ ਆ, ਤੇ ਉਹ ਮਨ ਦਾ ਦਰਦ ਭਾਵੇਂ ਹੁੰਦੀ ਹੈ, ਪਰ ਪਤਾ ਹੁੰਦਾ ਢਿੱਲਾ ਛੱਡਿਆ ਹੁੰਦਾ ਸਰੀਰ ਕਿ ਜਿੱਥੇ ਤੈਨੂੰ ਠੀਕ ਲੱਗਦਾ ਉੱਥੇ ਜੋੜ ਪੋ, ਜਿੱਥੇ ਵੀ ਲਾ। ਤੇ ਜੇ ਬੰਦਾ ਆਪਣਾ ਜੋਰ ਲਾਏਗਾ ਤਾਂ ਫਿਰ ਉਲਟ ਪੁਲਟੀ ਉੱਥੇ ਲੱਗਦੀ ਹੈ ਚੀਜ਼। ਇਸ ਕਰਕੇ ਜੇ ਕਹਿੰਦੇ ਆ ਕਿ ਸਤਿਗੁਰੂ ਜੀ ਜਿੱਦਾਂ ਵੀ, ਤੇ ਫਿਰ ਬਈ ਉਸ ਹਿਸਾਬ ਨਾਲ ਆਪਣੇ ਆਪ ਨੂੰ ਢਿੱਲਾ ਛੱਡ ਕੇ ਆਪਣੇ ਆਪ ਨੂੰ ਉਹਨਾਂ ਦੇ ਹਵਾਲੇ ਕਰ ਦਈਏ, ਤੇ ਬਈ ਫਿਰ ਜੋ ਬਣੇਗਾ ਫਿਰ ਉੱਥੇ ਦੁਨੀਆ ਤੇ ਉਹਦੇ ਵਰਗੀ ਦੂਸਰੀ ਮਿਸਾਲ ਨਹੀਂ ਹੋਏਗੀ, ਫਿਰ ਇਹਦੇ ਵਰਗਾ ਇਹੋ ਹੀ ਹੋਏਗਾ ਬਸ। ਤੇ ਸਤਿਗੁਰੂ ਕਿਰਪਾ ਕਰਨ, ਦਇਆ ਕਰਨ, ਸੱਚੀ ਭਗਤੀ, ਸੱਚਾ ਆਪਣਾ ਮਾਣ, ਸੱਚਾ ਭਰੋਸਾ ਸਾਨੂੰ ਬਖਸ਼ਣ, ਤੇ ਵੀ ਫਿਰ ਹੀ ਗੱਲ ਬਣੇਗੀ। ਰਾਧਾ ਸਭੀ ਰਾਧਾ। ਸਾਲ ਬਦਲ ਗਏ, ਸਦੀਆਂ ਬਦਲੀਆਂ ਜਾ ਰਹੀਆਂ ਨੇ, ਹਰ ਇੱਕ ਚੀਜ਼ ਜਿਹੜੀ ਹੈ ਚੇਂਜ ਹੋਈ ਜਾ ਰਹੀ ਹੈ। ਪਰ ਅਸੀਂ ਜਿਸ ਤਰ੍ਹਾਂ ਆਪਣੇ ਆਪ ਨੂੰ ਧਿਆਨ ਦੇਣਾ ਹੈ ਕਿ ਕੀ ਅਸੀਂ ਵੀ ਚੇਂਜ ਹੋਏ ਹਾਂ ਕਿ ਨਹੀਂ ਚੇਂਜ ਹੋਏ। ਹੁਣ ਜਦੋਂ ਸਾਲ ਬਦਲਦਾ ਹੈ ਤੇ ਪੁਰਾਣਾ ਕੈਲੰਡਰ ਲਾ ਕੇ ਸੁੱਟ ਦਈਦਾ, ਨਵਾਂ ਕੈਲੰਡਰ ਲਗਾ ਦਿੰਦਾ ਹੈ, ਪੁਰਾਣੀਆਂ ਡਾਇਰੀਆਂ ਸਾਈਡ ਤੇ ਰੱਖ ਲਈ, ਨਵੀਂ ਡਾਇਰੀ ਲਗਾ ਦਿੱਤੀ, ਤੇ ਆਪਣੇ ਅੰਦਰ ਕੀ ਚੇਂਜ ਲਿਆਂਦਾ। ਜਿਸ ਤਰ੍ਹਾਂ ਬਾਕੀ ਚੀਜ਼ਾਂ ਨੂੰ ਅਸੀਂ ਕਰਦੇ ਹਾਂ, ਇਸੇ ਤਰ੍ਹਾਂ ਆਪਣੇ ਆਪ ਨੂੰ ਵੀ ਚੇਂਜ ਕਰੀਏ, ਫਿਰ ਕੋਈ ਫਾਇਦਾ ਹੋਏਗਾ, ਫਿਰ ਅਸੀਂ ਵੀ ਅੱਗੇ ਕਿਤੇ ਚੱਲਾਂਗੇ। ਕਿਉਂਕਿ ਸਮਾਂ ਤਾਂ ਚੱਲੀ ਜਾ ਰਿਹਾ, ਪਰ ਅਸੀਂ ਰੁਕੇ ਪਏ ਹਾਂ, ਤੇ ਉਹਦੇ ਕਰਕੇ ਅਸੀਂ ਕਿਤੇ ਪਹੁੰਚ ਨਹੀਂ ਪਾ ਰਹੇ। ਕਈ ਵਾਰੀ ਜਦੋਂ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਬੜੀ ਦੇਰ ਹੋ ਗਈ, ਮਨ ਹਜੇ ਵੀ ਉੱਥੇ ਦਾ ਉੱਥੇ ਹੀ, ਮਨ ਹਜੇ ਵੀ ਉਹੀ ਔਗਣ ਜਿਹੜੇ ਕਰੀ ਜਾ ਰਿਹਾ ਹੈ, ਅਜੇ ਵੀ ਇਹਨੂੰ ਭਰੋਸਾ ਨਹੀਂ ਵੱਜਦਾ, ਅਜੇ ਵੀ ਇਹ ਸਤਿਗੁਰਾਂ ਦੇ ਵਚਨਾਂ ਦੇ ਉੱਤੇ ਨਹੀਂ ਚੱਲ ਰਿਹਾ, ਤੇ ਆਪਣੇ ਆਪ ਕੋਲ ਹੀ ਸਵਾਲ ਕਰੀਏ ਉਸ ਚੀਜ਼ ਦਾ ਕਿ ਕਿਉਂ, ਕਾਹਦੇ ਵਾਸਤੇ। ਨਾਲੇ ਵੀ ਕਹਿੰਦੇ ਕਿ ਬਹੁਤ ਸਮਾਂ ਹੋ ਗਿਆ, ਸਮਾਂ ਤੇ ਲੰਘੀ ਜਾ ਰਿਹਾ, ਸਮੇਂ ਨੇ ਥੋੜ੍ਹਾ ਖਲੋਣਾ, ਸਮੇਂ ਨੇ ਨਹੀਂ ਰੁਕਣਾ, ਸਮੇਂ ਨੇ ਚੱਲੀ ਜਾਣਾ। ਪਰ ਅਸੀਂ ਜਦੋਂ ਉਹਦੇ ਨਾਲ ਚੱਲਣਾ ਸ਼ੁਰੂ ਕਰਾਂਗੇ ਤੇ ਫਿਰ ਅਸੀਂ ਵੀ ਅੱਗੇ ਵਧਾਂਗੇ। ਤੇ ਜਿਸ ਤਰ੍ਹਾਂ ਪਿੱਛੇ ਵੀ ਬੇਨਤੀ ਕੀਤੀ ਸੀ ਕਿ ਹਰ ਸਤਸੰਗ ਦੇ ਵਿੱਚੋਂ ਇੱਕ ਲੈ ਕੇ ਜਾਈਏ ਕਿ ਬਈ ਅੱਜ ਦੇ ਜਿਹੜਾ ਇਹ ਮੇਨ ਮਕਸਦ ਕੀ ਸੀ, ਅੱਜ ਦਾ ਵਚਨ ਕੀ ਸੀ, ਤੇ ਉਹ ਤੋਂ ਸਾਨੂੰ ਕੀ ਸਿੱਖਿਆ ਕੀ ਮਿਲੀ। ਜਿਸ ਤਰ੍ਹਾਂ ਪਿਛਲੇ 2 ਹਫ਼ਤਿਆਂ ਤੋਂ ਮੈਂ ਬੇਨਤੀ ਕਰ ਰਿਹਾ ਕਿ ਮੈਂ ਅਗਲੇ ਸੰਗਰਾਂਦ ਜੰਗ ਦੇ ਸੰਡੇ ਪੁੱਛਾਂਗਾ ਕਿ ਹਾਂਜੀ ਦੱਸੋ ਜੀ ਕੀ ਪਿਛਲੀ ਵਾਰੀ ਗੱਲ ਹੋਈ ਤੇ ਕੀ ਅਸੀਂ ਉਹ 'ਤੇ ਅਮਲ ਕੀਤਾ, ਕਿੰਨਾ ਕੁ ਅਸੀਂ ਚੱਲੇ ਹਾਂ। ਉਹ ਕਾਹਦੇ ਵਾਸਤੇ ਸੀ, ਸਿਰਫ ਇਸੇ ਕਰਕੇ ਕਿ ਸਾਨੂੰ ਥੋੜ੍ਹਾ ਜਿਹਾ, ਪਰ ਕਈ ਵਾਰੀ ਅਸੀਂ ਉਹਦਾ ਵੀ ਉਲਟ ਲੈ ਜਾਂਦੇ ਹਾਂ। ਕਈ ਬੱਚੇ ਤਾਂ ਮੈਂ ਦੱਸਿਆ ਨਾ ਜਿਨ੍ਹਾਂ ਨੇ ਪੜ੍ਹਨਾ, ਉਹਨਾਂ ਨੂੰ ਤਾਂ ਅੱਛਾ ਹੁੰਦਾ ਕਿ ਨਹੀਂ ਠੀਕ ਹੈ ਵੀ ਸਾਨੂੰ ਪੁੱਛਿਆ ਜਾਏਗਾ, ਅਸੀਂ ਯਾਦ ਕਰਨਾ ਹੈ, ਅਸੀਂ ਚੱਲਣਾ ਹੈ, ਉਸ ਚੀਜ਼ 'ਤੇ ਕੰਮ ਕਰਕੇ ਦਿਖਾਉਣਾ ਹੈ। ਤੇ ਇੱਕ ਬੱਚੇ ਇਹ ਵੀ ਹੁੰਦੇ ਨੇ ਕਿ ਉਹ ਜਿਸ ਤਰ੍ਹਾਂ ਹੁੰਦਾ ਨਾ ਕਿ ਜਦੋਂ ਕੋਈ ਟੈਸਟ ਹੁੰਦੇ ਨੇ ਜਾਂ ਕੋਈ ਇਸ ਤਰ੍ਹਾਂ, ਤੇ ਉਹ ਸਕੂਲ ਹੀ ਨਹੀਂ ਜਾਂਦੇ,
ਮੈਨੂੰ ਪਿੱਛੇ ਪਤਾ ਚੱਲਿਆ ਇਸ ਤਰ੍ਹਾਂ ਕਿ ਕੋਈ ਬੱਚੇ ਆਪਸ ਦੇ ਵਿੱਚ ਲਾ ਕਿਉਂਕਿ ਐਤਵਾਰ ਆਉਣ ਵਾਲਾ, ਹੁਣ ਛੁੱਟੀ ਲੈ ਲਈਏ। ਹੁਣ ਐਤਵਾਰ ਆਉਣ ਵਾਲਾ ਹੈ ਕਿ ਸਾਡੇ ਪੁੱਛਿਆ ਜਰਾ ਖਿਚਾਈ ਹੋਣੀ ਹੈ ਤੇ ਹੁਣ ਛੁੱਟੀ ਲੈ ਕੇ ਚਲੇ ਜਾਂਦੇ, ਐਤਵਾਰ ਲੰਘ ਜਾਏਗਾ ਫਿਰ ਆ ਜਾਵਾਂਗੇ। ਬਈ ਐਸਾ ਨਹੀਂ ਕੋਈ ਚੀਜ਼ ਹੈ, ਦੇਖਿਆ ਨਾ, ਮਤਲਬ ਕਿ ਉਹ ਜਿਹੜੀ ਮਨ ਵਿੱਚ ਜਿਹੜੀ ਗੱਲ ਹੈ ਸਾਡੇ ਕਿ ਅਸੀਂ ਉਹਨੂੰ ਬਦਲਣਾ, ਕਿ ਇਹ ਨਹੀਂ ਕਿ ਕੋਈ ਇੱਥੇ ਸੰਸਾਰੀ ਕੋਈ ਐਸੀ ਕੋਈ ਚੀਜ਼ ਹੈ ਕਿ ਜਿਹੜੀ ਬਈ ਅਸੀਂ ਸਾਰੇ ਹੀ ਸਤਿਗੁਰਾਂ ਦੇ ਸੇਵਾਦਾਰ ਹੈ, ਕੋਈ ਐਸੀ ਕੋਈ ਗੱਲ ਨਹੀਂ ਹੈਗੀ ਕਿ ਕੋਈ ਵੱਡਾ ਛੋਟਾ ਹੈ ਜਾਂ ਕੋਈ ਇਸ ਤਰ੍ਹਾਂ ਦੀ ਸਾਨੂੰ ਕੋਈ ਝਿੜਕਾਂ ਜਾਂ ਕੁਛ ਇਸ ਤਰ੍ਹਾਂ ਦਾ ਕੁਛ ਨਹੀਂ। ਪਰ ਹਾਂ ਕਿਉਂ ਪੁੱਛਿਆ ਜਾਂਦਾ ਹੈ ਕਿ ਜਦੋਂ ਅਸੀਂ ਦੇਖਦੇ ਹਾਂ ਸਤਿਗੁਰਾਂ ਨੇ ਡਿਊਟੀਆਂ ਲਗਾਈਆਂ ਨੇ, ਸਾਰਿਆਂ ਨੇ ਡਿਊਟੀਆਂ ਲਗਾਈਆਂ ਨੇ, ਠੀਕ ਹੈ ਨਾ, ਅਤੇ ਅਸੀਂ ਥੋੜ੍ਹਾ ਜਿਹਾ ਧਿਆਨ ਦੇਈਏ ਕਿ ਬਈ ਅਸੀਂ ਕਰਨਾ ਕੀ ਚਾਹੁੰਦੇ ਹਾਂ। ਜਦੋਂ ਅਸੀਂ ਵਾਰ-ਵਾਰ ਇਹ ਕਹਿੰਦੇ ਹਾਂ ਕਿ ਅਸੀਂ ਠੀਕ ਨਹੀਂ ਹੋ ਰਹੇ, ਅਸੀਂ ਠੀਕ ਨਹੀਂ ਹੋ ਰਹੇ, ਤੇ ਵੀ ਉਹ ਠੀਕ ਨਾ ਹੋਣ ਕਹਿਣ ਨਾਲ ਥੋੜ੍ਹਾ ਠੀਕ ਹੋ ਜਾਣਾ। ਕੋਈ ਯਤਨ ਕਰਾਂਗੇ, ਕੁਝ ਬਦਲਾਵ ਕਰਾਂਗੇ, ਫਿਰ ਹੀ ਠੀਕ ਹੋਏਗਾ ਨਾ। ਜੋ ਵੀ ਕੰਮ ਕਰੀ ਜਾਵਾਂਗੇ, ਜੋ ਪੁਰਾਣੇ ਸਾਲਾਂ 'ਚ ਕੀਤੇ, ਜੋ ਪੁਰਾਣੇ ਮਹੀਨਿਆਂ 'ਚ ਕੀਤੇ, ਤੇ ਰਿਜ਼ਲਟ ਨਵਾਂ ਚਾਹੁੰਦੇ ਹਾਂ, ਤਾਂ ਉਹ ਨਵਾਂ ਕਿੱਦਾਂ ਆਏਗਾ ਰਿਜ਼ਲਟ? ਜੇ ਨਵਾਂ ਕੁਝ ਰਿਜ਼ਲਟ ਚਾਹੁੰਦੇ ਹਾਂ ਤਾਂ ਫਿਰ ਕਰਨਾ ਵੀ ਤਾਂ ਕੁਝ ਨਵਾਂ ਪਏਗਾ। ਪਰ ਨਵੇਂ ਤੋਂ ਸਾਨੂੰ ਅਰਜ਼ੀ ਹੁੰਦੀ ਹੈ ਕਿ ਨਵਾਂ ਨਹੀਂ ਕਰਨਾ, ਕਰਨਾ ਪੁਰਾਣਾ ਹੀ ਹੈ। ਉਹ ਗੱਲ ਨਹੀਂ ਬਣਦੀ ਹੈਗੀ, ਠੀਕ ਹੈ ਨਾ। ਤਾਂ ਅੱਜ ਸਤਿਗੁਰਾਂ ਦੇ ਜਿਹੜੇ ਬਚਨਾਂ ਨੇ ਕਿਹਾ ਕਿ ਜਿਸ ਜਲ ਨਿਤ ਕਾਰਨ ਤੁਮ ਜਾਣਾ ਹੈ, ਕਿ ਜਿਸ ਤਰ੍ਹਾਂ ਜਿਹੜੀ ਚੀਜ਼ ਅਸੀਂ ਪਾਉਣ ਵਾਸਤੇ ਆਏ ਹਾਂ, ਫਿਰ ਉਹਨਾਂ ਨੇ ਸਾਫ਼ ਦੱਸ ਦਿੱਤਾ ਕਿ ਉਹ ਕਿਹਦੇ ਪਾਸੇ ਸੋ ਅੰਮ੍ਰਿਤ ਗੁਰ ਤੇ ਪਾਹੀ ਜੀਓ। ਪਰ ਉਹਦੇ ਪਾਉਣ ਵਾਸਤੇ ਵੀ ਉਹਨਾਂ ਨੇ ਦੱਸ ਦਿੱਤਾ ਹੈ ਕਿ ਕੀ ਕਰਨਾ ਕੀ ਹੈ, ਕਿਉਂ ਨਹੀਂ ਅਜੇ ਤੱਕ ਮਿਲਿਆ, ਕਿਉਂਕਿ ਅਸੀਂ ਉਹ ਸਤਿਗੁਰ ਤੇ ਵੀ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਧੋਬੀ ਘਾਟ ਹੈ ਉੱਥੇ ਵੀ ਉਹ ਲਾਉਂਦੇ ਨੇ ਸਭ ਕੁਛ, ਪਰ ਅਸੀਂ ਆਪਣੇ ਆਪ ਨੂੰ ਉਹਨਾਂ ਦੇ ਹਵਾਲੇ ਨਹੀਂ ਕੀਤਾ। ਠੀਕ ਹੈ, ਉਹਨਾਂ ਨੇ ਕਿਹਾ ਕਿ ਛੋੜੋ ਵੇਸ ਭੇਖ ਚਤਰਾਈ। ਸਤਿਗੁਰ ਸਾਨੂੰ ਦੱਸ ਦਿੰਦੇ ਨੇ ਜਦੋਂ ਕਿ ਬਈ ਆਹ ਕੰਮ ਕਰੋ, ਉਹਨਾਂ ਨੇ ਕਿਹਾ ਘਰ ਬੈਠੇ ਵੀ ਕਰ ਸਕਦੇ ਹੋ, ਜਿੱਥੇ ਮਰਜ਼ੀ ਦੁਕਾਨਾਂ ਦੇ ਬੈਠੇ ਕਰ ਸਕਦੇ ਹੋ, ਨੌਕਰੀ ਦੇ ਬੈਠੇ, ਮਤਲਬ ਆਪਣੇ ਅੰਦਰ ਝਾਤੀ ਮਾਰੋ। ਕਿਹਾ ਕਿ ਛੋੜੋ ਵੇਸ ਭੇਖ ਚਤੁਰਾਈ ਦੁਬਧਾਏ ਫਲ ਨਹੀਂ ਜੀ। ਉਹ ਜਿਹੜਾ ਬਾਹਰ ਦਾ ਜਿਹੜਾ ਆ ਉਹ ਸਤਿਗੁਰ ਦਇਆ ਕਿਰਪਾ ਕਰਨ, ਉਹ ਜਿਹੜਾ ਭੇਖ ਛਡਾਉਣ, ਜੋ ਵੀ ਹੈਗਾ ਹੈ ਅੰਦਰ ਮਤਲਬ ਪਤਾ ਚੱਲੇ, ਜੋ ਅੰਦਰ ਹੈ ਉਸ ਤਰ੍ਹਾਂ ਦੇ ਬਾਹਰ ਹੈ। ਕਿਉਂਕਿ ਸਤਿਗੁਰ ਦੇ ਪ੍ਰਤੀ ਉਹ ਨਹੀਂ ਸਾਡਾ ਕੁਛ ਦੇਖਦੇ। ਜਿਸ ਦਿਨ ਗੁਰੂ ਦੇਖਣ ਲੱਗ ਪਿਆ ਕਿ ਇਹ ਗੰਦਾ ਇਹਨੂੰ ਨਹੀਂ ਮੈਂ ਕੋਲ ਰੱਖਣਾ ਜਾਂ ਸਾਫ਼ ਆ, ਤੇ ਫਿਰ ਤੇ ਬਈ ਗੱਲ ਹੋ ਗਈ। ਫਿਰ ਸਤਿਗੁਰਾਂ ਨੇ ਫਰਮਾਉਣਾ ਕਿ ਵੀ ਉਹ ਆਏ ਹੀ ਸਾਡੇ ਵਰਗੇ ਮੈਲਿਆਂ ਕੁਚਲਿਆਂ ਵਾਸਤੇ। ਜਦੋਂ ਆਏ ਹੀ ਮੈਲਿਆਂ ਕੁਚਲਿਆਂ ਵਾਸਤੇ ਨੇ, ਤੇ ਅਸੀਂ ਫਿਰ ਉਹ ਭੇਖ ਕਿਉਂ ਬਣਾਈਏ? ਜੋ ਹੈਗੇ ਆ ਉਸੇ ਤਰ੍ਹਾਂ ਆਪਣੇ ਆਪ ਨੂੰ ਪੇਸ਼ ਕਰੀਏ ਕਿ ਠੀਕ ਹੈ, ਆਹ ਹੈ। ਫਿਰ ਜਦੋਂ ਉਹ ਇਲਾਜ ਦੱਸਦੇ ਆ ਤੇ ਉਸ ਚੀਜ਼ ਨੂੰ ਵੀ ਅਪਣਾਉਣਾ ਸ਼ੁਰੂ ਕਰੀਏ, ਤੇ ਬਈ ਰਿਜ਼ਲਟ ਸਾਹਮਣੇ ਆ ਜਾਏਗਾ ਉਸ ਵੇਲੇ। ਇਹ ਵੀ ਬੇਨਤੀ ਹੈ ਕਿ ਹੋਣਾ ਤੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੀ, ਉਹਨਾਂ ਦੀ ਦਇਆ ਦੇ ਨਾਲ ਹੀ, ਪਰ ਇਹ ਹੈਗਾ ਕਿ ਕਰਮ ਦਾ ਦੇਸ਼ ਹੈ। ਜਿਸ ਤਰ੍ਹਾਂ ਉਹ ਫਰਮਾਉਂਦੇ ਨੇ ਉਸੇ ਤਰ੍ਹਾਂ ਹੀ ਅਸੀਂ ਉਹ ਕਰਮ ਕਰਨਾ ਸ਼ੁਰੂ ਕਰੀਏ, ਤੇ ਬਈ ਉਹ ਸਤਿਗੁਰਾਂ ਦੀ ਕਿਰਪਾ ਜਿਹੜੀ ਹੈ ਉਹ ਨਜ਼ਰ ਆਏਗੀ। ਰਾਧਾ ਰਾਧਾ।